ਸਤਿ ਸ਼੍ਰੀ ਅਕਾਲ। ਅੱਜ ਦਾ ਸਾਡਾ ਵਿਸ਼ਾ ਹੈ ਪਰਿਵਾਰ। ਪਰਿਵਾਰ, ਉਸਦਾ ਅਰਥ, ਪਰਿਵਾਰ ਦੀਆਂ ਪਰਿਭਾਸ਼ਾਵਾਂ, ਵਿਸ਼ੇਸ਼ਤਾਵਾਂ, ਪਰਿਵਾਰ ਦੇ ਕੀ ਕਾਰਜ ਹਨ। ਕਾਰਜ ਮਤਲਬ ਕੰਮ, ਅਤੇ ਪਰਿਵਾਰ ਦੀਆਂ ਕਿਸਮਾਂ ਜੋ ਸਮਾਜ ਦੇ ਵਿੱਚ ਪਾਈਆਂ ਜਾਂਦੀਆਂ। ਸੋ ਸਭ ਤੋਂ ਪਹਿਲਾਂ ਦੇਖਾਂਗੇ ਪਰਿਵਾਰ ਦਾ ਅਰਥ। ਜੇ ਸ਼ੁਰੂ ਤੋਂ ਆਪਾਂ ਦੇਖੀਏ ਤਾਂ ਇਹ ਸਮਾਜ ਤੋਂ ਹਰ ਇੱਕ ਕਨਸੈਪਟ ਨੂੰ ਆਪਾਂ ਸ਼ੁਰੂ ਕਰਾਂਗੇ। ਸਮਾਜ ਕੀ ਹੈ? ਸਮਾਜ ਲੋਕਾਂ ਦਾ, ਮਨੁੱਖਾਂ ਦਾ ਉਹ ਇਕੱਠ ਹੈ ਜੋ ਇੱਕ ਦੂਸਰੇ ਦੇ ਨਾਲ ਮਿਲ ਕੇ ਕੰਮ ਕਰਦੇ ਹਨ ਅਤੇ ਸਮਾਜ ਨੂੰ ਅੱਗੇ ਚਲਾਉਂਦੇ ਹਨ। ਕਿਉਂਕਿ ਜੋ ਮਨੁੱਖ ਹੈ ਉਹ ਇੱਕ ਸਮਾਜਿਕ ਪ੍ਰਾਣੀ ਹੈ। ਹੁਣ ਸਮਾਜਿਕ ਪ੍ਰਾਣੀ ਹੋਣ ਦਾ ਅਰਥ ਇਹ ਹੈ ਕਿ ਸਮਾਜ ਦੇ ਵਿੱਚ ਰਹਿ ਕੇ ਇੱਕ ਮਨੁੱਖ ਲੋਕਾਂ ਦੇ ਨਾਲ ਵਿਚਰ ਰਿਹਾ ਹੈ। ਲੋਕਾਂ ਦੇ ਵਿੱਚ ਰਹਿ ਕੇ ਉਹ ਅੰਤਰ ਕਿਰਿਆਵਾਂ ਕਰਦਾ ਹੈ, ਜਿਸ ਦੇ ਨਾਲ ਸਮਾਜ ਦਾ ਨਿਰਮਾਣ ਹੁੰਦਾ ਹੈ ਜਾਂ ਸਮਾਜ ਦੀ ਸਥਾਪਨਾ ਹੁੰਦੀ ਹੈ। ਤੇ ਸਾਡਾ ਸਮਾਜ ਦੇ ਵਿੱਚ ਕੀ ਹੈ? ਜੋ ਸਭ ਤੋਂ ਪਹਿਲਾ ਸਮੂਹ ਸੀ ਉਹ ਪਰਿਵਾਰ ਹੀ ਹੈ। ਕਿਉਂਕਿ ਸਾਡੇ ਸਮਾਜ ਦਾ ਜੋ ਇੱਕ ਬੇਸਿਕ ਗਰੁੱਪ ਹੈ, ਜੋ ਇੱਕ ਪ੍ਰਾਇਮਰੀ ਗਰੁੱਪ ਹੈ, ਮੁੱਢਲਾ ਸਮੂਹ ਹੈ, ਉਸਨੂੰ ਪਰਿਵਾਰ ਹੀ ਕਿਹਾ ਗਿਆ। ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਹੈ, ਸਭ ਤੋਂ ਪਹਿਲਾਂ ਉਹ ਪਰਿਵਾਰ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਸਭ ਤੋਂ ਪਹਿਲਾਂ ਪਰਿਵਾਰ ਹੀ ਉਸਦੇ ਨਜ਼ਦੀਕ ਹੁੰਦਾ ਹੈ, ਉਸਦੇ ਮਾਤਾ ਪਿਤਾ, ਉਸਦੇ ਭੈਣ ਭਰਾ ਜਾਂ ਬਾਕੀ ਰਿਸ਼ਤੇਦਾਰ। ਸੋ ਇਹ ਦੇਖਣ ਨੂੰ ਮਿਲਿਆ ਕਿ ਜੋ ਇੱਕ ਮੁੱਢਲੀ ਇਕਾਈ ਹੈ ਉਹ ਪਰਿਵਾਰ ਹੀ ਹੈ। ਹੁਣ ਪਰਿਵਾਰ ਨੂੰ ਇੱਕ ਇਕਾਈ ਇਸ ਲਈ ਕਿਹਾ ਗਿਆ ਹੈ ਕਿ ਜੋ ਆਪਣਾ ਸਮਾਜ ਹੈ ਉਹ ਛੋਟੀਆਂ ਛੋਟੀਆਂ ਇਕਾਈਆਂ ਤੋਂ ਮਿਲ ਕੇ ਬਣਿਆ ਹੈ। ਇਕਾਈ ਕੋਈ ਪਾਰਟ ਬੋਲ ਸਕਦੇ ਹੈ, ਕੋਈ ਲੇਅਰ ਕਹਿ ਸਕਦੇ ਹੋ, ਜਾਂ ਕੈਟੇਗਰੀ ਆਪਾਂ ਉਹਨੂੰ ਬੋਲ ਸਕਦੇ ਹਾਂ। ਸੋ ਉਹ ਛੋਟੀਆਂ ਇਕਾਈਆਂ, ਉਹ ਛੋਟੇ ਸਮੂਹ ਜੋ ਇੱਕ ਦੂਸਰੇ ਤੋਂ ਅਲੱਗ ਵੀ ਹੈ ਬਟ ਇੱਕ ਦੂਸਰੇ ਨਾਲ ਮਿਲ ਕੇ ਸਮਾਜ ਨੂੰ ਚਲਾ ਰਹੇ ਹਨ, ਜਿਵੇਂ ਪਰਿਵਾਰ, ਵਿਆਹ ਜਾਂ ਨਾਤੇਦਾਰ। ਸੋ ਏਦਾਂ ਦਾ ਹੀ ਪਰਿਵਾਰ ਹੈ ਜੋ ਕੀ ਹੈ? ਇਹ ਇੱਕ ਬੁਨਿਆਦੀ ਇਕਾਈ ਹੈ ਅਤੇ ਪ੍ਰਾਇਮਰੀ ਸਮੂਹ ਕਿਹਾ ਜਾਂਦਾ ਹੈ। ਇਸ ਨੂੰ ਪ੍ਰਾਥਮਿਕ ਸਮੂਹ ਦਾ ਨਾਮ ਵੀ ਦਿੱਤਾ ਗਿਆ ਹੈ। ਪ੍ਰਾਥਮਿਕ ਸਮੂਹ, ਇਸ ਦਾ ਮਤਲਬ ਕਿ ਸਭ ਤੋਂ ਪਹਿਲਾ ਸਮੂਹ ਇਹੀ ਹੈ ਪਰਿਵਾਰ, ਜਿਸ ਦੇ ਵਿੱਚ ਇੱਕ ਬੱਚਾ ਜਨਮ ਲੈ ਰਿਹਾ ਹੈ ਤੇ ਆਪਣੇ ਮਾਤਾ ਪਿਤਾ ਜਾਂ ਆਪਣੇ ਪਰਿਵਾਰਿਕ ਮੈਂਬਰਾਂ ਦੇ ਸਹਿਯੋਗ ਦੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਨਾਲ ਚਲਾ ਰਿਹਾ ਹੈ ਜਾਂ ਇਸ ਸਮਾਜ ਦਾ ਨਿਰਮਾਣ ਕਰ ਰਿਹਾ ਹੈ। ਤੇ ਇਸ ਵਿੱਚ ਜੋ ਸਮੂਹ ਹੈ ਪਰਿਵਾਰ, ਉਸ ਦੇ ਵਿੱਚ ਏਕਤਾ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਦੀ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਦ ਤੱਕ ਇੱਕ ਵਿਅਕਤੀ ਅਸੀਂ ਦੀ ਭਾਵਨਾ ਨੂੰ ਮਹਿਸੂਸ ਨਹੀਂ ਕਰੇਗਾ ਇੱਕ ਪਰਿਵਾਰ ਦੇ ਵਿੱਚ ਰਹਿ ਕੇ, ਤਦ ਤੱਕ ਉਹ ਉਸ ਪਰਿਵਾਰ ਦਾ ਹਿੱਸਾ ਸਹੀ ਦਿਸ਼ਾ ਦੇ ਵਿੱਚ ਜਾਂ ਸਹੀ ਢੰਗ ਦੇ ਨਾਲ ਨਹੀਂ ਬਣ ਸਕਦਾ। ਤੇ ਵਿਅਕਤੀ ਇਕੱਠੇ ਰਹਿੰਦੇ ਹਨ, ਲੋਕਾਂ ਦਾ ਇਕੱਠਾ ਰਹਿਣਾ ਸ਼ਾਮਿਲ ਹੈ ਇੱਕ ਪਰਿਵਾਰ ਦੇ ਵਿੱਚ, ਔਰ ਇਸ ਦੇ ਵਿੱਚ ਮਾਤਾ ਪਿਤਾ ਅਤੇ ਉਹਨਾਂ ਦੇ ਬੱਚੇ ਸ਼ਾਮਿਲ ਹੁੰਦੇ ਹਨ। ਕਿਉਂਕਿ ਇਹ ਮੰਨਿਆ ਗਿਆ ਕਿ ਜੋ ਪਰਿਵਾਰ ਹੈ ਉਹ ਮੌਲਿਕ ਅਤੇ ਸਰਵ ਵਿਆਪਕ ਇਕਾਈ ਹੈ ਜਾਂ ਸਰਵ ਵਿਆਪਕ ਇੱਕ ਸਮੂਹ ਹੈ। ਹਰ ਇੱਕ ਪਾਸੇ ਪਾਇਆ ਜਾਂਦਾ ਹੈ, ਹਰ ਇੱਕ ਕਾਲ ਦੇ ਵਿੱਚ ਪਾਇਆ ਜਾਂਦਾ ਹੈ। ਭਾਵੇਂ ਆਪਾਂ ਪਿਛਲੇ 50 ਸਾਲ ਪਹਿਲਾਂ ਦੀ ਗੱਲ ਕਰੀਏ, ਅੱਜ ਦੇ ਆਧੁਨਿਕ ਕਾਲ ਦੀ ਗੱਲ ਕਰੀਏ ਜਾਂ ਆਉਣ ਵਾਲੇ 10 ਸਾਲਾਂ ਦੀ, ਜੋ ਪਰਿਵਾਰ ਹੈ, ਜੋ ਫੈਮਿਲੀ ਹੈ, ਇੱਕ ਇੰਸਟੀਟਿਊਸ਼ਨ ਹੈ, ਇੱਕ ਸੰਸਥਾ ਹੈ, ਇੱਕ ਸੰਗਠਨ ਹੈ, ਇਹ ਹਰ ਇੱਕ ਕਾਲ ਦੇ ਵਿੱਚ ਹਰ ਇੱਕ ਤਰਫ ਪਾਇਆ ਜਾਏ। ਅਤੇ ਇਸ ਦੇ ਵਿੱਚ ਇਹ ਵੀ ਬਹੁਤ ਜ਼ਰੂਰੀ ਵਿਸ਼ਾ ਦੱਸਣ ਦਾ ਹੈ ਕਿ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਹੋਣਗੇ ਉਹ ਇੱਕ ਦੂਸਰੇ ਉੱਤੇ ਨਿਰਭਰ ਕਰਨਗੇ, ਕਿਉਂਕਿ ਆਪਸੀ ਨਿਰਭਰਤਾ ਜੋ ਪਰਿਵਾਰ ਹੈ ਉਸ ਦੀ ਇੱਕ ਮੁੱਖ ਵਿਸ਼ੇਸ਼ਤਾ ਹੈ। ਇਸ ਤੋਂ ਬਾਅਦ ਜੋ ਵਿਅਕਤੀ ਹੈ ਉਹ ਵਿਅਕਤੀਆਂ ਦੀਆਂ ਜੀਵ ਵਿਗਿਆਨਿਕ ਅਤੇ ਮਨੋਵਿਗਿਆਨਿਕ ਜ਼ਰੂਰਤਾਂ ਨੂੰ ਪਰਿਵਾਰ ਹੀ ਪੂਰਾ ਕਰਦਾ ਹੈ। ਹਰ ਇੱਕ ਵਿਅਕਤੀ ਦੀਆਂ ਆਪਣੀਆਂ ਲੋੜਾਂ ਹੁੰਦੀਆਂ ਹਨ, ਜ਼ਰੂਰਤਾਂ ਹੁੰਦੀਆਂ, ਜਿਵੇਂ ਰੋਟੀ, ਕੱਪੜਾ, ਮਕਾਨ। ਇਹ ਰੋਟੀ, ਕੱਪੜਾ ਤੇ ਮਕਾਨ, ਇਹ ਤਿੰਨੋਂ ਇੱਕ ਮਨੁੱਖ ਦੀਆਂ ਮੁੱਢਲੀਆਂ ਜ਼ਰੂਰਤਾਂ ਹੈ, ਬੇਸਿਕ ਨੀਡਸ ਹੈ। ਇਸ ਤੋਂ ਇਲਾਵਾ ਜੇ ਇਹ ਜ਼ਰੂਰਤਾਂ ਇੱਕ ਵਿਅਕਤੀ ਨੂੰ ਨਹੀਂ ਮਿਲਦੀਆਂ ਤਾਂ ਉਹ ਹੋਰ ਜ਼ਰੂਰਤਾਂ ਵੱਲ ਨਹੀਂ ਸੋਚ ਸਕਦਾ। ਇਸ ਕਰਕੇ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਕਿ ਰੋਟੀ, ਕੱਪੜਾ, ਮਕਾਨ, ਇਹ ਤਿੰਨੋਂ ਜ਼ਰੂਰਤਾਂ ਪੂਰੀਆਂ ਹੋਣ। ਇਸ ਕਰਕੇ ਪਰਿਵਾਰ ਇੱਕ ਏਦਾਂ ਦੀ ਸੰਸਥਾ ਹੈ, ਇੱਕ ਏਦਾਂ ਦੀ ਇਕਾਈ ਹੈ ਜੋ ਵਿਅਕਤੀਆਂ ਦੇ ਇਹ ਜੋ ਜ਼ਰੂਰਤਾਂ ਹੈ, ਫੂਡ, ਕਲੋਥ ਐਂਡ ਸ਼ੈਲਟਰ, ਉਸਨੂੰ ਪੂਰਾ ਕਰਨ ਦੇ ਵਿੱਚ ਮਦਦਗਾਰ ਕਰਦੀ ਹੈ। ਇਸ ਤੋਂ ਇਲਾਵਾ ਜੋ ਪਰਿਵਾਰ ਹੈ ਉਹ ਮਨੁੱਖ ਦੀਆਂ ਕਿਰਿਆਵਾਂ ਦਾ ਵੀ ਕੇਂਦਰ ਹੈ। ਹਰ ਇੱਕ ਵਿਅਕਤੀ ਵੱਖ-ਵੱਖ ਤਰ੍ਹਾਂ ਦੀਆਂ ਕਿਰਿਆਵਾਂ ਕਰ ਰਿਹਾ ਹੈ। ਹੁਣ ਵੱਖ-ਵੱਖ ਤਰ੍ਹਾਂ ਦੀਆਂ ਕਿਰਿਆਵਾਂ ਕਰਨ ਦਾ ਮਤਲਬ ਕਿ ਹਰ ਇੱਕ ਵਿਅਕਤੀ ਇੱਕ ਦੂਸਰੇ ਨਾਲ ਅੰਤਰ ਕਿਰਿਆ ਕਰ ਰਿਹਾ ਹੈ, ਮਿਲ ਕੇ ਕੰਮ ਕਰ ਰਿਹਾ ਹੈ, ਜਿਸ ਦੇ ਨਾਲ ਇਹ ਸਮਾਜ ਅੱਗੇ ਚੱਲਦਾ। ਕਰਕੇ ਮੰਨਿਆ ਗਿਆ ਕਿ ਪਰਿਵਾਰ ਮਨੁੱਖ ਦੀਆਂ ਕਿਰਿਆਵਾਂ ਦਾ ਕੇਂਦਰ ਹੈ, ਇੱਕ ਸੈਂਟਰ ਹੈ, ਕਿਉਂਕਿ ਵਿਅਕਤੀ ਪਰਿਵਾਰ ਦੇ ਵਿੱਚ ਰਹਿ ਕੇ ਕੰਮ ਕਰਦਾ ਹੈ, ਇੱਕ ਦੂਸਰੇ ਦੇ ਸਹਿਯੋਗ ਦੇ ਨਾਲ ਕੰਮ ਕਰ ਰਿਹਾ ਹੈ, ਇੱਕ ਦੂਸਰੇ ਦੇ ਵਿੱਚ ਏਕਤਾ ਦੀ ਭਾਵਨਾ ਪਾਈ ਜਾ ਰਹੀ ਹੈ। ਉਸੇ ਚੀਜ਼ ਨੂੰ ਆਪਾਂ ਪਰਿਵਾਰ ਦਾ ਨਾਮ ਦੇਵਾਂਗੇ। ਸੋ ਇਹਦਾ ਹੁਣ ਅਰਥ ਅੱਗੇ ਦੇਖੀਏ ਤਾਂ ਜੋ ਪਰਿਵਾਰ ਸ਼ਬਦ ਹੈ, ਫੈਮਿਲੀ ਵਰਡ ਹੈ, ਉਹ ਇੱਕ ਰੋਮਨ ਭਾਸ਼ਾ ਦੇ ਸ਼ਬਦ ਫੈਮੁਲਸ ਤੋਂ ਲਿਆ ਗਿਆ ਹੈ। ਫੈਮੁਲਸ, ਜਿਸ ਦਾ ਅਰਥ ਹੈ ਸੇਵਾਦਾਰ, ਜਾਂ ਆਮ ਤੌਰ ਤੇ ਅਸੀਂ ਨੌਕਰ ਜਾਂ ਦਾਸ ਵੀ ਕਹਿ ਸਕਦੇ ਹਾਂ। ਸੋ ਇਸ ਦਾ ਮਤਲਬ ਕਿ ਉਹ ਸਾਰੇ ਲੋਕ ਇੱਕ ਪਰਿਵਾਰ ਦੇ ਵਿੱਚ ਹੋਣਗੇ ਜੋ ਜਾਂ ਮਾਤਾ ਪਿਤਾ, ਉਹਨਾਂ ਦੇ ਬੱਚੇ
ਦਾਦਾ ਦਾਦੀ ਜਾਂ ਫਿਰ ਕੋਈ ਵੀ ਜੇ ਨੌਕਰ ਹੈ। ਸੋ ਇਹਦਾ ਮਤਲਬ ਕਿ ਸਾਰੇ ਹੀ ਲੋਕ, ਜਾਂ ਜੇ ਕਿਸੇ ਨੂੰ ਅਡੋਪਟ ਵੀ ਕੀਤਾ ਜਾ ਰਿਹਾ ਹੈ, ਕਿਸੇ ਬੱਚੇ ਨੂੰ ਗੋਦ ਵੀ ਲਿੱਤਾ ਜਾ ਰਿਹਾ ਹੈ, ਤਾਂ ਉਹ ਵੀ ਉਸੇ ਪਰਿਵਾਰ ਦਾ ਇੱਕ ਅੰਗ ਜਾਂ ਇੱਕ ਮੈਂਬਰ ਕਹਾਏਗਾ। ਇਸ ਕਰਕੇ ਜੋ ਪਰਿਵਾਰ ਹੈ ਉਹ ਇੱਕ ਪ੍ਰਾਇਮਰੀ ਗਰੁੱਪ ਹੈ, ਪ੍ਰਾਇਮਰੀ ਜਾਂ ਪ੍ਰਾਥਮਿਕ ਸਮੂਹ ਹੈ, ਜਿਸ ਵਿੱਚ ਵਿਅਕਤੀ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ। ਕਿਉਂਕਿ ਵਿਅਕਤੀ ਦੇ ਲਈ ਬਹੁਤ ਜ਼ਰੂਰੀ ਹੈ ਕਿ ਉਸ ਦੀਆਂ ਜ਼ਰੂਰਤਾਂ ਪੂਰੀਆਂ ਹੋਣ। ਜਦ ਤੱਕ ਇੱਕ ਵਿਅਕਤੀ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਉਹ ਅੱਗੇ ਸਮਾਜ ਦੇ ਵਿੱਚ ਨਹੀਂ ਵੱਧ ਸਕਦਾ। ਇਸ ਕਰਕੇ ਇਹ ਦੇਖਣ ਨੂੰ ਮਿਲਿਆ ਕਿ ਜਦ ਇੱਕ ਵਿਅਕਤੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲੱਗ ਜਾਏਗਾ, ਜਾਂ ਜਦ ਉਹ ਦੂਸਰੇ ਨਾਲ ਅੰਤਰ ਕਿਰਿਆਵਾਂ ਕਰੇਗਾ, ਤਦ ਉਹ ਵੱਖ-ਵੱਖ ਸੰਸਥਾਵਾਂ ਦਾ ਹਿੱਸਾ ਬਣਦਾ ਜਾਏਗਾ, ਵੱਖ-ਵੱਖ ਇਕਾਈਆਂ ਦਾ ਹਿੱਸਾ ਬਣਦਾ ਜਾਏਗਾ, ਜਾਂ ਸਮੂਹਾਂ ਦਾ ਹਿੱਸਾ ਬਣੇਗਾ, ਤੇ ਉਹਨਾਂ ਵਿੱਚੋਂ ਹੀ ਇੱਕ ਸਮੂਹ ਪਰਿਵਾਰ ਹੈ। ਕਿਉਂਕਿ ਪਰਿਵਾਰ ਲੋਕਾਂ ਦਾ ਇਕੱਠ ਹੈ, ਜਿਨ੍ਹਾਂ ਦੇ ਵਿੱਚ ਸੰਬੰਧ ਪਾਏ ਜਾਂਦੇ ਹਨ ਅਤੇ ਸੰਬੰਧਾਂ ਦੀ ਵਿਵਸਥਾ ਵੀ ਪਾਈ ਜਾਂਦੀ ਹੈ। ਸੰਬੰਧ ਸਹੀ ਦਿਸ਼ਾ ਦੇ ਵਿੱਚ ਹੋਣ, ਸਹੀ ਵਿਵਸਥਾ ਦੇ ਵਿੱਚ ਹੋਣ, ਜਿਵੇਂ ਮਾਤਾ ਪਿਤਾ, ਉਹਨਾਂ ਦੇ ਬੱਚੇ, ਜਾਂ ਅੱਗੇ ਹਰ ਇੱਕ ਪਰਿਵਾਰਿਕ ਮੈਂਬਰ ਉਸ ਪਰਿਵਾਰ ਦਾ ਮੈਂਬਰ ਜਾਂ ਉਸ ਪਰਿਵਾਰ ਦਾ ਇੱਕ ਅੰਗ ਵਜੋਂ ਅਖਵਾਏਗਾ। ਸੋ ਇਹ ਜੋ ਸੰਸਥਾ ਹੈ, ਇਸ ਦੇ ਵਿੱਚ ਆਦਮੀ ਅਤੇ ਔਰਤ, ਉਹਨਾਂ ਦੋਨਾਂ ਨੂੰ ਸਮਾਜ ਦੇ ਵਿੱਚ ਮਨਜ਼ੂਰੀ ਮਿਲ ਜਾਂਦੀ ਹੈ, ਜਾਂ ਸਮਾਜ ਦੇ ਵਿੱਚ ਉਹ ਪਤੀ ਜਾਂ ਪਤਨੀ ਵਜੋਂ ਉਹਨਾਂ ਨੂੰ ਮਾਨਤਾ ਮਿਲ ਜਾਂਦੀ ਹੈ। ਕਿਉਂਕਿ ਜੋ ਪਰਿਵਾਰ ਹੈ ਉਹ ਵਿਅਕਤੀਆਂ ਦਾ ਉਹ ਸਮੂਹ ਹੈ, ਜਿਸ ਦਾ ਇੱਕ ਵਿਸ਼ੇਸ਼ ਨਾਮ ਹੁੰਦਾ ਹੈ, ਜਿਸ ਦੇ ਵਿੱਚ ਇੱਕ ਵਿਸ਼ੇਸ਼ ਸਰਨੇਮ ਜਾਂ ਨਾਮ ਦਿੱਤਾ ਗਿਆ ਹੈ, ਜਿਸ ਵਜੋਂ ਉਹ ਪਰਿਵਾਰ ਦੂਸਰੇ ਲੋਕਾਂ ਦੇ ਵਿੱਚ ਆਪਣੀ ਪਛਾਣ ਬਣਾਉਂਦਾ ਹੈ। ਸੋ ਇਸ ਤੋਂ ਬਾਅਦ ਅੱਗੇ ਚੱਲੀਏ ਇਸ ਦੀਆਂ ਪਰਿਭਾਸ਼ਾਵਾਂ, ਕਿਉਂਕਿ ਕੋਈ ਵੀ ਚੀਜ਼ ਨੂੰ ਸਮਝਣ ਦੇ ਲਈ ਬਹੁਤ ਜ਼ਰੂਰੀ ਹੈ ਕਿ ਵੱਖ-ਵੱਖ ਸੋਸ਼ੀਓਲੋਜਿਸਟ ਨੇ, ਸਮਾਜ ਸੁਧਾਰਕ ਜਾਂ ਜਿਹੜੇ ਸੋਸ਼ੀਓਲੋਜਿਸਟ ਹੈ, ਉਹਨਾਂ ਨੇ ਆਪਣੇ ਅਨੁਸਾਰ ਪਰਿਵਾਰ ਨੂੰ ਕਿਸ ਤਰ੍ਹਾਂ ਨਾਲ ਪਰਿਭਾਸ਼ਿਤ ਕੀਤਾ ਹੈ। ਸਭ ਤੋਂ ਪਹਿਲਾਂ ਐਲੀਅਟ ਐਂਡ ਮੈਰੀਅਲ ਦੇ ਅਨੁਸਾਰ ਪਰਿਵਾਰ ਇੱਕ ਜੀਵ ਵਿਗਿਆਨਿਕ ਸਮਾਜਿਕ ਇਕਾਈ ਹੈ। ਜੀਵ ਵਿਗਿਆਨਿਕ, ਬਾਇਓਲੋਜੀਕਲ ਬੋਲ ਸਕਦੇ ਹਾਂ, ਜਿਸ ਨੂੰ ਕਹਿ ਸਕਦੇ ਹਾਂ ਕਿ ਜਨਮ ਦੇ ਉੱਤੇ ਆਧਾਰਿਤ ਹੈ, ਜਿਸ ਦੇ ਵਿੱਚ ਪਤੀ ਪਤਨੀ ਅਤੇ ਬੱਚੇ ਸ਼ਾਮਿਲ ਹੋ ਸਕਦੇ ਹਨ। ਹੁਣ ਇਸ ਦੇ ਵਿੱਚ ਇਹ ਦੱਸਣਾ ਵੀ ਜ਼ਰੂਰੀ ਹੈ, ਕਿਉਂਕਿ ਪਤੀ ਪਤਨੀ ਹੈ ਉਹ ਜਨਮ ਦੇ ਉੱਤੇ ਉਹਨਾਂ ਦਾ ਸੰਬੰਧ ਆਧਾਰਿਤ ਨਹੀਂ ਹੈ, ਲੇਕਿਨ ਜੋ ਪਰਿਵਾਰ ਹੈ ਉਸ ਦੇ ਵਿੱਚ ਜਨਮ ਦੇ ਉੱਤੇ ਵੀ ਆਧਾਰਿਤ ਸੰਬੰਧ ਪਾਏ ਜਾਣਗੇ ਅਤੇ ਵਿਆਹ ਦੇ ਉੱਤੇ ਆਧਾਰਿਤ ਵੀ ਸੰਬੰਧ ਪਾਏ ਜਾਣਗੇ। ਉਦਾਹਰਨ ਦੇ ਤੌਰ ਤੇ ਜਿਵੇਂ ਪਤੀ ਅਤੇ ਪਤਨੀ। ਸੋ ਉਹ ਸਮੂਹ, ਉਹ ਇਕਾਈ ਜਾਂ ਉਹ ਇੱਕ ਸੰਸਥਾ ਜਿਸ ਦੇ ਵਿੱਚ ਪਤੀ ਪਤਨੀ ਅਤੇ ਉਹਨਾਂ ਦੇ ਬੱਚੇ ਸ਼ਾਮਿਲ ਹੋਣਗੇ, ਉਸ ਨੂੰ ਆਪਾਂ ਪਰਿਵਾਰ ਦਾ ਨਾਮ ਦੇਵਾਂਗੇ। ਸੋ ਅੱਗੇ ਚੱਲਦੇ ਹਾਂ। ਅਗਲੀ ਪਰਿਭਾਸ਼ਾ ਹੈ HM ਜੌਨਸਨ ਦੇ ਅਨੁਸਾਰ, ਹੈਰੀ M ਜੌਨਸਨ ਦੇ ਅਨੁਸਾਰ ਉਹਨਾਂ ਨੇ ਪਰਿਵਾਰ ਨੂੰ ਕੀ ਕਿਹਾ ਕਿ ਪਰਿਵਾਰ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦਾ ਸਮੂਹ ਹੈ। ਉਹ ਪਰਿਵਾਰ ਜਿੱਥੇ ਦੋ, ਕਿਉਂਕਿ ਕੋਈ ਵੀ ਸਮੂਹ ਇੱਕ ਇਕੱਲਾ ਵਿਅਕਤੀ ਕਦੇ ਸਮੂਹ ਦਾ ਨਿਰਮਾਣ ਨਹੀਂ ਕਰ ਸਕਦਾ। ਸਮੂਹ ਦਾ ਅਰਥ ਇਹ ਹੈ ਕਿ ਦੋ ਵਿਅਕਤੀ ਜਾਂ ਇੱਕ ਤੋਂ ਵੱਧ ਵਿਅਕਤੀ ਜਦ ਇਕੱਠੇ ਹੋ ਕੇ ਗਤੀਵਿਧੀਆਂ ਕਰਦੇ ਹੈ, ਜ਼ਰੂਰਤਾਂ ਪੂਰੀਆਂ ਕਰਦੇ ਹੈ, ਜਾਂ ਇੱਕ ਏਕਤਾ ਦੇ ਵਿੱਚ ਰਹਿ ਕੇ ਉਹ ਸਮੂਹ ਨੂੰ ਅੱਗੇ ਚਲਾਉਂਦੇ ਆ, ਉਹਦੇ ਨਾਲ ਕੀ ਹੈ, ਇੱਕ ਸਮੂਹ, ਇੱਕ ਇਕਾਈ ਬਣਦੀ ਹੈ। ਸੋ ਹੈਰੀ M ਜੌਨਸਨ ਨੇ ਵੀ ਇੱਥੇ ਇਹੀ ਕਿਹਾ ਕਿ ਜੋ ਪਰਿਵਾਰ ਹੈ ਉਹ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦਾ ਉਹ ਸਮੂਹ ਹੈ, ਜਿਨ੍ਹਾਂ ਦਾ ਰਿਸ਼ਤਾ ਜਾਂ ਜੋ ਖੂਨ ਦੇ ਨਾਲ ਸੰਬੰਧਿਤ ਹੈ, ਵਿਆਹ ਜਾਂ ਗੋਦ ਲੈਣ ਨਾਲ ਸੰਬੰਧਿਤ ਹੁੰਦੇ ਹਨ। ਇਸ ਦਾ ਮਤਲਬ ਉਹਨਾਂ ਦੇ ਵਿੱਚ ਬਲੱਡ ਰਿਲੇਸ਼ਨ ਹੋਣਾ ਚਾਹੀਦਾ ਹੈ, ਖੂਨ ਸੰਬੰਧ ਰਿਸ਼ਤੇ ਹੋਣੇ ਚਾਹੀਦੇ ਹਨ। ਉਹਨਾਂ ਦੇ ਵਿੱਚ ਜਾਂ ਵਿਅਕਤੀਆਂ ਦੇ ਵਿੱਚ ਵਿਆਹ ਨਾਲ ਸੰਬੰਧਿਤ ਰਿਸ਼ਤੇ ਹੋਣੇ ਚਾਹੀਦੇ ਹਨ, ਜਿਵੇਂ ਪਤੀ ਜਾਂ ਪਤਨੀ, ਅਤੇ ਗੋਦ ਲੈਣ ਵਾਲੀ ਸੰਤਾਨ ਨੂੰ ਵੀ ਆਪਾਂ ਉਸ ਸਮੂਹ ਜੋ ਪਰਿਵਾਰ ਜਿਸ ਦਾ ਨਾਮ ਰੱਖਿਆ ਗਿਆ ਹੈ ਉਸ ਦੇ ਨਾਲ ਸੰਬੰਧਿਤ ਰੱਖਾਂਗੇ। ਅਤੇ ਇਕੱਠੇ ਰਹਿੰਦੇ ਹਨ, ਸਾਰੇ ਵਿਅਕਤੀ ਇਕੱਠੇ ਮਿਲ ਕੇ ਇੱਕ ਜਗ੍ਹਾ ਦੇ ਉੱਤੇ ਵੀ ਰਹਿ ਸਕਦੇ ਹਨ ਤੇ ਵੱਖ-ਵੱਖ ਜਗ੍ਹਾ ਦੇ ਉੱਤੇ ਵੀ, ਤੇ ਅਜਿਹੇ ਸਾਰੇ ਵਿਅਕਤੀਆਂ ਨੂੰ ਇੱਕ ਪਰਿਵਾਰ ਦੇ ਮੈਂਬਰ ਵਜੋਂ ਮੰਨਿਆ ਜਾਂਦਾ ਹੈ। ਉਹ ਸਾਰੇ ਵਿਅਕਤੀ ਜਿਨ੍ਹਾਂ ਦੇ ਵਿਚਕਾਰ ਖੂਨ ਦਾ ਸੰਬੰਧ ਹੈ, ਵਿਆਹ ਦਾ ਸੰਬੰਧ ਜਾਂ ਗੋਦ ਲੈਣ ਨਾਲ ਸੰਬੰਧਿਤ ਹੋਣਗੇ, ਇਕੱਠੇ ਰਹਿਣਗੇ, ਇਹਨਾਂ ਸਾਰੇ ਵਿਅਕਤੀਆਂ ਨੂੰ ਹੀ ਪਰਿਵਾਰ ਦਾ ਮੈਂਬਰ ਸਮਝਿਆ ਜਾਏਗਾ। ਸੋ ਇਸ ਤੋਂ ਬਾਅਦ ਅੱਗੇ ਇਸ ਦੀਆਂ ਵਿਸ਼ੇਸ਼ਤਾਵਾਂ ਵੱਲ ਜੇ ਚੱਲੀਏ, ਕਿਉਂਕਿ ਜੋ ਪਰਿਵਾਰ ਹੈ ਉਹ ਇੱਕ ਏਦਾਂ ਦੀ ਇਕਾਈ ਹੈ, ਇੱਕ ਏਦਾਂ ਦਾ ਸਮੂਹ ਹੈ ਜਿਸ ਦੇ ਵਿੱਚ ਵਿਅਕਤੀ ਇੱਕ ਦੂਸਰੇ ਨਾਲ ਸੰਬੰਧਿਤ ਹੁੰਦਾ ਹੈ। ਕਿਉਂਕਿ ਸਮਾਜ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਸਮੂਹ ਕੀ ਹੈ? ਪਰਿਵਾਰ। ਜਦੋਂ ਇੱਕ ਬੱਚੇ ਨੇ ਸਮਾਜ ਦੇ ਵਿੱਚ ਜਨਮ ਲਿੱਤਾ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਨੇੜੇ ਆਇਆ, ਪਰਿਵਾਰ ਦੇ ਵਿੱਚ ਰਹਿ ਕੇ ਉਸਨੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ। ਇਸ ਕਰਕੇ ਇਹ ਦੇਖਣ ਨੂੰ ਮਿਲਿਆ ਕਿ ਪਰਿਵਾਰ ਹੀ ਇੱਕ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਜਾਂ ਸਮਾਜ ਨੂੰ ਅੱਗੇ ਚਲਾਉਣ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਹੁਣ ਇਹ ਸਰਵ ਵਿਆਪਕ ਇਸ ਲਈ ਹੈ ਕਿਉਂਕਿ ਹਰ ਇੱਕ ਪਾਸੇ, ਹਰ ਇੱਕ ਕਾਲ ਦੇ ਵਿੱਚ ਇਹ ਪਾਇਆ ਜਾਂਦਾ ਹੈ। ਪਰਿਵਾਰ ਦੇ ਵਿੱਚ ਬੱਚਾ ਵੱਡਾ ਹੁੰਦਾ ਹੈ, ਉਹਦਾ ਸਮਾਜੀਕਰਨ ਹੋ ਰਿਹਾ ਹੈ, ਉਹ ਇੱਕ ਜ਼ਿੰਮੇਦਾਰ ਨਾਗਰਿਕ ਬਣਦਾ ਹੈ। ਕਿਉਂਕਿ ਜਦ ਤੱਕ ਇੱਕ ਵਿਅਕਤੀ ਜ਼ਿੰਮੇਦਾਰ ਨਾਗਰਿਕ ਨਹੀਂ ਬਣਦਾ ਤਦ ਤੱਕ
ਉਹ ਜੋ ਆਈ ਮੀਨ ਜੋ ਗਰੁੱਪ ਹੈ ਜਾਂ ਉਹ ਜੋ ਸਮੂਹ ਹੈ ਜਿਵੇਂ ਪਰਿਵਾਰ, ਉਹ ਆਪਣੀ ਸਹੀ ਢੰਗ ਨਾਲ ਭੂਮਿਕਾ ਨਹੀਂ ਨਿਭਾ ਸਕਦਾ। ਇਸ ਕਰਕੇ ਜੋ ਪਰਿਵਾਰ ਹੈ ਉਹ ਇੱਕ ਸਥਾਈ ਸਭਾ ਵੀ ਹੈ, ਇੱਕ ਸਟੇਬਲ ਹੈ, ਇੱਕ ਤਰ੍ਹਾਂ ਦੀ ਸਭਾ ਹੈ। ਪਰਿਵਾਰ ਨੂੰ ਇੱਕ ਆਰਗੇਨਾਈਜੇਸ਼ਨ ਜਾਂ ਸਭਾ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਹਦੇ ਵਿੱਚ ਵੱਖ-ਵੱਖ ਲੋਕ ਅਲੱਗ-ਅਲੱਗ ਹੋਣਗੇ, ਇੱਕ ਦੂਸਰੇ ਤੋਂ ਪ੍ਰਭਾਵਿਤ ਹੋਣਗੇ, ਇੱਕ ਦੂਜੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ ਤੇ ਅੰਤਰ ਕਿਰਿਆਵਾਂ ਵੀ ਇਕੱਠੇ ਕਰਨਗੇ ਤੇ ਕੁਝ ਉਦੇਸ਼ ਦੀ ਪੂਰਤੀ ਵਾਸਤੇ ਜੋ ਸਮੂਹ ਹੈ ਇਹਨਾਂ ਦਾ ਨਿਰਮਾਣ ਹੋਏਗਾ। ਇਸ ਕਰਕੇ ਇਹ ਸਥਾਈ ਲਿੰਗ ਸੰਬੰਧੀ ਬੱਚੇ ਪੈਦਾ ਕਰਨਾ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਤੇ ਸਮਾਜ ਦੇ ਵਿੱਚ ਵਿਅਕਤੀਆਂ ਦਾ, ਮਨੁੱਖਾਂ ਦਾ ਸਮਾਜੀਕਰਨ ਕਰਨਾ ਵੀ ਇੱਕ ਪਰਿਵਾਰ ਵਜੋਂ ਹੀ ਇਹ ਸਾਰੇ ਲੋਕ ਉਦਾਂ ਹੀ ਪਛਾਣੇ ਜਾਣ। ਸੋ ਅੱਗੇ ਚੱਲਦੇ ਹਾਂ ਇਸ ਦੀਆਂ ਵਿਸ਼ੇਸ਼ਤਾਵਾਂ। ਸੋ ਸਭ ਤੋਂ ਪਹਿਲਾਂ ਹੈ ਕਿ ਇਹ ਇੱਕ ਵਿਆਪਕ ਸਮੂਹ ਹੈ ਜਾਂ ਇਹ ਸਰਵ ਵਿਆਪਕ ਸਮੂਹ ਹੈ। ਇੱਕ ਸੰਸਥਾ ਹੈ, ਇੱਕ ਸਰਵ ਵਿਆਪਕ ਸਮੂਹ ਹੈ। ਹੁਣ ਸਰਵ ਵਿਆਪਕ ਕਿ ਹਰ ਇੱਕ ਤਰ੍ਹਾਂ, ਹਰ ਇੱਕ ਜਗ੍ਹਾ ਦੇ ਉੱਤੇ, ਹਰ ਇੱਕ ਕਾਲ ਦੇ ਵਿੱਚ ਜੋ ਪਰਿਵਾਰ ਹੈ, ਸਮੂਹ, ਇਹ ਪਾਇਆ ਜਾਂਦਾ ਹੈ। ਭਾਵੇਂ ਜਿਵੇਂ ਪਹਿਲਾਂ ਵੀ ਇਹ ਚੀਜ਼ ਦੀ ਗੱਲ ਹੋਈ ਹੈ, ਭਾਵੇਂ ਲੋਕ ਪਿੰਡਾਂ ਵਿੱਚ ਰਹਿ ਰਹੇ ਹੈ, ਸ਼ਹਿਰਾਂ ਦੇ ਵਿੱਚ ਜਾਂ ਕਬਾਇਲੀ ਸਮਾਜ ਦੇ ਵਿੱਚ ਰਹਿੰਦੇ ਪਏ ਹੈ, ਜਾਂ ਪੁਰਾਣੇ 50 ਸਾਲ ਦੀ ਗੱਲ ਕਰੀਏ, ਅੱਜ ਦੇ ਆਧੁਨਿਕ ਸਮਾਜ ਦੀ ਗੱਲ ਕਰੀਏ, ਜਾਂ ਆਉਣ ਵਾਲੀ ਅਗਲੀ ਪੀੜ੍ਹੀ ਜਾਂ ਅਗਲੇ ਸਦੀ ਦੀ ਗੱਲ ਕਰੀਏ, ਸੋ ਹਰ ਇੱਕ ਪਾਸੇ ਪਰਿਵਾਰ ਪਾਇਆ ਜਾਏਗਾ ਅਤੇ ਸਾਰੀ ਉਮਰ ਹੀ ਪਰਿਵਾਰ ਦਾ ਉਹ ਮੈਂਬਰ ਬਣ ਕੇ ਰਹੇਗਾ। ਇੱਕ ਵਾਰੀ ਇੱਕ ਵਿਅਕਤੀ ਨੇ ਜਿਸ ਪਰਿਵਾਰ ਦੇ ਵਿੱਚ ਪ੍ਰਵੇਸ਼ ਕਰ ਲਿਆ, ਉਹ ਉਸੇ ਪਰਿਵਾਰ ਦਾ ਮੈਂਬਰ ਜਾਣਿਆ ਜਾਏਗਾ ਤੇ ਜਨਮ ਤੋਂ ਲੈ ਕੇ ਮ੍ਰਿਤੂ ਤੱਕ ਉਸੇ ਪਰਿਵਾਰ ਦਾ ਮੈਂਬਰ ਬਣ ਕੇ ਰਹੇਗਾ। ਇਸ ਕਰਕੇ ਹਰ ਇੱਕ ਕਾਲ ਦੇ ਵਿੱਚ ਪਾਇਆ ਜਾਣਾ, ਵਿਅਕਤੀ ਆਪਣੀਆਂ ਜ਼ਰੂਰਤਾਂ ਇਸ ਦੇ ਵਿੱਚ ਪੂਰੀਆਂ ਕਰ ਰਿਹਾ ਹੈ। ਸੋ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਜੋ ਪਰਿਵਾਰ ਹੈ ਉਹ ਇੱਕ ਸਰਵ ਵਿਆਪਕ ਇਕਾਈ ਹੈ, ਇੱਕ ਸਰਵ ਵਿਆਪਕ ਸਮੂਹ ਹੈ। ਉਸ ਤੋਂ ਬਾਅਦ ਪਰਿਵਾਰ ਛੋਟੇ ਆਕਾਰ ਦਾ ਹੁੰਦਾ ਹੈ ਕਿਉਂਕਿ ਪਰਿਵਾਰ ਦੇ ਵਿੱਚ 2 ਪੀੜ੍ਹੀਆਂ ਸ਼ਾਮਿਲ ਹੁੰਦੀਆਂ ਹਨ। ਹੁਣ ਛੋਟੇ ਆਕਾਰ ਦਾ ਉਦਾਹਰਨ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਮਾਤਾ ਪਿਤਾ ਅਤੇ ਉਹਨਾਂ ਦੇ ਬੱਚੇ। ਸੋ ਮਾਤਾ ਪਿਤਾ ਤੇ ਉਹਨਾਂ ਦੇ ਬੱਚੇ ਕੀ ਹੈ, ਇੱਕ ਪਰਿਵਾਰ ਦੇ ਵਿੱਚ ਸ਼ਾਮਿਲ ਹੋਣਗੇ ਜਿਸ ਦੇ ਵਿੱਚ ਨੰਬਰ ਘੱਟ ਹੋਏਗਾ, ਵਿਅਕਤੀਆਂ ਦੀ, ਮਨੁੱਖਾਂ ਦੀ ਗਿਣਤੀ ਘੱਟ ਹੋਏਗੀ। ਇਸ ਕਰਕੇ ਕਹਿ ਸਕਦੇ ਹਾਂ ਕਿ ਇਹ ਇੱਕ ਛੋਟਾ ਸਮੂਹ ਹੈ ਜਾਂ ਇਸ ਦਾ ਆਕਾਰ ਛੋਟਾ ਹੈ ਕਿਉਂਕਿ ਇਸ ਦੇ ਵਿੱਚ ਰਕਤ ਸੰਬੰਧੀ ਜਾਂ ਵਿਆਹ ਸੰਬੰਧੀ ਸੰਬੰਧ ਸ਼ਾਮਿਲ ਹੁੰਦੇ ਹਨ। ਤੇ ਸੰਯੁਕਤ ਪਰਿਵਾਰ ਦੀ ਥਾਂ ਅੱਜ ਕੱਲ੍ਹ ਕੇਂਦਰੀ ਪਰਿਵਾਰ ਨੇ ਲੈ ਲਈ ਹੈ। ਇਸ ਕਰਕੇ ਜੋ ਆਧੁਨਿਕ ਸਮਾਜ ਦੇ ਵਿੱਚ ਹੈ, ਇਸ ਕਰਕੇ ਇਹਨਾਂ ਦਾ ਆਕਾਰ ਹੁਣ ਜ਼ਿਆਦਾ ਸੀਮਿਤ ਹੋ ਗਿਆ। ਜਿਵੇਂ ਪਹਿਲਾਂ ਜੁਆਇੰਟ ਫੈਮਿਲੀਜ਼ ਚੱਲਦੀਆਂ ਸੀ, ਸੰਯੁਕਤ ਪਰਿਵਾਰ ਚੱਲਦੇ ਸੀ, ਹੁਣ ਕੇਂਦਰੀ ਪਰਿਵਾਰ ਚੱਲਣ ਲੱਗ ਗਏ। ਸੋ ਕੇਂਦਰੀ ਪਰਿਵਾਰ ਜਿਸ ਦੇ ਨੰਬਰ ਘੱਟ ਹੋਏਗਾ, ਪਤੀ ਪਤੀ ਅਤੇ ਉਹਨਾਂ ਦੇ ਅਣਵਿਆਹੇ ਬੱਚੇ। ਸੋ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਪਰਿਵਾਰ ਹੁਣ ਛੋਟੇ ਆਕਾਰ ਦਾ ਹੀ ਰਹਿ ਗਿਆ ਹੈ। ਥਰਡ ਪੁਆਇੰਟ, ਇਸ ਦਾ ਕੀ ਹੈ, ਭਾਵਨਾਤਮਕ ਆਧਾਰ ਹੈ। ਜੋ ਪਰਿਵਾਰ ਹੈ ਉਹ ਭਾਵਨਾਵਾਂ ਦੇ ਉੱਤੇ ਆਧਾਰਿਤ ਹੁੰਦਾ ਹੈ ਕਿਉਂਕਿ ਹਰ ਇੱਕ ਸੰਬੰਧ ਨੂੰ ਅੱਗੇ ਚਲਾਉਣ ਲਈ ਜ਼ਰੂਰੀ ਹੈ ਭਾਵਨਾਵਾਂ ਦਾ ਹੋਣਾ। ਹਰ ਇੱਕ ਜੋ ਇਕਾਈ ਹੈ ਉਸ ਨੂੰ ਭਾਵਨਾਵਾਂ ਮਜ਼ਬੂਤ ਕਰਦੀਆਂ ਹਨ। ਸੋ ਇਸ ਕਰਕੇ ਜਿਵੇਂ ਦੇਖਿਆ ਗਿਆ ਕਿ ਪਰਿਵਾਰ ਇੱਕ ਮਹੱਤਵਪੂਰਨ ਇਕਾਈ ਹੈ, ਇੱਕ ਮੁੱਢਲਾ ਸਮੂਹ ਹੈ, ਇੱਕ ਬੇਸਿਕ ਪਾਰਟ ਹੈ ਸੁਸਾਇਟੀ ਦਾ, ਜਿਸ ਦੇ ਨਾਲ ਸੁਸਾਇਟੀ ਆਪਣੀ ਅੱਗੇ ਚੱਲ ਰਹੀ ਹੈ, ਵੱਧ ਰਿਹਾ ਸਮਾਜ ਆਪਣਾ। ਇਸ ਕਰਕੇ ਇਹ ਦੇਖਣ ਨੂੰ ਮਿਲਿਆ ਕਿ ਵਿਅਕਤੀ ਆਪਣੀਆਂ ਭਾਵਨਾਵਾਂ ਦਾ ਵਿਕਾਸ ਵੀ ਪਰਿਵਾਰ ਦੇ ਵਿੱਚ ਹੀ ਕਰਦਾ ਹੈ, ਜਿਵੇਂ ਪਿਆਰ, ਸਹਿਯੋਗ, ਸਤਿਕਾਰ, ਹਮਦਰਦੀ। ਇਹ ਸਾਰੀਆਂ ਚੀਜ਼ਾਂ ਪਰਿਵਾਰ ਦੇ ਵਿੱਚ ਹੀ ਸਿਖਾਈਆਂ ਜਾਂਦੀਆਂ ਹਨ ਅਤੇ ਪਰਿਵਾਰ ਦੇ ਵਿੱਚ ਵਿਅਕਤੀ ਆਪੇ ਹੀ ਇਸ ਭਾਵਨਾਵਾਂ ਦੇ ਵਿੱਚ ਵਹਿੰਦਾ ਜਾਂਦਾ ਹੈ। ਸੋ ਇਹਨਾਂ ਕਾਰਨਾਂ ਕਾਰਨ ਹੀ ਪਰਿਵਾਰ ਦੇ ਵਿੱਚ ਸਮਾਜ ਦੀ ਤਰੱਕੀ ਹੋ ਰਹੀ ਹੈ ਜਾਂ ਸਮਾਜ ਇੱਕ ਪ੍ਰਗਤੀ ਦੇ ਵੱਲ ਵੱਧ ਰਿਹਾ ਹੈ ਤੇ ਜਿਸ ਦੇ ਵਿੱਚ ਪਰਿਵਾਰ ਇੱਕ ਬਹੁਤ ਮਹੱਤਵਪੂਰਨ ਯੋਗਤਾ ਜਾਂ ਯੋਗਦਾਨ ਨਿਭਾ ਰਿਹਾ ਹੈ। ਇਸ ਤੋਂ ਇਲਾਵਾ ਸਮਾਜਿਕ ਢਾਂਚੇ ਦੇ ਵਿੱਚ ਇਸ ਦਾ ਕੇਂਦਰੀ ਸਥਾਨ ਹੈ। ਕੇਂਦਰੀ ਸਥਾਨ ਹੋਣਾ ਕਿ ਇੱਕ ਬੇਸਿਕ ਜਾਂ ਸਭ ਤੋਂ ਮੁੱਢਲਾ ਸਥਾਨ ਹੈ। ਸਮਾਜਿਕ ਢਾਂਚਾ, ਜਿਵੇਂ ਪਹਿਲਾਂ ਵੀ ਇਸ ਇੱਕ ਟੌਪਿਕ ਦੇ ਵਿੱਚ ਗੱਲ ਹੋਈ ਹੈ ਕਿ ਜੋ ਆਪਣਾ ਸਮਾਜ ਹੈ ਉਹ ਢਾਂਚੇ ਦੇ ਰੂਪ ਦੇ ਵਿੱਚ ਹੈ, ਸਮਾਜਿਕ ਆਕਾਰ ਦੇ ਵਿੱਚ ਹੈ। ਇਸ ਦੀ ਕੋਈ ਮੂਰਤ ਨਹੀਂ ਹੈ ਸਮਾਜ ਦੀ। ਇਸ ਤੋਂ ਐਵੇਂ ਨਹੀਂ ਕਹਿ ਸਕਦੇ ਕਿ ਹਾਂ ਇਹ ਸਰਕਲ ਹੈ ਜਾਂ ਇਹ ਰੈਕਟੈਂਗਲ ਸ਼ੇਪ ਦਾ ਹੈ। ਨੋ, ਇਹਦੀ ਕੋਈ ਸ਼ੇਪ ਨਹੀਂ ਹੈ, ਪਰ ਫਿਰ ਵੀ ਇਹ ਇੱਕ ਢਾਂਚੇ ਦੇ ਵਾਂਗ ਹੈ। ਇੱਕ ਢਾਂਚੇ ਦੇ ਵਾਂਗ ਵਿਅਕਤੀ ਆਪਣੀ ਭੂਮਿਕਾ ਨਿਭਾ ਰਿਹਾ ਹੈ, ਆਪਣੀ ਸਥਿਤੀ ਦੇ ਉੱਤੇ ਹੈ, ਜਿਸ ਦੇ ਨਾਲ ਸਮਾਜ ਅੱਗੇ ਚੱਲਦਾ ਹੈ। ਸੋ ਜੋ ਸਮਾਜਿਕ ਸੰਰਚਨਾ ਹੈ ਉਸ ਦੇ ਵਿੱਚ ਪਰਿਵਾਰ ਦਾ ਇੱਕ ਕੇਂਦਰੀ ਸਥਾਨ ਹੈ ਕਿਉਂਕਿ ਸਮਾਜ ਦਾ ਪੂਰਾ ਢਾਂਚਾ ਹੀ ਪਰਿਵਾਰ ਉੱਤੇ ਨਿਰਭਰ ਕਰਦਾ ਹੈ। ਸਮਾਜ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਹਰ ਇੱਕ ਵਿਅਕਤੀ ਦੂਸਰੇ ਉੱਤੇ ਨਿਰਭਰ ਕਰ ਰਿਹਾ ਹੈ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਤੇ ਦੂਜੇ ਨੂੰ ਵੀ ਮਦਦ ਕਰਦਾ ਕਿ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ। ਇਸ ਕਰਕੇ ਇਹ ਚੀਜ਼ ਦੇਖਣ ਨੂੰ ਮਿਲੀ ਹੈ ਕਿ ਜੋ ਸਮਾਜਿਕ ਢਾਂਚਾ ਹੈ, ਜੋ ਸਮਾਜ ਦੇ ਵਿੱਚ ਇੱਕ ਢਾਂਚਾ ਬਣਾਇਆ ਹੋਇਆ ਜਿਸ ਦੇ ਵਿੱਚ ਵਿਅਕਤੀ ਆਪਣੀ ਭੂਮਿਕਾ ਜਾਂ ਆਪਣੇ
ਆਪਣੀ ਪੋਜੀਸ਼ਨ ਦੇ ਅਨੁਸਾਰ, ਆਪਣੇ ਸਥਾਨ ਦੇ ਅਨੁਸਾਰ ਕੰਮ ਕਰ ਰਿਹਾ ਹੈ, ਅੰਤਰ ਕਿਰਿਆਵਾਂ ਕਰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿੱਥੇ ਵਿਅਕਤੀ ਨਿਭਾ ਰਿਹਾ ਹੈ, ਉੱਥੇ ਕੀ ਹੈ, ਵਿਅਕਤੀ ਦੇ ਸਾਰੇ ਕੰਮ ਹੀ ਪਰਿਵਾਰ ਦੇ ਵਿੱਚ ਪੂਰੇ ਕੀਤੇ ਜਾ ਰਹੇ ਹੈ, ਤੇ ਹੋਰ ਕੋਈ ਵੀ ਸੰਸਥਾ ਇਸ ਸੰਸਥਾ ਦੀ ਥਾਂ ਨਹੀਂ ਲੈ ਸਕਦੀ। नो डाउट कि ਇਹ ਕਹਿ ਸਕਦੇ ਹਾਂ ਕਿ ਸਮਾਜ ਦੇ ਵਿੱਚ ਕਈ ਤਰ੍ਹਾਂ ਦੀਆਂ ਸੰਸਥਾਵਾਂ ਹੈ, ਜਿਵੇਂ ਪਰਿਵਾਰ ਤੋਂ ਇਲਾਵਾ ਵਿਆਹ ਹੈ, ਨਾਤੇਦਾਰੀ, ਧਾਰਮਿਕ ਸੰਸਥਾਵਾਂ ਹੋ ਗਈਆਂ, ਰਾਜਨੀਤਿਕ ਸੰਸਥਾ ਹੈ, ਕੋਈ ਪੋਲੀਟੀਕਲ ਪਾਰਟੀ ਹੈ, ਕਿਸੇ ਵੀ ਧਰਮ, ਕੋਈ ਵੀ ਜਾਤ ਦੀ ਗੱਲ ਕਰੀਏ। ਲੇਕਿਨ ਜੋ ਪਰਿਵਾਰ ਹੈ ਉਹ ਇੱਦਾਂ ਦੀ ਇੱਕ ਮੁੱਢਲੀ ਇਕਾਈ ਹੈ, ਇੱਦਾਂ ਦੀ ਸੰਸਥਾ ਹੈ ਜਿਸ ਦੀ ਜਗ੍ਹਾ ਕੋਈ ਹੋਰ ਸੰਸਥਾ ਨਹੀਂ ਲੈ ਸਕਦੀ, ਭਾਵੇਂ ਸਮਾਜ ਦੇ ਵਿੱਚ ਕਿੰਨੀਆਂ ਹੀ ਤਰ੍ਹਾਂ ਦੀਆਂ ਸੰਸਥਾ ਕਿਉਂ ਨਾ ਹੋਣ, ਕਿਉਂਕਿ ਹੋਰ ਕੋਈ ਸੰਸਥਾ ਉਹ ਕੰਮ ਪੂਰੇ ਨਹੀਂ ਕਰ ਸਕਦੀ ਜੋ ਪਰਿਵਾਰ ਕਰਦਾ। ਜਿਵੇਂ ਵਿਅਕਤੀ ਦਾ ਵਿਕਾਸ ਕਰਨਾ, ਵਿਅਕਤੀ ਦਾ ਮਾਨਸਿਕ ਤੌਰ ਤੇ ਵਿਕਾਸ ਕਰਨਾ, ਵਿਅਕਤੀ ਨੂੰ ਇੱਕ ਭਾਵਨਾਤਮਕ ਆਧਾਰ ਦੇਣਾ ਜਾਂ ਉਸ ਦੀਆਂ ਭਾਵਨਾਵਾਂ ਨੂੰ ਸਮਝਣਾ, ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਸਮਾਜਿਕ ਢਾਂਚੇ ਵਿੱਚ ਜੋ ਪਰਿਵਾਰ ਹੈ ਉਸਦਾ ਇੱਕ ਕੇਂਦਰੀ ਸਥਾਨ ਹੈ। ਸੋ ਪਰਿਵਾਰ ਦਾ ਰਚਨਾਤਮਕ ਪ੍ਰਭਾਵ ਹੁੰਦਾ ਹੈ। ਰਚਨਾਤਮਕ ਪ੍ਰਭਾਵ, ਕਿਉਂਕਿ ਰਚਨਾ ਸ਼ਬਦ ਤੋਂ ਮਿਲ ਕੇ ਬਣਿਆ ਇਹ। ਸੋ ਜਿੱਥੇ ਇੱਕ ਵਿਅਕਤੀ ਸਮਾਜ ਦੇ ਵਿੱਚ ਅੰਤਰ ਕਿਰਿਆਵਾਂ ਕਰੇਗਾ, ਸਮਾਜ ਦੇ ਨਿਯਮਾਂ ਦੇ ਅਨੁਸਾਰ ਚੱਲੇਗਾ, ਉਹ ਉਸੇ ਢੰਗ ਦੇ ਨਾਲ ਸਮਾਜ ਦੇ ਵਿੱਚ ਉਦਾਂ ਹੀ ਬਿਹੇਵ ਕਰਨਾ ਸ਼ੁਰੂ ਕਰ ਦੇਗਾ। ਇਸ ਕਰਕੇ ਬੱਚੇ ਦਾ ਵਿਕਾਸ ਹੋਣਾ, ਉਸਦੇ ਵਿਅਕਤੀਤਵ ਦਾ ਵਿਕਾਸ, ਉਸਦੀ ਪਰਸਨੈਲਿਟੀ ਡਿਵੈਲਪ ਹੋਣਾ, ਸਮਾਜ ਦੇ ਵਿੱਚ ਉਸਨੇ ਕਿਸ ਤਰ੍ਹਾਂ ਨਾਲ ਰਹਿਣਾ ਹੈ, ਉਹਦਾ ਰਹਿਣ ਸਹਿਣ, ਵਿਵਹਾਰ ਕਰਨ ਦਾ ਢੰਗ। ਸੋ ਬੱਚਾ ਜੋ ਕੁਝ ਵੀ ਸਿੱਖ ਰਿਹਾ ਹੈ ਉਹ ਪਰਿਵਾਰ ਦੇ ਵਿੱਚ ਰਹਿ ਕੇ ਹੀ ਸਿੱਖਦਾ ਹੈ, ਕਿਉਂਕਿ ਜੋ ਮੁੱਢਲੀ ਸਿੱਖਿਆ ਹੈ ਉਸਨੂੰ ਪਰਿਵਾਰ ਹੀ ਦੇ ਰਿਹਾ ਹੈ। ਕਿਵੇਂ ਖਾਣਾ ਖਾਣਾ, ਕਿਵੇਂ ਬੈਠਣਾ, ਕਿਵੇਂ ਵੱਡਿਆਂ ਦਾ ਆਦਰ ਕਰਨਾ, ਛੋਟਿਆਂ ਨਾਲ ਪਿਆਰ ਸਤਿਕਾਰ ਕਰਨਾ, ਇਹ ਸਾਰੀਆਂ ਚੀਜ਼ਾਂ, ਜਾਂ ਜਿਵੇਂ ਝੂਠ ਨਹੀਂ ਬੋਲਣਾ, ਜਾਂ ਜੋ ਕੁਝ ਵੀ ਪਰਿਵਾਰ ਦੇ ਮੈਂਬਰ, ਮਾਤਾ ਪਿਤਾ, ਦਾਦਾ ਦਾਦੀ ਜਾਂ ਕੋਈ ਵੀ ਪਰਿਵਾਰਕ ਮੈਂਬਰ ਸਿਖਾਉਂਦਾ, ਉਹ ਬੱਚਾ ਆਪਣੀ ਮੁੱਢਲੀ ਸਿੱਖਿਆ ਪਰਿਵਾਰ ਤੋਂ ਹੀ ਲੈ ਰਿਹਾ, ਜਿਸ ਨਾਲ ਉਸਦੀ ਜੋ ਸ਼ਖਸੀਅਤ ਹੈ ਉਹ ਸਹੀ ਬਣ ਕੇ ਆ ਰਹੀ ਹੈ, ਜਿਸ ਦੇ ਨਾਲ ਬੱਚੇ ਦਾ ਵਿਕਾਸ ਹੋ ਰਿਹਾ ਹੈ, ਉਸਦੇ ਵਿਅਕਤੀਤਵ ਦਾ ਵਿਕਾਸ ਹੁੰਦਾ, ਭਾਵੇਂ ਉਹ ਅੰਦਰੂਨੀ ਹੈ ਭਾਵੇਂ ਬਾਹਰੀ ਹੈ, ਤੇ ਬੱਚਾ ਸਮਾਜ ਦੇ ਵਿੱਚ ਰਹਿਣਾ ਸਹਿਣਾ ਸਿੱਖ ਜਾਂਦਾ ਹੈ। ਇਸ ਕਰਕੇ ਉਸਨੂੰ ਵਿਵਹਾਰ ਕਰਨ ਬਾਰੇ ਵੀ ਸਮਾਜ ਦੇ ਵਿੱਚ ਰਹਿ ਕੇ, ਪਰਿਵਾਰ ਦੇ ਵਿੱਚ ਰਹਿ ਕੇ ਪਤਾ ਲੱਗਦਾ ਹੈ, ਕਿਉਂਕਿ ਪਰਿਵਾਰ ਦੇ ਵਿੱਚ ਹਰ ਇੱਕ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਂਦਾ ਹੈ, ਹਰ ਇੱਕ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ। ਇਸ ਤੋਂ ਅੱਗੇ ਚੱਲਾਂਗੇ ਤਾਂ ਵਿਸ਼ੇਸ਼ਤਾਵਾਂ ਦੇ ਵਿੱਚ ਦੇਖਾਂਗੇ ਕਿ ਇਸ ਦੇ ਵਿੱਚ ਜਿਨਸੀ ਸੰਬੰਧ ਜਾਂ ਫਿਰ ਯੌਨ ਸੰਬੰਧ, ਲੈਂਗਿਕ ਸੰਬੰਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੁੰਦੀ ਹੈ, ਕਿਉਂਕਿ ਹਰ ਇੱਕ, ਜੇ ਆਪਾਂ ਵਿਆਹ ਦੀ ਗੱਲ ਕਰੀਏ ਤਾਂ ਵਿਆਹ ਵੀ ਇੱਕ ਇੱਦਾਂ ਦੀ ਸੰਸਥਾ ਹੀ ਹੈ ਜਿਸ ਦੇ ਵਿੱਚ ਹਸਬੈਂਡ ਜਾਂ ਵਾਈਫ ਜਾਂ ਪਤੀ ਪਤਨੀ, ਸਮਾਜ ਦੁਆਰਾ ਉਹਨਾਂ ਨੂੰ ਪ੍ਰਵਾਨਗੀ ਮਿਲੀ ਹੋਈ ਹੁੰਦੀ ਹੈ। ਸੋ ਉਸ ਤੋਂ ਬਾਅਦ ਅੱਗੇ ਜਦ ਉਹਨਾਂ ਦੇ ਬੱਚੇ ਪੈਦਾ ਹੁੰਦੇ ਆ ਤਦ ਉਹ ਇੱਕ ਪਰਿਵਾਰ ਬਣ ਜਾਂਦਾ ਹੈ, ਉਸ ਸੰਸਥਾ ਨੂੰ ਪਰਿਵਾਰ ਦਾ ਨਾਮ ਦੇ ਦਿੱਤਾ ਜਾਂਦਾ ਹੈ। ਸੋ ਪਰਿਵਾਰ ਕੀ ਹੈ, ਵਿਆਹ ਨਾਲ ਪਰਿਵਾਰ ਦਾ ਨਿਰਮਾਣ ਹੁੰਦਾ ਹੈ, ਜਿਸ ਦੇ ਵਿੱਚ ਯੌਨ ਸੰਬੰਧ ਜਾਂ ਲੈਂਗਿਕ ਸੰਬੰਧ ਸਮਾਜ ਵੱਲੋਂ ਮਾਨਤਾ ਪ੍ਰਾਪਤ ਕੀਤੇ ਗਏ ਹੁੰਦੇ ਹਨ, ਕਿ ਜੇ ਇੱਕ ਪਤੀ ਜਾਂ ਇੱਕ ਲੜਕਾ ਜਾਂ ਲੜਕੀ ਜਦ ਉਹਨਾਂ ਦਾ ਵਿਆਹ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਹੁੰਦੇ ਆ, ਫਿਰ ਉਹ ਇੱਕ ਪਰਿਵਾਰ ਬਣੇਗਾ ਤੇ ਉਸ ਪਰਿਵਾਰ ਨੂੰ ਸਮਾਜ ਦੁਆਰਾ ਮਾਨਤਾ ਦਿੱਤੀ ਗਈ ਹੁੰਦੀ ਹੈ। ਇਸ ਤੋਂ ਅੱਗੇ ਚੱਲਾਂਗੇ ਤਾਂ ਅਗਲਾ ਪੁਆਇੰਟ ਹੈ ਕਿ ਪਰਿਵਾਰ ਆਪਣੇ ਮੈਂਬਰਾਂ ਦੀ ਜ਼ਿੰਮੇਵਾਰੀ ਲੈਂਦਾ ਹੈ। ਜਿੰਨੇ ਵੀ ਮੈਂਬਰ ਪਰਿਵਾਰ ਜਾਂ ਜਿਸਨੇ ਵੀ ਇੱਕ ਜਨਮ ਲੈ ਲਿਆ ਇੱਕ ਪਰਿਵਾਰ ਦੇ ਵਿੱਚ, ਉਸੇ ਪਰਿਵਾਰ ਦਾ ਹਿੱਸਾ ਬਣ ਕੇ ਰਹੇਗਾ। ਸੋ ਪਰਿਵਾਰ ਆਪਣੇ ਮੈਂਬਰਾਂ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਕੋਈ ਵੀ ਲੋੜ ਹੈ, ਕੋਈ ਜ਼ਰੂਰਤ ਹੈ ਤਾਂ ਉੱਥੇ ਪਰਿਵਾਰ ਦੇ ਮੈਂਬਰ ਹੀ ਖੜੇ ਹੋਣਗੇ ਕਿ ਉਹ ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ, ਪਰਿਵਾਰਿਕ ਮੈਂਬਰ ਨੂੰ ਕਿਸੇ ਚੀਜ਼ ਦੀ ਵੀ ਘਾਟ ਹੈ, ਕਮੀ ਹੈ, ਸੋ ਉਹ ਚੀਜ਼ਾਂ ਉਹਨਾਂ ਨੂੰ ਉਪਲਬਧ ਕਰਵਾਉਣ। ਇਸ ਕਰਕੇ ਇੱਕ ਦੂਜੇ ਨਾਲ ਲੋਕਾਂ ਦੇ ਜਾਂ ਪਰਿਵਾਰਿਕ ਮੈਂਬਰਾਂ ਦੇ ਜਾਂ ਤਾਂ ਖੂਨ ਦੇ ਸੰਬੰਧ ਹੋਣਗੇ ਜਾਂ ਵਿਆਹ ਦੇ ਸੰਬੰਧ ਹੋਣਗੇ, ਤੇ ਵਿਅਕਤੀ ਇਹਨਾਂ ਸੰਬੰਧਾਂ ਨਾਲ ਹੀ ਬੰਨਿਆ ਹੋਇਆ ਹੁੰਦਾ ਹੈ, ਜਿਸ ਕਾਰਨ ਇੱਕ ਦੂਜੇ ਦੇ ਪ੍ਰਤੀ ਉਹ ਆਪਣੀ ਜ਼ਿੰਮੇਵਾਰੀ ਆਪੇ ਹੀ ਲੈ ਲੈਂਦੇ ਹਨ। ਜਿਵੇਂ ਮਾਤਾ ਪਿਤਾ ਬੱਚਿਆਂ ਨੂੰ ਪੈਦਾ ਕਰਨਾ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ, ਹਰ ਇੱਕ ਪਰਿਵਾਰਿਕ ਮੈਂਬਰ ਦਾ ਦੇਖਭਾਲ ਕਰਨਾ, ਆਰਥਿਕ ਸੁਰੱਖਿਆ ਪ੍ਰਦਾਨ ਕਰਨਾ, ਤੇ ਹਰ ਇੱਕ ਤਰ੍ਹਾਂ ਦੀ ਸੁਰੱਖਿਆ ਪਰਿਵਾਰ ਦੇ ਵਿੱਚ ਦਿੱਤੀ ਜਾ ਰਹੀ ਹੈ। ਇਸ ਕਰਕੇ ਹਰ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਵੀ ਪਰਿਵਾਰ ਹੀ ਲੈਂਦਾ ਹੈ। ਪਰਿਵਾਰ ਦੇ ਮੈਂਬਰ ਇੱਕ ਦੂਜੇ ਦੇ ਪ੍ਰਤੀ ਜ਼ਿੰਮੇਵਾਰੀ ਲੈਂਦੇ ਹਨ, ਕਿਉਂਕਿ ਇਸ ਦੇ ਵਿੱਚ ਵਿਅਕਤੀਗਤ ਪ੍ਰਗਤੀ ਬਾਰੇ ਨਹੀਂ ਦੇਖਿਆ ਜਾਂਦਾ, ਬਲਕਿ ਸਮੂਹਿਕ ਪ੍ਰਗਤੀ ਬਾਰੇ ਸੋਚਿਆ ਜਾਂਦਾ। ਜੇ ਇੱਕ ਵਿਅਕਤੀ ਸਿਰਫ ਆਪਣਾ ਹੀ ਫਾਇਦਾ ਜਾਂ ਆਪਣੇ ਹੀ ਵਿਕਾਸ ਬਾਰੇ ਸੋਚੇਗਾ ਤਾਂ ਉਹ ਇੱਕ ਪਰਿਵਾਰ ਦੀ ਵਿਸ਼ੇਸ਼ਤਾ ਨਹੀਂ ਮੰਨੀ ਜਾਏਗੀ, ਕਿਉਂਕਿ ਪਰਿਵਾਰ ਦੇ ਵਿੱਚ ਕੀ ਹੈ, ਇੱਕ ਦੂਸਰੇ ਦੀ ਟੇਕ ਕੇਅਰ ਕਰਨਾ, ਇੱਕ ਦੂਸਰੇ ਦੇ ਭਾਵਨਾਵਾਂ ਦਾ ਸਤਿਕਾਰ ਕਰਨਾ, ਇੱਕ ਦੂਜੇ ਦੀ ਹੈਲਪ ਕਰਨਾ, ਇੱਕ ਦੂਜੇ ਨੂੰ ਸੁਰੱਖਿਆ ਪ੍ਰਦਾਨ ਕਰਨਾ। ਇਸ ਕਰਕੇ ਮੈਂਬਰਾਂ ਦੀ ਜ਼ਿੰਮੇਵਾਰੀ ਲੈਣ ਦੇ ਵਿੱਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਪਰਿਵਾਰ ਦੇ ਮੈਂਬਰ ਆਪਣਾ ਹੀ ਵਿਅਕਤੀਗਤ ਪ੍ਰਗਤੀ ਨੂੰ ਨਾ ਦੇਖਦੇ ਹੋਏ ਜਾਂ ਉਸਨੂੰ ਅਲੱਗ ਤੋਂ ਰੱਖਦੇ ਹੋਏ, ਸਾਈਡ ਤੇ ਰੱਖਦੇ ਹੋਏ,
ਸਮੂਹਿਕ ਜਾਂ ਸਮਾਜਿਕ ਪ੍ਰਗਤੀ ਵੱਲ ਦੇਖਣ, ਤਾਂ ਕਿ ਉਹ ਦੂਜੇ ਲੋਕਾਂ ਦੀ ਭਲਾਈ ਵੀ ਕਰ ਸਕਣ। ਹਰ ਪਰਿਵਾਰ ਦਾ ਇੱਕ ਨਾਮ ਹੁੰਦਾ ਹੈ। ਹਰ ਇੱਕ ਨਾਮ, ਜਿਵੇਂ ਸਰਨੇਮ ਹੈ, ਜੋ ਉਪਨਾਮ ਹੁੰਦਾ ਹੈ, ਉਹ ਇੱਕ ਵਿਅਕਤੀ ਨੂੰ ਪਰਿਵਾਰ ਦੇ ਵਿੱਚ ਰਹਿ ਕੇ ਜਨਮ ਤੋਂ ਹੀ ਮਿਲ ਜਾਂਦਾ ਹੈ, ਜਿਸ ਦੇ ਕੁਝ ਨਿਯਮ ਹੁੰਦੇ ਹਨ, ਉਹ ਨਿਯਮਾਂ ਨੂੰ ਪਾਲਣਾ ਉਹਦੀ ਕਰਨੀ ਪੈਂਦੀ ਹੈ, ਤੇ ਇਹ ਚੀਜ਼ਾਂ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੀਆਂ ਜਾਂਦੀਆਂ ਹਨ। ਕਿਉਂਕਿ ਪਰਿਵਾਰ ਇੱਕ ਐਦਾਂ ਦੀ ਇਕਾਈ ਹੈ ਜੋ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ, ਉਸ ਦੇ ਵਿੱਚ ਲੋਕ ਜਾਂ ਮਨੁੱਖ ਜੁੜਦੇ ਜਾਂਦੇ ਹਨ, ਵਿਅਕਤੀ ਜੁੜਦੇ ਜਾਂਦੇ ਹਨ। ਤੇ ਜਿਵੇਂ ਇੱਕ ਵਿਅਕਤੀ ਦਾ ਜਨਮ ਹੋ ਰਿਹਾ ਤੇ ਕਿਤੇ ਇੱਕ ਵਿਅਕਤੀ ਦੀ ਮ੍ਰਿਤੂ ਹੋ ਰਹੀ ਹੈ। ਸੋ ਸਮਾਜ ਹੀ ਆਪਣਾ ਉਦਾਂ ਦਾ ਹੀ ਹੈ ਕਿ ਇੱਕ ਵਿਅਕਤੀ ਦੂਸਰੇ ਵਿਅਕਤੀ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਇਹ ਚੀਜ਼ਾਂ ਨੂੰ ਸੌਂਪਿਆ ਜਾਂਦਾ। ਸੋ ਪੀੜ੍ਹੀ ਦਰ ਪੀੜ੍ਹੀ ਇਹ ਚੀਜ਼ਾਂ ਅੱਗੇ ਚੱਲਦੀਆਂ ਜਾਂਦੀਆਂ ਹਨ। ਅਗਲਾ ਪੁਆਇੰਟ ਹੈ ਸਮਾਜਿਕ ਸੰਸਥਾ, ਜਾਂ ਇਹ ਇੱਕ ਤਰ੍ਹਾਂ ਦਾ ਸਮਾਜਿਕ ਸੰਗਠਨ ਹੈ। ਸੋ ਇੱਕ ਤਰ੍ਹਾਂ ਦਾ ਸੰਗਠਨ ਹੈ ਜਿਸ ਦੇ ਵਿੱਚ ਵਿਅਕਤੀ ਰਹਿੰਦੇ ਹੋਏ ਆਪਣੇ ਜੋ ਨਿਯਮ ਹੈ ਸਮਾਜ ਦੇ, ਸੰਸਕ੍ਰਿਤੀ ਹੈ, ਪਰੰਪਰਾਵਾਂ, ਆਦਰਸ਼, ਮੁੱਲ, ਇਹ ਸਾਰੀਆਂ ਚੀਜ਼ਾਂ ਸਿੱਖਦਾ। ਕਿਵੇਂ ਇੱਕ ਦੂਸਰੇ ਤੋਂ ਜਾਣਕਾਰੀ ਲੈਣੀ ਹੈ, ਜਾਂ ਸਮਾਜ ਦੇ ਵਿੱਚ ਕਿਵੇਂ ਸਰਵਾਈਵ ਕਰਨਾ ਹੈ, ਕਿਵੇਂ ਸਮਾਜ ਦੇ ਵਿੱਚ ਜੀਣਾ ਹੈ, ਸਮਾਜ ਨੂੰ ਜਾਂ ਆਪਣੇ ਆਪ ਨੂੰ ਇੱਕ ਸਹੀ ਦਿਸ਼ਾ ਦੇ ਵਿੱਚ ਲੈ ਕੇ ਜਾਣ ਲਈ ਵੀ ਪਰਿਵਾਰ ਬਹੁਤ ਫਾਇਦੇਮੰਦ ਹੈ। ਕਿਉਂਕਿ ਪਰਿਵਾਰ ਦੇ ਵਿੱਚ ਰਹਿ ਕੇ ਇੱਕ ਵਿਅਕਤੀ ਬਹੁਤ ਕੁਝ ਸਿੱਖਦਾ ਹੈ, ਉਹਦੀ ਸ਼ਖਸੀਅਤ ਦਾ ਵਿਕਾਸ ਹੋ ਰਿਹਾ, ਉਹਦਾ ਸਮਾਜੀਕਰਨ ਹੋ ਰਿਹਾ। ਹੁਣ ਸਮਾਜੀਕਰਨ ਕੀ ਹੈ? ਸਮਾਜੀਕਰਨ ਹੈ ਕਿ ਇੱਕ ਵਿਅਕਤੀ, ਇਹ ਇੱਕ ਸਿੱਖਣ ਦੀ ਪ੍ਰਕਿਰਿਆ ਹੈ। ਇੱਕ ਵਿਅਕਤੀ ਸਿੱਖ ਰਿਹਾ ਕਿ ਉਸਨੇ ਦੂਜੇ ਵਿਅਕਤੀਆਂ ਨਾਲ ਕਿਵੇਂ ਸਮਾਜ ਦੇ ਵਿੱਚ ਰਹਿ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ, ਜਾਂ ਉਹਨੇ ਕੀ ਕੀ ਚੀਜ਼ਾਂ ਸਿੱਖਣੀਆਂ ਹੈ, ਕੀ ਕੀ ਚੀਜ਼ਾਂ ਲਰਨ ਕਰਨੀਆਂ। ਸੋ ਇਸ ਕਰਕੇ ਕਿਹਾ ਜਾਂਦਾ ਕਿ ਇੱਕ ਤਰ੍ਹਾਂ ਦਾ ਸਮਾਜਿਕ ਸੰਸਥਾ ਹੈ, ਸਮਾਜ ਦੇ ਵਿੱਚ ਪੈਦਾ ਹੋਣ ਵਾਲੀ ਇੱਕ ਸੰਸਥਾ ਹੈ, ਲੋਕਾਂ ਦੁਆਰਾ ਬਣਾਈ ਇੱਕ ਸੰਸਥਾ ਹੈ, ਜਿਸ ਦੇ ਵਿੱਚ ਲੋਕਾਂ ਦੇ ਮੇਲ ਜੋਲ ਨੂੰ, ਲੋਕਾਂ ਦੇ ਇਕੱਠ ਨੂੰ ਇੱਕ ਪਰਿਵਾਰ ਦਾ ਨਾਮ ਦਿੱਤਾ ਗਿਆ ਹੈ, ਤੇ ਲੋਕ ਇਸ ਦੇ ਵਿੱਚ ਰਹਿਣ ਦੇ ਨਿਯਮ ਸਿੱਖਦੇ ਹਨ। ਰਹਿਣ ਸਹਿਣ ਦੇ ਨਿਯਮਾਂ ਨੂੰ ਸਿੱਖਣਾ, ਸੰਸਕ੍ਰਿਤਿਕ ਨਿਯਮ ਸਿੱਖਣਾ, ਪਰੰਪਰਾਵਾਂ, ਰੀਤੀ ਰਿਵਾਜ, ਮੁੱਲ, ਕਦਰਾਂ ਕੀਮਤਾਂ ਨੂੰ ਸਿੱਖਣਾ, ਤੇ ਇਹ ਸਾਰੀ ਜਾਣਕਾਰੀ ਕੌਣ ਪ੍ਰਾਪਤ ਕਰਦਾ ਹੈ? ਪਰਿਵਾਰ। ਜਾਂ ਕੌਣ ਇੱਕ ਵਿਅਕਤੀ ਨੂੰ ਦੇ ਰਿਹਾ ਹੈ? ਪਰਿਵਾਰ। ਕਿਉਂਕਿ ਪਰਿਵਾਰ ਦੇ ਵਿੱਚ ਇੱਕ ਵਿਅਕਤੀ ਦੇ ਗੁਣਾਂ ਦਾ ਵਿਕਾਸ ਹੋ ਰਿਹਾ, ਉਸਦੇ ਗੁਣਾਂ ਦਾ ਵਿਕਾਸ ਹੋਣਾ ਆਧਾਰ ਆਪਾਂ ਕਹਿ ਸਕਦੇ ਹਾਂ ਕਿ ਪਿਆਰ, ਹਮਦਰਦੀ, ਤਿਆਗ, ਕੁਰਬਾਨੀ, ਸਹਿਯੋਗ, ਇਹ ਸਾਰੀਆਂ ਚੀਜ਼ਾਂ ਹੀ ਇੱਕ ਵਿਅਕਤੀ ਪਰਿਵਾਰ ਤੋਂ ਸਿੱਖ ਰਿਹਾ ਹੈ, ਤੇ ਜਿਸ ਦੇ ਨਾਲ ਇੱਕ ਵਿਅਕਤੀ ਦਾ ਸਮਾਜੀਕਰਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਅੱਗੇ ਆਪਾਂ ਦੇਖਾਂਗੇ, ਅਗਲਾ ਪੁਆਇੰਟ ਹੈ, ਲਾਸਟ ਪੁਆਇੰਟ ਇਹਦੇ ਵਿੱਚ, ਕਿ ਪਰਿਵਾਰ ਸਥਾਈ ਅਤੇ ਅਸਥਾਈ ਸਭਾ ਹੁੰਦੀ ਹੈ। ਸਥਾਈ ਸਭਾ ਵੀ ਹੈ, ਜਾਂ ਇਹ ਸਥਾਈ ਰੂਪ ਵੀ ਹੈ ਤੇ ਅਸਥਾਈ ਵੀ। ਹੁਣ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਥਾਈ ਸਭਾ ਕਿਵੇਂ ਹੈ ਕਿ ਜਨਮ ਤੋਂ ਲੈ ਕੇ ਮ੍ਰਿਤੂ ਤੱਕ ਇੱਕ ਵਿਅਕਤੀ, ਮੌਤ ਤੱਕ ਇੱਕ ਵਿਅਕਤੀ ਇੱਕ ਸੰਸਥਾ ਦਾ ਹਿੱਸਾ ਹੈ, ਔਰ ਉਹ ਸੰਸਥਾ ਹੈ ਪਰਿਵਾਰ। ਕਿਉਂਕਿ ਜਨਮ ਲੈਂਦੇ ਸਾਰ ਹੀ ਇੱਕ ਵਿਅਕਤੀ ਆਟੋਮੈਟਿਕਲੀ ਹੀ ਉਸ ਸੰਸਥਾ ਦਾ, ਉਸ ਸਮੂਹ ਦਾ, ਉਸ ਇਕਾਈ ਦਾ ਹਿੱਸਾ ਬਣ ਜਾਂਦਾ, ਉਸ ਪਰਿਵਾਰ ਦਾ ਹਿੱਸਾ ਬਣ ਜਾਂਦਾ। ਤੇ ਅਸਥਾਈ ਸੰਸਥਾ ਕਿਉਂ ਹੈ? ਕਿਉਂਕਿ ਮੌਤ ਹੋਣ ਤੇ ਜਾਂ ਡੈਥ ਹੋਣ ਤੇ ਕੀ ਹੈ, ਉਹ ਵਿਅਕਤੀ ਦੀ ਮੈਂਬਰਸ਼ਿਪ ਉਸ ਸਮੂਹ ਦੇ ਨਾਲੋਂ ਟੁੱਟ ਜਾਂਦੀ ਹੈ। ਇਸ ਕਰਕੇ ਇਹਨੂੰ ਜੇ ਸਥਾਈ ਸੰਸਥਾ ਕਿਹਾ ਗਿਆ ਹੈ, ਸਥਾਈ ਸਭਾ ਕਿਹਾ ਗਿਆ, ਤਾਂ ਇਸ ਤੋਂ ਅਸਥਾਈ ਵੀ ਕਿਹਾ ਗਿਆ। ਇਸ ਤੋਂ ਅੱਗੇ ਚੱਲਾਂਗੇ, ਬਹੁਤ ਹੀ ਜ਼ਰੂਰੀ ਜਾਂ ਇੰਪੋਰਟੈਂਟ ਕੰਸੈਪਟ ਹੈ ਪਰਿਵਾਰ ਦੇ ਕੰਮ। ਕਿਉਂਕਿ ਹਰ ਇੱਕ ਵਿਅਕਤੀ ਜੇ ਸਮਾਜ ਦਾ ਹਿੱਸਾ ਬਣ ਰਿਹਾ ਹੈ ਤਾਂ ਉਹ ਕਿਵੇਂ ਨਾ ਕਿਵੇਂ ਹਰ ਇੱਕ ਪਰਿਵਾਰ ਦਾ ਹਿੱਸਾ ਵੀ ਜ਼ਰੂਰ ਹੁੰਦਾ। ਇਸ ਕਰਕੇ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੰਮ ਪਾਏ ਜਾਂਦੇ ਹਨ, ਜਿਸ ਦੇ ਨਾਲ ਇੱਕ ਵਿਅਕਤੀ ਨੂੰ ਉਹਦਾ ਸਟੇਟਸ ਮਿਲਦਾ ਹੈ, ਉਸਨੂੰ ਪਤਾ ਲੱਗਦਾ ਹੈ ਕਿ ਉਹਦੀ ਕੀ ਭੂਮਿਕਾ ਹੈ, ਕਿਵੇਂ ਉਹਨੇ ਨਿਭਾਉਣੀ ਹੈ। ਸੋ ਸਭ ਤੋਂ ਪਹਿਲਾਂ ਚੱਲੀਏ ਤਾਂ ਬਾਇਓਲੋਜੀਕਲ, ਜੈਵਿਕ ਕੰਮ। ਕਿਉਂਕਿ ਹਰ ਇੱਕ ਵਿਅਕਤੀ ਜਾਂ ਪਹਿਲਾਂ ਜੇ ਇੱਕ ਪਰਿਵਾਰ ਦੇ ਵਿੱਚ ਵਿਅਕਤੀ ਦਾ ਜਨਮ ਹੋ ਰਿਹਾ ਹੈ, ਉਹ ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਿੱਖਦਾ ਹੈ। ਉਸਨੂੰ ਪਤਾ ਲੱਗਦਾ ਹੈ ਕਿ ਆਰਥਿਕ ਕੰਮ ਜਾਂ ਆਰਥਿਕ ਜ਼ਰੂਰਤਾਂ ਕਿਵੇਂ ਪੂਰੀਆਂ ਕਰਨੀਆਂ ਹੈ, ਇੱਕ ਵਧੀਆ ਸਮਾਜਿਕ ਪ੍ਰਾਣੀ ਕਿਵੇਂ ਬਣਨਾ ਹੈ, ਕਿਵੇਂ ਉਹਨੇ ਦੂਜੇ ਵਿਅਕਤੀਆਂ ਦੇ ਨਾਲ ਮਿਲ ਕੇ ਕੰਮ ਕਰਨਾ ਹੈ। ਸੋ ਇਹ ਸਾਰੀਆਂ ਚੀਜ਼ਾਂ ਦਾ ਹੀ ਵਰਣਨ ਆਪਾਂ ਇਸ ਟੌਪਿਕ ਦੇ ਅੰਦਰ ਲਵਾਂਗੇ। ਸੋ ਪਰਿਵਾਰ ਦੇ ਕੰਮ ਦੇ ਵਿੱਚ ਜੈਵਿਕ ਕੰਮ, ਜੈਵਿਕ ਸਭ ਤੋਂ ਪਹਿਲਾਂ ਤਾਂ ਜੋ ਲਿੰਗਿਕ ਇੱਛਾਵਾਂ ਹੁੰਦੀਆਂ ਉਹਨਾਂ ਦੀ ਪੂਰਤੀ, ਜਿਵੇਂ ਪਤੀ ਪਤਨੀ ਵਜੋਂ ਕੀਤੀਆਂ ਜਾਂਦੀਆਂ। ਸੋ ਇਹ ਸਾਰਾ ਕਹਿ ਸਕਦੇ ਹਾਂ ਕਿ ਯੌਨ ਸੰਬੰਧਾਂ ਦੀ ਪੂਰਤੀ, ਬੱਚੇ ਪੈਦਾ ਕਰਨਾ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ, ਇਹ ਸਾਰੇ ਜੈਵਿਕ ਕੰਮ ਹੋਣਗੇ। ਬਾਈ ਬਰਥ ਜਾਂ ਬਾਇਓਲੋਜੀਕਲ ਕੰਮ ਹੋਣਗੇ, ਫਿਜ਼ੀਕਲ ਤੁਸੀਂ ਬੋਲ ਸਕਦੇ ਹੋ, ਜਿਸ ਦੇ ਨਾਲ ਹਰ ਇੱਕ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਪਰਿਵਾਰਿਕ ਮੈਂਬਰਾਂ ਨੂੰ। ਬੱਚੇ ਪੈਦਾ ਕਰਨਾ, ਜਾਂ ਕਹਿ ਸਕਦੇ ਹੋ ਕਿ ਖਾਣ ਪੀਣ ਦੀ ਵਿਵਸਥਾ ਕਰਨੀ, ਜਾਂ ਉਸ ਤੋਂ ਇਲਾਵਾ ਰੋਟੀ ਕੱਪੜਾ ਮਕਾਨ, ਇਹ ਤਿੰਨੋਂ ਚੀਜ਼ਾਂ ਮੁਹੱਈਆ ਕਰਵਾਉਣੀਆਂ, ਰਹਿਣ ਦੀ ਵਿਵਸਥਾ ਕਰਨੀ। ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਇੱਕ ਪਰਿਵਾਰ ਹੀ ਪੂਰੀਆਂ ਕਰੇਗਾ।
ਕਿਉਂਕਿ ਪਰਿਵਾਰ ਦਾ ਇੱਕ ਮੁੱਢਲਾ ਕੰਮ ਹੋ ਜਾਂਦਾ ਹੈ ਕਿ ਜਿੰਨੇ ਵੀ ਸਦੱਸਯ, ਜਿੰਨੇ ਵੀ ਮੈਂਬਰ ਹੋਣਗੇ ਉਸ ਪਰਿਵਾਰ ਦੇ, ਉਹ ਉਹਨਾਂ ਦੀਆਂ ਸਾਰੀਆਂ ਹੀ ਜੈਵਿਕ ਲੋੜਾਂ ਨੂੰ, ਜੈਵਿਕ ਜ਼ਰੂਰਤਾਂ ਨੂੰ ਪੂਰਾ ਕਰੇਗਾ। ਭਾਵੇਂ ਉਹ ਖਾਣ ਵਾਸਤੇ ਰੋਟੀ ਹੈ, ਤਨ ਢੱਕਣ ਲਈ ਕੱਪੜਾ ਹੈ, ਜਾਂ ਆਪਣਾ ਸਿਰ ਢੱਕਣ ਵਾਸਤੇ ਇੱਕ ਵਧੀਆ ਜਗ੍ਹਾ ਤੇ ਰਹਿਣ ਵਾਸਤੇ ਇੱਕ ਸਥਾਨ ਹੈ, ਇੱਕ ਘਰ ਹੈ। ਇਸ ਕਰਕੇ ਭੋਜਨ ਦੀ, ਰਹਿਣ ਦੀ ਤੇ ਕੱਪੜੇ ਦੀ ਵਿਵਸਥਾ ਕਰਨੀ ਵੀ ਜੈਵਿਕ ਕੰਮਾਂ ਦੇ ਵਿੱਚ ਆ ਜਾਏਗੀ, ਜੋ ਇੱਕ ਪਰਿਵਾਰ ਦਾ ਮੁੱਖ ਕੰਮ ਹੋ ਜਾਏਗਾ। ਹੁਣ ਉਦਾਹਰਨ ਦੇ ਤੌਰ ਤੇ ਜੇ ਦਸੀਏ ਤਾਂ ਮਾਤਾ ਪਿਤਾ ਦੋਹਾਂ ਦੇ ਕੰਮ ਵੱਖ-ਵੱਖ ਹੈ। ਪਿਤਾ ਪਰਿਵਾਰ ਤੋਂ ਬਾਹਰ ਜਾ ਕੇ ਕੰਮ ਕਰ ਰਿਹਾ ਹੈ, ਬਾਹਰ ਨਿਕਲ ਕੇ ਆਰਥਿਕ ਜ਼ਰੂਰਤਾਂ ਪੂਰੀਆਂ ਕਰ ਰਿਹਾ ਹੈ। ਮਾਤਾ ਹੈ ਜੋ, ਉਹ ਕੀ ਕਰ ਰਹੀ ਹੈ, ਆਪਣੇ ਸਭ ਤੋਂ ਪਹਿਲਾਂ ਤਾਂ ਬੱਚੇ ਪੈਦਾ ਕਰਨਾ, ਬੱਚਿਆਂ ਦਾ ਪਾਲਣ ਪੋਸ਼ਣ, ਘਰ ਦਾ ਸਾਰੀ ਜ਼ਿੰਮੇਵਾਰੀ, ਜਾਂ ਫਿਰ ਕਹਿ ਲਓ ਕਿ ਹਰ ਇੱਕ ਚੀਜ਼ ਦੀ ਵਿਵਸਥਾ ਕਰਨੀ, ਘਰ ਦਾ ਕੰਮ ਕਰਨਾ, ਬੱਚਿਆਂ ਦਾ ਵੀ ਪਾਲਣ ਪੋਸ਼ਣ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਐਵੇਂ ਹੀ ਭੂਮਿਕਾਵਾਂ ਵਿਅਕਤੀਆਂ ਦੀਆਂ ਸਮਾਜ ਦੇ ਵਿੱਚ ਦੱਸੀਆਂ ਗਈਆਂ ਹੁੰਦੀਆਂ, ਉਵੇਂ ਹੀ ਪਰਿਵਾਰ ਦੇ ਵਿੱਚ ਮਾਤਾ ਜਾਂ ਪਿਤਾ ਦੋਹਾਂ ਦੇ ਕੰਮ ਦੱਸੇ ਗਏ ਆ, ਜੋ ਜੈਵਿਕ ਕੰਮ ਹੈ। ਇਸ ਕਰਕੇ ਬੱਚਿਆਂ ਦੇ ਜਾਂ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਹੈ, ਉਹਨਾਂ ਦੀ ਅਪਬ੍ਰਿੰਗਿੰਗ ਕਰਨਾ ਜਾਂ ਉਹਨਾਂ ਦੀ ਸੁਰੱਖਿਆ ਜਾਂ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਇੱਕ ਪਰਿਵਾਰ ਦਾ ਕੰਮ ਹੈ, ਜੋ ਜੈਵਿਕ ਕੰਮ ਦੇ ਅਧੀਨ ਆ ਜਾਏਗਾ। ਇਸ ਤੋਂ ਬਾਅਦ ਸੈਕੰਡ ਹੈ ਆਰਥਿਕ ਕੰਮ, ਇਕਨੋਮਿਕ ਫੰਕਸ਼ਨਸ। ਆਰਥਿਕ ਤੌਰ ਉੱਤੇ ਜਾਂ ਜੇ ਪਰਿਵਾਰ ਦੇ ਵਿੱਚ ਦੇਖੀਏ ਤਾਂ ਕੰਮ ਦੀ ਵੰਡ ਕੀਤੀ ਗਈ ਹੈ। ਪਿਤਾ ਘਰ ਤੋਂ ਬਾਹਰ ਜਾ ਕੇ ਕੰਮ ਕਰ ਰਿਹਾ ਹੈ, ਮਿਹਨਤ ਕਰ ਰਿਹਾ ਹੈ ਤੇ ਪੈਸੇ ਕਮਾ ਕੇ ਲਿਆ ਰਿਹਾ, ਜਿਸ ਨਾਲ ਉਹ ਆਪਣੇ ਪਰਿਵਾਰਿਕ ਮੈਂਬਰ ਦੀ ਹਰ ਇੱਕ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ। ਸੋ ਆਰਥਿਕ ਕੰਮ ਦੇ ਵਿੱਚ ਵੀ ਪੈਸਾ, ਕੰਮ, ਆਕੂਪੇਸ਼ਨ, ਜਾਂ ਕੀਤਾ, ਇਹ ਸਾਰੀਆਂ ਚੀਜ਼ਾਂ ਆ ਜਾਣਗੀਆਂ। ਸੋ ਸੰਪत्ति ਦੀ ਦੇਖਭਾਲ ਕਰਨੀ ਵੀ ਆਰਥਿਕ ਕੰਮ ਹੀ ਹੋਣਗੇ। ਇਸ ਤੋਂ ਇਲਾਵਾ ਆਮਦਨ ਦਾ ਪ੍ਰਬੰਧ ਕਰਨਾ, ਕਿਵੇਂ ਇੱਕ ਪਿਤਾ ਘਰ ਤੋਂ ਬਾਹਰ ਜਾ ਕੇ ਪੈਸਾ ਕਮਾ ਰਿਹਾ ਹੈ, ਮਿਹਨਤ ਕਰ ਰਿਹਾ ਹੈ ਤੇ ਆਪਣੇ ਬੱਚਿਆਂ ਦੀਆਂ, ਆਪਣੀ ਪਤਨੀ ਦੀਆਂ ਜਾਂ ਆਪਣੇ ਮਾਂ-ਬਾਪ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ। ਸੋ ਆਮਦਨੀ ਦਾ ਪ੍ਰਬੰਧ ਕਰਨਾ, ਪੈਸੇ ਦਾ ਪ੍ਰਬੰਧ ਕਰਨਾ ਤੇ ਉਸ ਤੋਂ ਬਾਅਦ ਜੋ ਕੀਰਤ ਵੰਡ ਹੈ, ਉਹ ਵੀ ਆਰਥਿਕ ਕੰਮਾਂ ਦੇ ਵਿੱਚ ਆ ਜਾਏਗੀ। ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ ਕਿ ਪਰਿਵਾਰ ਦੇ ਵਿੱਚ ਆਮ ਤੌਰ ਉੱਤੇ ਹਰ ਇੱਕ ਪ੍ਰਕਾਰ ਦੇ ਕੰਮ ਲੋਕਾਂ ਦੇ ਵਿਚਕਾਰ ਵੰਡੇ ਹੋਏ ਨੇ, ਲਿੰਗ ਦੇ ਆਧਾਰ ਤੇ, ਉਮਰ ਦੇ ਆਧਾਰ ਤੇ ਹਰ ਇੱਕ ਕੰਮ ਵੰਡਿਆ ਹੋਇਆ। ਸੋ ਏਦਾਂ ਹੀ ਆਰਥਿਕ ਕੰਮ ਦੇ ਵਿੱਚ ਇਹ ਜ਼ਰੂਰੀ ਹੈ ਕਿ ਪਤੀ ਤੇ ਪਤਨੀ ਜਦ ਤੱਕ ਹਰ ਇੱਕ ਵਿਅਕਤੀ ਨੂੰ, ਭਾਵੇਂ ਉਹ ਪਰਿਵਾਰ ਦਾ ਸਦੱਸਯ ਹੈ ਜਾਂ ਉਹ ਸਮਾਜ ਦਾ ਵਿਅਕਤੀ ਹੈ, ਸਦੱਸਯ ਹੈ, ਮੈਂਬਰ ਹੈ, ਜੇ ਉਹਨੂੰ ਕੰਮ ਨਹੀਂ ਦਿੱਤਾ ਜਾਏਗਾ ਤਾਂ ਉਹ ਆਪਣੀ ਭੂਮਿਕਾ ਸਹੀ ਢੰਗ ਨਾਲ ਨਹੀਂ ਨਿਭਾ ਸਕਦਾ। ਜਾਂ ਸਧਾਰਨ ਸ਼ਬਦਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਜੇ ਇੱਕ ਵਿਅਕਤੀ ਨੂੰ ਉਸਦੀ ਸਥਿਤੀ ਸਹੀ ਦਿਸ਼ਾ ਦੇ ਵਿੱਚ ਨਹੀਂ ਦੱਸੀ ਜਾਏਗੀ ਕਿ ਕੀ ਉਹਦੀ ਸਥਿਤੀ ਹੈ, ਤਦ ਉਹ ਆਪਣੀ ਭੂਮਿਕਾ ਵੀ ਸਹੀ ਢੰਗ ਨਾਲ ਨਹੀਂ ਨਿਭਾ ਸਕਦਾ। ਇਸ ਕਰਕੇ ਪਿਤਾ ਦਾ ਕੰਮ ਘਰ ਤੋਂ ਬਾਹਰ ਜਾ ਕੇ ਪੈਸਾ ਕਮਾਉਣਾ, ਮਾਂ ਦਾ ਕੰਮ ਘਰ ਦਾ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ, ਬੱਚਿਆਂ ਨੂੰ ਉਹਦਾ ਸਮਾਜੀਕਰਨ ਕਰਨਾ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਹੀ ਆਰਥਿਕ ਕੰਮਾਂ ਦੇ ਵਿੱਚ ਆ ਜਾਂਦੀਆਂ। ਇਸ ਤੋਂ ਅੱਗੇ ਚੱਲਦੇ ਹਾਂ ਮਨੋਵਿਗਿਆਨਿਕ ਕੰਮ, ਮਨੋਵਿਗਿਆਨਿਕ ਸਾਈਕੋਲੋਜੀਕਲ ਗਰੋਥ, ਕਿਉਂਕਿ ਮਾਨਸਿਕ ਤੌਰ ਉੱਤੇ ਵੀ ਇੱਕ ਵਿਅਕਤੀ ਦੇ ਮਨ ਦਾ ਜਾਂ ਉਸਦੀ ਮੈਂਟਲ ਐਬਿਲਿਟੀ ਨੂੰ ਸਟਰੋਂਗ ਬਣਾਉਣਾ, ਇਹ ਵੀ ਇੱਕ ਸਮਾਜ ਦਾ ਹੀ ਮੁੱਖ ਕੰਮ ਹੋ ਜਾਂਦਾ। ਕਿਉਂਕਿ ਸਾਈਕੋਲੋਜੀਕਲ ਉਹਦੇ ਵਿੱਚ ਕੀ ਹੁੰਦਾ ਹੈ, ਜੇ ਮਨੋਵਿਗਿਆਨਿਕ ਕੰਮ ਦੇ ਵਿੱਚ ਕੀ ਕੋਈ ਵੀ ਭਾਵਨਾਵਾਂ ਇੱਕ ਵਿਅਕਤੀ ਦੇ ਮਨ ਦੇ ਵਿੱਚ ਆਉਂਦੀਆਂ, ਉਹ ਸਾਰੀਆਂ ਚੀਜ਼ਾਂ ਦੀ ਡਿਵੈਲਪਮੈਂਟ, ਉਸਦਾ ਵਿਕਾਸ ਕਰਨਾ। ਸਮਾਜ, ਜਿਵੇਂ ਸਮਾਜ ਦੇ ਵਿੱਚ ਪਰਿਵਾਰ ਇੱਕ ਇਕਾਈ ਹੈ, ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਹੋਣਗੇ ਉਹਨਾਂ ਦੇ ਵਿੱਚ ਗੂੜੇ ਸੰਬੰਧ ਹੁੰਦੇ ਆ, ਉਹਨਾਂ ਵਿੱਚ ਨਿੱਘੇ ਸੰਬੰਧ ਹੁੰਦੇ ਆ। ਸੋ ਇੱਕ ਐਦਾਂ ਇਸ ਸੰਸਥਾ ਨੂੰ ਦੇ ਵਿੱਚ ਮੈਂਬਰਾਂ ਦੇ ਸੰਬੰਧਾਂ ਨੂੰ ਗੂੜਾ ਬਣਾਉਣਾ, ਉਹਨਾਂ ਨੂੰ ਨਿੱਘਾ ਬਣਾਉਣਾ, ਇਹ ਇੱਕ ਕੰਮ ਹੋ ਜਾਂਦਾ ਪਰਿਵਾਰ ਦਾ, ਤੇ ਜੋ ਮਨੋਵਿਗਿਆਨਿਕ ਕੰਮ ਦੇ ਅਧੀਨ ਆਏਗਾ। ਇਸ ਤੋਂ ਬਾਅਦ ਹੈ ਸਮਾਜਿਕ ਕੰਮ। ਸਮਾਜਿਕ ਤੌਰ ਉੱਤੇ ਕਿੱਦਾਂ ਦੇ ਕੰਮ ਪਰਿਵਾਰ ਕਰ ਰਿਹਾ, ਜਿਵੇਂ ਹਰ ਇੱਕ ਵਿਅਕਤੀ, ਆਪਾਂ ਸਾਰੇ ਪਰਿਵਾਰ ਦਾ ਹਿੱਸਾ ਹੈ। ਕੋਈ ਕੇਂਦਰੀ ਪਰਿਵਾਰ ਦਾ ਹਿੱਸਾ ਹੈ, ਕੋਈ ਸੰਯੁਕਤ ਪਰਿਵਾਰ, ਜਾਂ ਕੋਈ ਐਕਸਟੈਂਡਡ ਫੈਮਿਲੀ, ਵਿਸਤ੍ਰਿਤ ਪਰਿਵਾਰ ਦਾ ਹਿੱਸਾ ਹੈ, ਜੋ ਅੱਗੇ ਜਾ ਕੇ ਆਪਾਂ ਦੇਖਾਂਗੇ। ਸੋ ਹਰ ਇੱਕ ਪਰਿਵਾਰ ਦਾ ਹਿੱਸਾ ਹੋਣ ਦੇ ਨਾਲ ਨਾਲ ਵਿਅਕਤੀ ਸਮਾਜਿਕ ਤੌਰ ਉੱਤੇ ਆਪਣੀਆਂ ਲੋੜਾਂ ਨੂੰ ਪੂਰਾ ਕਰ ਰਿਹਾ ਹੈ ਤੇ ਇੱਕ ਦੂਸਰੇ ਵਿਅਕਤੀ ਨੂੰ ਵੀ ਹੈਲਪ ਕਰ ਰਿਹਾ ਹੈ ਕਿ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ। ਸੋ ਸਮਾਜਿਕ ਤੌਰ ਉੱਤੇ ਜਿਵੇਂ ਬੱਚਿਆਂ ਦਾ ਸਮਾਜੀਕਰਨ ਕਰਨਾ, ਇੱਕ ਵਿਅਕਤੀ ਆਪਣਾ ਜਾਂ ਉਹ ਦੂਸਰੇ ਦਾ ਸਮਾਜੀਕਰਨ ਤਾਂ ਹੀ ਕਰ ਸਕਦਾ ਹੈ ਜਦ ਉਹ ਸਮਾਜ ਦੇ ਵਿੱਚ ਰਹਿ ਕੇ ਇੱਕ ਵਧੀਆ ਨਾਗਰਿਕ ਬਣੇਗਾ, ਇੱਕ ਚੰਗਾ ਨਾਗਰਿਕ ਬਣ ਕੇ ਉਹ ਹਰ ਇੱਕ ਚੀਜ਼ ਨੂੰ ਸਿੱਖਣ ਦੇ ਯੋਗ ਹੋਏਗਾ। ਕਿਉਂਕਿ ਸਮਾਜੀਕਰਨ ਦਾ ਅਰਥ ਇਹੀ ਹੈ ਕਿ ਇੱਕ ਵਿਅਕਤੀ ਸਮਾਜ ਦੇ ਵਿੱਚ ਸਿੱਖ ਰਿਹਾ ਹੈ, ਇਹ ਇੱਕ ਸਿੱਖਣ ਦੀ ਪ੍ਰਕਿਰਿਆ ਹੈ। ਸੋ ਸਮਾਜਿਕ ਤੌਰ ਉੱਤੇ ਬੱਚਿਆਂ ਦਾ ਸਮਾਜੀਕਰਨ ਹੋਣਾ, ਬੱਚੇ ਨੂੰ ਪਰਿਵਾਰ ਹੀ ਸਮਾਜ ਦੇ ਸੰਪਰਕ ਵਿੱਚ ਲੈ ਕੇ ਆਉਂਦਾ ਹੈ।
ਜੇ ਇੱਕ ਪਰਿਵਾਰ ਉਸ ਬੱਚੇ ਨੂੰ ਨਹੀਂ ਦੱਸੇਗਾ ਕਿ ਇਹੀ ਆਪਣਾ ਸਮਾਜ ਹੈ, ਇੱਥੇ ਹੀ ਰਹਿਣਾ ਹੈ, ਐਵੇਂ ਉਹਦੀ ਇਹ ਸਥਿਤੀ ਹੈ ਪਰਿਵਾਰ ਦੇ ਵਿੱਚ, ਸਮਾਜ ਦੇ ਵਿੱਚ, ਤੇ ਉਹਨੇ ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣੀ ਹੈ, ਤਦ ਤੱਕ ਉਹ ਬੱਚਾ ਨਹੀਂ ਜੀ ਸਕਦਾ। ਜਿਵੇਂ ਇੱਕ ਪਿਛਲੇ ਟੌਪਿਕ ਦੇ ਵਿੱਚ ਇਹ ਗੱਲ ਹੋਈ ਸੀ ਕਿ 2 ਬੱਚੇ ਬਘਿਆੜ ਦੀ ਗੁਫਾ ਦੇ ਵਿੱਚ ਮਿਲੇ, ਜਿਸ ਦੇ ਵਿੱਚ ਕੀ ਸੀਗਾ, ਜਦੋਂ ਬੱਚਿਆਂ ਨੂੰ ਕੱਢਿਆ ਗਿਆ, ਉਹਨਾਂ ਤੇ ਰਿਸਰਚ ਕੀਤੀ ਗਈ, ਉਹਨਾਂ ਨੂੰ ਆਬਜ਼ਰਵ ਕੀਤਾ ਗਿਆ, ਤਾਂ ਇਹ ਦੇਖਿਆ ਗਿਆ ਕਿ ਕੱਢਦੇ ਸਾਰ ਹੀ ਇੱਕ ਬੱਚੇ ਦੀ ਤਾਂ ਉੱਥੇ ਹੀ ਡੈਥ ਹੋ ਗਈ, ਔਰ ਦੂਸਰਾ ਬੱਚੇ ਬਿਲਕੁਲ ਹੀ ਜਾਨਵਰਾਂ ਦੇ ਵਾਂਗ ਬਿਹੇਵ ਕਰ ਰਿਹਾ ਸੀ। ਜਾਨਵਰਾਂ ਦੇ ਵਾਂਗ ਉਹ ਵਿਵਹਾਰ ਕਰਦਾ ਸੀ, ਉਹ ਆਪਣੇ ਦੋਨੋਂ ਹੀ ਹੱਥਾਂ ਪੈਰਾਂ ਉੱਤੇ ਚੱਲਦਾ ਸੀ। ਸੋ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਉਸ ਨੂੰ ਇੱਕ ਸਮਾਜਿਕ ਵਾਤਾਵਰਣ ਨਹੀਂ ਮਿਲਿਆ। ਜੇ ਇੱਕ ਵਿਅਕਤੀ ਨੂੰ ਸਮਾਜਿਕ ਵਾਤਾਵਰਣ ਕੌਣ ਦੇਗਾ? ਪਰਿਵਾਰ, ਕਿਉਂਕਿ ਪਰਿਵਾਰ ਹੀ ਇੱਕ ਮੁੱਢਲੀ ਇਕਾਈ ਹੈ, ਜਨਮ ਦੇ ਨਾਲ ਹੀ ਉਹ ਪਰਿਵਾਰ ਦਾ ਮੈਂਬਰ ਬਣਿਆ ਹੈ। ਇਸ ਕਰਕੇ ਪਰਿਵਾਰ ਦੇ ਵਿੱਚ ਇੱਕ ਵਿਅਕਤੀ ਨੂੰ ਉਹਦੇ ਮਾਤਾ ਪਿਤਾ ਜਾਂ ਹੋਰ ਪਰਿਵਾਰਿਕ ਮੈਂਬਰ ਹੀ ਸਮਝਾਉਣਗੇ, ਸਿਖਾਉਣਗੇ, ਉਹਨੂੰ ਅਲੱਗ-ਅਲੱਗ ਚੀਜ਼ਾਂ ਸਿਖਾਉਣਗੇ। ਸਮਾਜ ਦੇ ਵਿੱਚ ਉਹਨੇ ਕਿਵੇਂ ਜੀਣਾ, ਕਿਵੇਂ ਲੋਕਾਂ ਨਾਲ ਵਿਚਰਨਾ ਹੈ, ਸਮਾਜ ਦੇ ਕਦਰਾਂ ਕੀਮਤਾਂ ਜਾਂ ਨਿਯਮਾਂ ਦੇ ਅਨੁਸਾਰ ਉਸਨੇ ਕਿਵੇਂ ਕੰਮ ਕਰਨਾ ਹੈ। ਸੋ ਸਮਾਜਿਕ ਕੰਮ ਦੇ ਵਿੱਚ ਕੀ ਹੈ? ਸੰਸਕ੍ਰਿਤੀ ਦੀ ਸੁਰੱਖਿਆ ਤੇ ਸੰਸਕ੍ਰਿਤੀ ਦਾ ਹਸਤਾਂਤਰਣ। ਸਮਾਜਿਕ ਕੰਮ ਦੇ ਵਿੱਚ ਕੀ, ਜੋ ਸੰਸਕ੍ਰਿਤੀ ਹੈ, that is a learned behavior, ਇੱਕ ਸਿੱਖੀ ਹੋਈ ਪ੍ਰਕਿਰਿਆ ਹੈ ਸੰਸਕ੍ਰਿਤੀ ਵੀ, ਜੋ ਵਿਅਕਤੀ ਦੇ ਕੋਲ ਹੈ ਅਤੇ ਜਾਨਵਰ ਦੇ ਕੋਲ ਨਹੀਂ ਹੈ। ਸੰਸਕ੍ਰਿਤੀ ਇੱਕ ਏਦਾਂ ਦੀ ਚੀਜ਼ ਹੈ ਜੋ ਇੱਕ ਵਿਅਕਤੀ ਨੂੰ ਜਾਨਵਰ ਤੋਂ ਅਲੱਗ ਕਰਦੀ ਹੈ। ਸੋ ਸਮਾਜਿਕ ਕੰਮ ਦੇ ਵਿੱਚ ਇਹ ਪੁਆਇੰਟ ਵੀ ਮੈਂ ਇੱਥੇ ਮੈਂਸ਼ਨ ਕੀਤਾ ਹੈ ਕਿ ਸੰਸਕ੍ਰਿਤੀ ਨੂੰ ਸੰਭਾਲ ਕੇ ਰੱਖਣਾ, ਤੇ ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਸੰਸਕ੍ਰਿਤੀ ਸੌਂਪ ਰਹੀ ਹੈ, ਕਿਉਂਕਿ ਇੱਕ ਵਿਅਕਤੀ, ਇੱਕ ਮਨੁੱਖ, ਇੱਕ ਹਿਊਮਨ ਬੀਇੰਗ ਦੇ ਕੋਲ ਹੀ ਕੁਦਰਤ ਨੇ ਏਦਾਂ ਦੀ ਉਹਨੂੰ ਪਾਵਰ ਦਿੱਤੀ ਹੈ ਜਾਂ ਏਦਾਂ ਦਾ ਵਰਦਾਨ ਦਿੱਤਾ ਹੈ ਕਿ ਉਹ ਸੰਸਕ੍ਰਿਤੀ ਨੂੰ ਸੰਭਾਲ ਕੇ ਰੱਖ ਸਕਦਾ ਹੈ ਤੇ ਆਪਣੀ ਅਗਲੀ ਪੀੜ੍ਹੀ ਨੂੰ ਉਹ ਚੀਜ਼ਾਂ ਸੌਂਪ ਸਕਦਾ ਹੈ। ਸੋ ਸਮਾਜਿਕ ਕੰਮ ਇੱਥੇ ਹੀ ਹੋ ਜਾਂਦੇ ਹੈ ਕਿ ਸੰਸਕ੍ਰਿਤੀ ਦੀ ਸੁਰੱਖਿਆ ਕਰਨਾ, ਸੰਸਕ੍ਰਿਤੀ ਵਿੱਚ ਪਹਿਰਾਵਾ, ਖਾਣ ਪੀਣ, ਗੱਲਬਾਤ ਕਰਨ ਦਾ ਢੰਗ, ਕਿਸ ਧਰਮ ਨੂੰ ਫੋਲੋ ਕਰ ਰਹੇ ਹੈ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਨ। ਪਰੰਪਰਾਵਾਂ, ਰੀਤੀ ਰਿਵਾਜ, ਆਦਤਾਂ, ਚੰਗੀਆਂ ਆਦਤਾਂ ਕਹਿ ਸਕਦੇ ਹੋ, ਆਦਰਸ਼ ਆਉਣਗੇ, ਮੁੱਲ, ਕਦਰਾਂ ਕੀਮਤਾਂ ਆਉਣਗੀਆਂ, ਇਹ ਸਭ ਕੁਝ ਸੰਸਕ੍ਰਿਤੀ ਦਾ ਹਿੱਸਾ ਹੈ। ਸੋ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਸਮਾਜਿਕ ਕੰਮ ਕੀ ਹੈ ਕਿ ਇੱਕ ਵਿਅਕਤੀ ਉਹ ਚੀਜ਼ਾਂ ਨੂੰ ਅਗਲੀ ਪੀੜ੍ਹੀ ਨੂੰ ਸੌਂਪੇਗਾ। ਜਿਵੇਂ ਉਦਾਹਰਨ ਦੇ ਤੌਰ ਤੇ ਦੇਖੀਏ ਤਾਂ ਮਾਤਾ ਪਿਤਾ ਨੇ ਕੁਝ ਚੀਜ਼ਾਂ ਆਪਾਂ ਨੂੰ ਸਿਖਾਈਆਂ ਹੈ, ਤੇ ਕੁਝ ਚੀਜ਼ਾਂ ਦਿੱਤੀਆਂ ਵੀ ਹੈ ਜੋ ਮਟੀਰੀਅਲ ਤੇ ਨਾਨ ਮਟੀਰੀਅਲ ਫਾਰਮ ਦੇ ਵਿੱਚ ਹੋ ਜਾਂਦੀਆਂ, ਤੇ ਅੱਗੇ ਜਾ ਕੇ ਉਹ ਚੀਜ਼ਾਂ ਆਪਾਂ ਆਪਣੀ ਅਗਲੀ ਪੀੜ੍ਹੀ ਨੂੰ ਦੇਵਾਂਗੇ, ਸੌਂਪਾਂਗੇ। ਸੋ ਇਸ ਤੋਂ ਇਹ ਪਤਾ ਲੱਗਿਆ ਕਿ ਸੰਸਕ੍ਰਿਤੀ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਲੈ ਕੇ ਜਾਣਾ ਤੇ ਉਹਨੂੰ ਸੰਭਾਲ ਕੇ ਰੱਖਣਾ ਇੱਕ ਸਮਾਜਿਕ ਕੰਮ। ਸੋ ਸਮਾਜਿਕ ਕੰਮ ਦੇ ਵਿੱਚ ਇੱਕ ਹੋਰ ਮੇਨ ਸਬ ਪੁਆਇੰਟ ਆ ਜਾਂਦਾ ਹੈ ਕਿ ਇੱਕ ਵਿਅਕਤੀ ਦੀ ਸ਼ਖਸੀਅਤ ਦਾ ਨਿਰਮਾਣ ਕਰਨਾ। ਇੱਕ ਪਰਸਨੈਲਿਟੀ, ਵਿਅਕਤੀ ਦੀ ਸ਼ਖਸੀਅਤ ਦਾ ਵਿਕਾਸ ਕਿਵੇਂ ਹੋਏਗਾ? ਜਦ ਇੱਕ ਵਿਅਕਤੀ ਨੂੰ ਦੱਸਿਆ ਜਾਏਗਾ ਕਿ ਉਸਨੇ ਕਿਵੇਂ ਸਮਾਜ ਦੇ ਨਿਯਮਾਂ ਦੇ ਅਨੁਸਾਰ ਕੰਮ ਕਰਨਾ ਹੈ, ਕਿ ਇੱਕ ਵਿਅਕਤੀ ਨੇ ਕਿਵੇਂ ਸਮਾਜ ਦੇ ਅਨੁਸਾਰ ਜੋ ਸਮਾਜ ਨੂੰ ਸਹੀ ਲੱਗਦਾ ਹੈ ਉਹ ਕਰਨਾ ਹੈ, ਤੇ ਜੋ ਗਲਤ ਲੱਗਦਾ ਹੈ ਉਸ ਚੀਜ਼ ਨੂੰ ਨਹੀਂ ਕਰਨਾ। ਜਦ ਇੱਕ ਵਿਅਕਤੀ ਸੁਸਾਇਟੀ ਦੇ ਰੂਲਸ ਨੂੰ ਸਮਝਣ ਲੱਗ ਜਾਏਗਾ, ਦੂਜੇ ਲੋਕਾਂ ਨਾਲ ਅੰਤਰ ਕਿਰਿਆਵਾਂ ਕਰੇਗਾ, ਗਤੀਵਿਧੀਆਂ ਕਰੇਗਾ, ਇੱਕ ਦੂਸਰੇ ਦੇ ਨਾਲ ਮਿਲ ਕੇ ਕੰਮ ਕਰੇਗਾ, ਤਾਂ ਉਸਨੂੰ ਸਮਾਜ ਦੇ ਨਿਯਮਾਂ ਬਾਰੇ, ਸਮਾਜ ਦਾ ਕਿਵੇਂ ਕੰਮ ਚੱਲ ਰਹੇ ਹੈ, ਕਿਸ ਰਾਈਟ ਡਾਇਰੈਕਸ਼ਨ ਦੇ ਵਿੱਚ ਜਾਣਾ ਹੈ, ਉਹ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਏਗਾ। ਇਸ ਕਰਕੇ ਪਰਸਨੈਲਿਟੀ ਦਾ ਵਿਕਾਸ ਕਰਨਾ, ਸ਼ਖਸੀਅਤ ਦਾ ਵਿਕਾਸ ਕਰਨਾ, ਜਿਸ ਦੇ ਵਿੱਚ ਗੁਣਾਂ ਦਾ ਵਿਕਾਸ ਤੇ ਜੋ ਔਗੁਣ ਹੁੰਦੇ ਆ ਉਹਨਾਂ ਨੂੰ ਦੂਰ ਕਰਨਾ। ਇਸ ਤੋਂ ਇਲਾਵਾ ਵਿਅਕਤੀ ਨੂੰ ਸਥਿਤੀ ਪ੍ਰਦਾਨ ਕਰਨਾ ਵੀ ਸਮਾਜਿਕ ਕੰਮਾਂ ਦਾ ਵਿੱਚੋਂ ਇੱਕ ਕੰਮ ਹੈ। ਸਮਾਜ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਸਥਿਤੀ ਪ੍ਰਦਾਨ ਕਰਨਾ, ਉਦਾਹਰਨ ਦੇ ਤੌਰ ਤੇ ਪਤੀ ਪਤਨੀ ਤੇ ਉਹਨਾਂ ਦੇ ਜਦੋਂ ਬੱਚੇ ਹੋ ਜਾਂਦੇ ਆ, ਫਿਰ ਉਹ ਪਤੀ ਪਤਨੀ ਨੂੰ ਕਿੱਦਾਂ ਦੀ ਸਥਿਤੀ ਮਿਲ ਜਾਂਦੀ ਹੈ? ਪਿਤਾ ਤੇ ਮਾਤਾ ਵਜੋਂ ਉਹਨਾਂ ਨੂੰ ਸਮਾਜ ਦੇ ਵਿੱਚ, ਉਸ ਪਰਿਵਾਰ ਦੇ ਵਿੱਚ ਇੱਕ ਸਥਿਤੀ ਮਿਲ ਜਾਂਦੀ ਹੈ ਜਿਸ ਦੇ ਅਨੁਸਾਰ ਇੱਕ ਵਿਅਕਤੀ ਕੰਮ ਕਰ ਰਿਹਾ। ਸੋ ਵਿਅਕਤੀ ਨੂੰ ਸਥਿਤੀ ਪ੍ਰਦਾਨ ਕਰਨਾ ਵੀ ਇੱਕ ਪਰਿਵਾਰ ਦਾ ਹੀ ਮੁੱਖ ਕੰਮ ਹੋ ਜਾਂਦਾ, ਜਿਸ ਦੇ ਅਨੁਸਾਰ ਇੱਕ ਵਿਅਕਤੀ ਆਪਣੀ ਭੂਮਿਕਾ ਸਮਾਜ ਦੇ ਵਿੱਚ ਨਿਭਾ ਰਿਹਾ। ਕਿਉਂਕਿ ਇਹ ਦੇਖਿਆ ਜਾਂਦਾ ਹੈ ਕਿ ਜੇ ਇੱਕ ਵਿਅਕਤੀ ਨੂੰ ਉਸਦੀ ਸਥਿਤੀ ਨਹੀਂ ਮਿਲਦੀ, ਉਸਦੀ ਪੋਜੀਸ਼ਨ ਨਹੀਂ ਮਿਲਦੀ, ਉਹਦਾ ਸਟੇਟਸ ਨਹੀਂ ਦੱਸਿਆ ਜਾਂਦਾ, ਤਦ ਤੱਕ ਉਹ ਆਪਣੀ ਭੂਮਿਕਾ ਇੱਕ ਸਹੀ ਢੰਗ ਦੇ ਨਾਲ ਨਹੀਂ ਨਿਭਾ ਸਕਦਾ। ਸੋ ਇਸ ਤੋਂ ਅੱਗੇ ਸਮਾਜਿਕ ਕੰਮਾਂ ਦੇ ਵਿੱਚ ਵੀ ਕੀ ਹੈ? ਵਿਅਕਤੀ ਆਪਣੇ ਉੱਤੇ ਨਿਯੰਤਰਣ ਰੱਖਣਾ ਸਿੱਖਦਾ ਹੈ। ਜਿਵੇਂ ਇੱਕ ਛੋਟੇ ਬੱਚੇ ਨੂੰ ਸਿਖਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਉਸਨੇ ਵਿਵਹਾਰ ਕਰਨਾ ਹੈ, ਕਿਸ ਤਰ੍ਹਾਂ ਉਸਨੇ ਕਿਸੇ ਚੀਜ਼ ਨੂੰ ਲੈਣ ਲਈ ਜ਼ਿੱਦ ਨਹੀਂ ਕਰਨੀ, ਹਮੇਸ਼ਾ ਸੱਚ ਬੋਲਣਾ ਹੈ, ਕਦੇ ਝੂਠ ਨਹੀਂ ਬੋਲਣਾ। ਇਹ ਸਾਰੀਆਂ ਚੀਜ਼ਾਂ, ਬਹੁਤ ਜ਼ਿਆਦਾ ਚੀਜ਼ਾਂ ਹੈ ਜੋ ਇੱਕ ਬੱਚੇ ਨੂੰ ਸਿਖਾਈਆਂ ਜਾਂਦੀਆਂ। ਉਹਦੇ ਪਹਿਲੇ 5 ਸਾਲਾਂ ਦੇ ਵਿੱਚ ਮਾਤਾ ਪਿਤਾ ਉਹਦਾ ਸਮਾਜੀਕਰਨ ਕਰਦੇ ਹਨ। ਸਮਾਜੀਕਰਨ ਨੋ ਡਾਊਟ ਕਿ ਪੂਰੀ ਉਮਰ ਚੱਲਦਾ ਜਾਂਦਾ, ਲੇਕਿਨ ਫਿਰ ਵੀ ਪਹਿਲੇ 5 ਸਾਲ ਜੋ ਇੱਕ ਬੱਚੇ ਦੇ ਹੁੰਦੇ ਆ, ਜਿਸ ਦੇ ਵਿੱਚ ਪਰਿਵਾਰ ਦਾ ਬਹੁਤ ਮਹੱਤਵਪੂਰਨ ਭੂਮਿਕਾ ਹੁੰਦੀ ਹੈ,
ਉਸ ਤੋਂ ਬਾਅਦ ਬੱਚਾ ਸਕੂਲ, ਕਾਲਜ, ਯੂਨੀਵਰਸਿਟੀ, ਆਪਣਾ ਆਂਢ ਗੁਆਂਢ ਹੈ, ਆਪਣੇ ਖੇਡ ਸਮੂਹ ਹੈ, ਇਹ ਵੱਖ-ਵੱਖ ਸਮੂਹਾਂ ਦਾ ਹਿੱਸਾ ਬਣਦਾ ਤੇ ਉਹਨਾਂ ਤੋਂ ਕੁਝ ਚੀਜ਼ਾਂ ਸਿੱਖਦਾ ਹੈ। ਲੇਕਿਨ ਪਰਿਵਾਰ ਦੇ ਵਿੱਚ ਰਹਿ ਕੇ ਉਹਦਾ ਸਮਾਜੀਕਰਨ ਹੁੰਦਾ ਹੈ। ਪਰਿਵਾਰ ਦਾ ਇੱਕ ਸਮਾਜਿਕ ਕੰਮ ਉਸ ਬੱਚੇ ਲਈ ਇਹ ਹੋ ਜਾਂਦਾ ਹੈ ਕਿ ਉਹਨੇ ਸਮਾਜ ਦੇ ਵਿੱਚ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰਨੀ ਹੈ, ਕਿਸ ਤਰ੍ਹਾਂ ਰਹਿਣਾ ਸਹਿਣਾ ਹੈ, ਇਹ ਸਾਰੀਆਂ ਚੀਜ਼ਾਂ ਉਸਦੇ ਮਾਤਾ ਪਿਤਾ ਜਾਂ ਉਸਦੇ ਪਰਿਵਾਰਕ ਮੈਂਬਰ ਹੀ ਉਸਨੂੰ ਸਿਖਾਉਂਦੇ ਹਨ। ਤੇ ਇਹ ਤਾਂ ਹੀ ਵਿਅਕਤੀ ਸਿੱਖ ਸਕਦਾ ਹੈ ਜਦ ਉਹ ਆਪਣੇ ਵਿਵਹਾਰ ਉੱਤੇ ਨਿਯੰਤਰਣ ਰੱਖੇਗਾ। ਪਿਤਾ ਦਾ ਨਿਯੰਤਰਣ ਰੱਖਣਾ ਆਪਣੇ ਉੱਤੇ ਵੀ ਤੇ ਆਪਣੇ ਪਰਿਵਾਰਕ ਮੈਂਬਰਾਂ ਉੱਤੇ ਵੀ, ਇਹ ਇੱਕ ਉਦਾਹਰਨ ਦੇ ਵਜੋਂ ਤੁਸੀਂ ਲਿਖ ਸਕਦੇ ਹੋ। ਸੋ ਇਸ ਤੋਂ ਇਲਾਵਾ ਜੋ ਸਮਾਜਿਕ ਕੰਮ ਹੈ ਉਸ ਦੇ ਵਿੱਚ ਵਿਆਹ ਕਰਨ ਵਿੱਚ ਮਦਦ ਪ੍ਰਦਾਨ ਕਰਨਾ, ਜਿਵੇਂ ਮਾਤਾ ਪਿਤਾ ਦੁਆਰਾ ਬੱਚਿਆਂ ਦੇ ਲਈ ਜੀਵਨ ਸਾਥੀ ਦੀ ਚੋਣ ਕੀਤੀ ਜਾਂਦੀ ਹੈ, ਪਰਿਵਾਰ ਦੇਖਿਆ ਜਾਂਦਾ ਹੈ, ਖਾਨਦਾਨ ਦੇਖਿਆ ਜਾ ਰਿਹਾ ਹੈ, ਜਾਂ ਵੰਸ਼ ਦੇ ਬਾਰੇ ਪੁੱਛਿਆ ਜਾ ਰਿਹਾ ਹੈ। ਸੋ ਇਹ ਸਾਰੀਆਂ ਚੀਜ਼ਾਂ ਕੀ ਹੈ, ਪਰਿਵਾਰ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਵੀ। ਵਿਆਹ ਕਰਨ ਦੇ ਵਿੱਚ ਕੀ ਹੈ, ਮਦਦ ਪ੍ਰਦਾਨ ਕਰਦਾ ਹੈ ਪਰਿਵਾਰ। ਇਸ ਤੋਂ ਇਲਾਵਾ ਪਰਿਵਾਰ ਪੇਸ਼ਾ ਵੀ ਪ੍ਰਦਾਨ ਕਰਦਾ ਹੈ। ਪੇਸ਼ਾ ਮਤਲਬ ਕੀਤਾ, ਜਾਂ ਤੁਸੀਂ ਆਮ ਸ਼ਬਦਾਂ ਦੇ ਵਿੱਚ ਇੰਗਲਿਸ਼ ਦੇ ਵਿੱਚ ਤੁਸੀਂ ਬੋਲ ਸਕਦੇ ਹੋ ਕਿ ਆਕੂਪੇਸ਼ਨ। ਹੈਰੀਡਿਟਰੀ ਆਕੂਪੇਸ਼ਨ ਬਾਰੇ ਸਭ ਨੇ ਸੁਣਿਆ ਹੈ ਕਿ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜੋ ਕੀਤਾ ਹੈ, ਜੋ ਕੰਮ ਹੈ, ਉਹ ਅੱਗੇ ਅੱਗੇ ਚੱਲਦਾ ਜਾਂਦਾ। ਕਿ ਜੇ ਇੱਕ ਕੋਈ ਲੱਕੜ ਦਾ ਕੰਮ ਕਰ ਰਿਹਾ ਤਾਂ ਉਹ ਆਪਣਾ ਉਹ ਕੰਮ ਆਪਣੇ ਬੱਚਿਆਂ ਨੂੰ ਸਿਖਾ ਰਿਹਾ ਹੈ ਤੇ ਅੱਗੇ ਜਾ ਕੇ ਅੱਗੇ ਅੱਗੇ ਪੀੜ੍ਹੀ ਤੱਕ ਉਹ ਚੀਜ਼ਾਂ ਚੱਲਦੀਆਂ ਜਾਂਦੀਆਂ। ਸੋ ਇਸ ਕਰਕੇ ਪੇਸ਼ਾ ਪ੍ਰਦਾਨ ਕਰਨਾ, ਕਿਉਂਕਿ ਪ੍ਰਾਚੀਨ ਸਮਾਜ ਦੇ ਵਿੱਚ ਹੀ ਜਾਂ ਪ੍ਰਾਚੀਨ ਸਮਾਜ ਤੋਂ ਸ਼ੁਰੂ ਤੋਂ ਹੀ ਇਹ ਦੇਖਣ ਨੂੰ ਮਿਲਿਆ ਕਿ ਇੱਕ ਪਰਿਵਾਰ ਦੇ ਵਿੱਚ ਰਹਿ ਕੇ ਇੱਕ ਵਿਅਕਤੀ ਜਾਂ ਇੱਕ ਬੱਚਾ ਆਪਣਾ ਪਰੰਪਰਾਗਤ ਜੋ ਪੇਸ਼ਾ ਹੈ ਉਸਨੂੰ ਅਪਣਾ ਰਿਹਾ ਹੈ। ਉਸਨੂੰ ਉਹ ਆਪਣੇ ਦਾਦੇ ਪੜਦਾਦੇ ਤੋਂ ਜਾਂ ਆਪਣੇ ਪਿਤਾ ਤੋਂ ਇਹ ਸਾਰੀਆਂ ਚੀਜ਼ਾਂ ਸਿੱਖਦਾ ਹੈ, ਉਹ ਸਿਖਲਾਈ ਲੈਂਦਾ ਹੈ, ਉਸਨੂੰ ਉਹ ਸਕਿੱਲਸ ਲੈ ਰਿਹਾ ਹੈ ਜਿਸ ਦੇ ਨਾਲ ਉਸਨੂੰ ਹੈਲਪ ਹੋ ਜਾਂਦੀ ਹੈ ਸਾਰੀਆਂ ਚੀਜ਼ਾਂ ਸਮਝਣ ਦੇ ਵਿੱਚ। ਇਸ ਕਰਕੇ ਇਹ ਇੱਕ ਸਮਾਜਿਕ ਕੰਮ ਮੰਨਿਆ ਜਾਂਦਾ ਹੈ ਕਿ ਇੱਕ ਵਿਅਕਤੀ ਸਮਾਜ ਦੇ ਵਿੱਚ ਪਰਿਵਾਰ ਹੀ ਉਸਨੂੰ ਉਹਦਾ ਪੇਸ਼ਾ ਪ੍ਰਦਾਨ ਕਰਦਾ ਹੈ, ਉਸਨੂੰ ਇੱਕ ਪੇਸ਼ਾ ਦਿੰਦਾ ਹੈ। ਜਿਵੇਂ ਜਾਤ ਦੇ ਆਧਾਰ ਦੇ ਉੱਤੇ, ਹੁਣ ਜਾਤ ਕੀ ਹੈ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਜਾਤ ਦੇ ਆਧਾਰ ਤੇ ਇੱਕ ਜੋ ਬ੍ਰਾਹਮਣ ਜਾਤ ਦਾ ਜੇ ਕੋਈ ਵਿਅਕਤੀ ਹੈ ਤਾਂ ਉਹ ਪਾਠ ਪੂਜਾ ਕਰਨੀ, ਹਵਨ ਕਰਨੇ, ਯੱਗ ਕਰਨੇ, ਇਹ ਚੀਜ਼ਾਂ ਸਿੱਖੇਗਾ। ਜੇ ਕੋਈ ਕਸ਼ਤਰੀਆ ਹੈ, ਖੱਤਰੀ ਹੈ ਤਾਂ ਉਹ ਯੋਧਾ ਬਣੇਗਾ, ਉਹਨੂੰ ਯੁੱਧ ਕਰਨ ਦੀ ਸਿਖਲਾਈ ਉਹਦਾ ਪਰਿਵਾਰ ਦੇਵੇਗਾ। ਸੋ ਏਦਾਂ ਹੀ ਹਰ ਇੱਕ ਜਾਤੀ, ਹਰ ਇੱਕ ਧਰਮ, ਹਰ ਇੱਕ ਨਸਲ ਜਾਂ ਹਰ ਇੱਕ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਹੋਣਗੇ ਉਹ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਪੇਸ਼ਾ ਪ੍ਰਦਾਨ ਕਰਨਗੇ। ਇਸ ਤੋਂ ਇਲਾਵਾ ਸਮਾਜਿਕ ਕੰਮ ਦੇ ਵਿੱਚ ਅਖੀਰਲਾ ਕੰਮ ਕੀ ਹੈ, ਸਿੱਖਿਆ ਦੇਣੀ। ਟੂ ਐਜੂਕੇਟ, ਟੂ ਗਿਵ ਐਜੂਕੇਸ਼ਨ ਟੂ ਦ ਪੀਪਲ। ਇੱਕ ਵਿਅਕਤੀ ਜਾਂ ਜਿੰਨੇ ਵੀ ਵਿਅਕਤੀ ਇੱਕ ਪਰਿਵਾਰ ਦਾ ਮੈਂਬਰ, ਇੱਕ ਪਰਿਵਾਰ ਦੇ ਮੈਂਬਰ ਵਜੋਂ ਪਛਾਣੇ ਜਾਂਦੇ ਹਨ, ਉਹਨਾਂ ਸਾਰਿਆਂ ਨੂੰ ਸਿੱਖਿਆ ਦੇਣਾ। ਕਿਉਂਕਿ ਰੋਟੀ, ਕੱਪੜਾ ਤੇ ਮਕਾਨ, ਇਹਨਾਂ ਤਿੰਨਾਂ ਚੀਜ਼ਾਂ ਤੋਂ ਇਲਾਵਾ ਸਿੱਖਿਆ ਵੀ ਇੱਕ ਮੁੱਢਲੀ ਜ਼ਰੂਰਤਾਂ ਦੇ ਵਿੱਚ ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ, ਜ਼ਮਾਨੇ ਦੇ ਵਿੱਚ ਹੋਣ ਲੱਗ ਗਈ ਹੈ। ਸਿੱਖਿਆ, ਜੇ ਕੋਈ ਪੜ੍ਹਿਆ ਲਿਖਿਆ ਹੋਏਗਾ ਤਾਂ ਉਹੀ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇ ਵਿੱਚ, ਸਹੀ ਆਕਾਰ ਦੇ ਵਿੱਚ ਅੱਗੇ ਲੈ ਕੇ ਜਾ ਸਕਦਾ ਹੈ। ਸੋ ਇਸ ਤੋਂ ਬਾਅਦ ਗੱਲ ਕਰਾਂਗੇ ਧਾਰਮਿਕ ਕੰਮਾਂ ਦੀ। ਜਿਵੇਂ ਪਰਿਵਾਰ ਦੇ ਕੰਮਾਂ ਬਾਰੇ ਗੱਲ ਹੋ ਰਹੀ ਹੈ, ਜੈਵਿਕ, ਆਰਥਿਕ, ਮਨੋਵਿਗਿਆਨਿਕ, ਸਮਾਜਿਕ, ਇਹ ਚਾਰੋਂ ਕੰਮਾਂ ਤੋਂ ਇਲਾਵਾ ਧਾਰਮਿਕ ਕੰਮ ਵੀ ਇੱਕ ਵਿਅਕਤੀ ਲਈ ਬਹੁਤ ਜ਼ਰੂਰੀ ਹਨ, ਜੋ ਪਰਿਵਾਰ ਜਿਸ ਦੇ ਵਿੱਚ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਕਿਉਂਕਿ ਧਰਮ ਦੇ ਵਿੱਚ ਰਹਿ ਕੇ ਇੱਕ ਵਿਅਕਤੀ ਪਿਆਰ, ਹਮਦਰਦੀ, ਅਨੁਸ਼ਾਸਨ, ਤਿਆਗ ਕਰਨਾ, ਕਿਵੇਂ ਇੱਕ ਦੂਸਰੇ ਲੋਕਾਂ ਨਾਲ ਸਹਿਯੋਗ ਕਰਨਾ ਹੈ, ਨੈਤਿਕਤਾ ਦੀ ਭਾਵਨਾ ਨੂੰ ਸਿੱਖ ਰਿਹਾ ਹੈ, ਆਦਰਸ਼ਾਂ ਨੂੰ ਕਿਵੇਂ ਨਿਭਾਉਣਾ ਹੈ, ਨਿਯਮਾਂ ਦੀ ਕਿਵੇਂ ਪਾਲਣਾ ਕਰਨੀ ਹੈ, ਇਹ ਸਾਰੀਆਂ ਚੀਜ਼ਾਂ ਬਾਰੇ ਇੱਕ ਧਰਮ ਦੇ ਵਿੱਚ ਰਹਿ ਕੇ ਸਿਖਾਇਆ ਜਾਂਦਾ ਹੈ। ਹੁਣ ਬੱਚੇ ਨੂੰ ਸ਼ੁਰੂ ਤੋਂ ਸਿਖਾਇਆ ਜਾਂਦਾ ਹੈ ਕਿ ਉਸਨੇ ਕਿਵੇਂ ਰੱਬ ਦਾ ਜਾਪ ਕਰਨਾ ਹੈ, ਕਿਵੇਂ ਉਸਨੇ ਮੱਥਾ ਟੇਕਣਾ ਹੈ, ਕਿਵੇਂ ਮੰਦਿਰ, ਮਸਜਿਦ, ਗੁਰਦੁਆਰਾ ਜਾਂ ਕਿਤੇ ਵੀ ਉਹ ਜਾ ਰਿਹਾ ਹੈ, ਚਰਚ ਜਾ ਰਿਹਾ ਹੈ, ਉਹਨੇ ਕਿਵੇਂ ਇਹ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਨਾ। ਇਸ ਕਰਕੇ ਧਾਰਮਿਕ ਕੰਮਾਂ ਦੀ ਸਿਖਲਾਈ ਵੀ ਇੱਕ ਪਰਿਵਾਰ ਦੇ ਰਿਹਾ ਹੈ, ਜਿਸ ਦੇ ਵਿੱਚ ਵਿਅਕਤੀ ਦੇ ਹਰ ਇੱਕ ਗੁਣ ਦਾ ਵਿਕਾਸ ਹੋ ਰਿਹਾ ਹੈ। ਉਸਨੂੰ ਪਤਾ ਲੱਗਦਾ ਕਿ ਉਸਨੇ ਕਿਵੇਂ ਤਿਆਗ ਕਰਨਾ ਹੈ, ਕਿਵੇਂ, ਜੇ ਉਸਨੂੰ ਹਰ ਚੀਜ਼ ਨਹੀਂ, ਜ਼ਰੂਰੀ ਨਹੀਂ ਹੈ ਕਿ ਵਿਅਕਤੀ ਨੂੰ ਹਰ ਇੱਕ ਚੀਜ਼ ਸਮਾਜ ਦੇ ਵਿੱਚ ਮਿਲੇਗੀ, ਜੇ ਨਹੀਂ ਵੀ ਮਿਲ ਰਹੀ ਤਾਂ ਉਹ ਤਿਆਗ ਦੀ ਭਾਵਨਾ ਉਹਦੇ ਵਿੱਚ ਆ ਜਾਂਦੀ ਹੈ, ਇੱਕ ਜ਼ਿੰਮੇਵਾਰ ਨਾਗਰਿਕ ਬਣਦਾ ਹੈ। ਤੇ ਅਖੀਰ ਦੇ ਵਿੱਚ ਮਨੋਰੰਜਨ ਦੇ ਕੰਮ ਜਾਂ ਮਨੋਰੰਜਨ ਵੀ ਇੱਕ ਪਰਿਵਾਰ ਹੀ ਇੱਕ ਇਹੋ ਜਿਹੀ ਇਕਾਈ ਹੈ ਜੋ ਵਿਅਕਤੀਆਂ ਦਾ ਮਨੋਰੰਜਨ ਕਰ ਰਹੀ ਹੈ, ਜੋ ਉਸ ਪਰਿਵਾਰਿਕ ਮੈਂਬਰਾਂ ਦਾ ਮਨੋਰੰਜਨ ਕਰ ਰਹੀ ਹੈ। ਕਿਉਂਕਿ ਵਿਅਕਤੀ ਜੇ ਪਰਿਵਾਰ ਤੋਂ ਨਿਕਲ ਕੇ ਜਾਂ ਆਪਣੇ ਕੰਮ ਕਰਨ ਲਈ ਘਰ ਤੋਂ ਦੂਰ ਜਾਂਦਾ ਹੈ ਤਾਂ ਸਾਰਾ ਦਿਨ ਕੰਮ ਕਰਕੇ ਥਕਾਵਟ ਉਹਦੀ ਪਰਿਵਾਰ ਦੇ ਵਿੱਚ ਆ ਕੇ ਹੀ ਦੂਰ ਹੁੰਦੀ ਹੈ।
ਕਿਉਂਕਿ ਪ੍ਰਾਚੀਨ ਸਮੇਂ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਮਨੋਰੰਜਨ ਦੇ ਸਾਧਨ ਬਹੁਤ ਘੱਟ ਸਨ। ਕੋਈ ਸਿਨੇਮਾ ਹਾਲ, ਥੀਏਟਰਸ ਜਾਂ ਕੋਈ ਵੀ ਏਦਾਂ ਦੇ ਮੋਬਾਈਲ ਫੋਨ, ਕੋਈ YouTube ਚੈਨਲ ਜਾਂ ਫੇਸਬੁੱਕ ਨਹੀਂ ਸੀ ਹੁੰਦੀ ਜਿਸ ਨਾਲ ਵਿਅਕਤੀ ਆਪਣਾ ਮਨੋਰੰਜਨ ਕਰ ਸਕੇ। ਤਦ ਕੀ ਹੁੰਦਾ ਸੀ, ਪਰਿਵਾਰ ਹੀ ਇੱਕ ਏਦਾਂ ਦੀ ਇਕਾਈ ਹੁੰਦੀ ਸੀ ਜਿਸ ਦੇ ਵਿੱਚ ਵਿਅਕਤੀ ਇਕੱਠੇ ਇੱਕ ਦੂਸਰੇ ਨਾਲ ਬੈਠ ਕੇ ਆਪਣਾ ਮਨੋਰੰਜਨ ਕਰਦੇ ਸੀ। ਦਾਦੀ ਜਾਂ ਦਾਦੇ ਬਾਤਾਂ ਪਾਉਂਦੇ ਹੁੰਦੇ ਸੀ, ਜੋ ਬੱਚੇ ਉਹਨਾਂ ਨੂੰ ਬੁੱਝਦੇ ਸੀ, ਤੇ ਇਹੀ ਇੱਕ ਤਰ੍ਹਾਂ ਦਾ ਮਨੋਰੰਜਨ ਹੁੰਦਾ ਸੀ। ਤੇ ਇਹ ਸਾਰੀਆਂ ਚੀਜ਼ਾਂ ਜੋ ਮਨੋਰੰਜਨ ਦਾ ਸਾਧਨ ਹੈ, ਇਹ ਪਰਿਵਾਰ ਨੂੰ ਮੰਨਿਆ ਗਿਆ ਹੈ, ਜਿਸ ਦੇ ਵਿੱਚ ਰਹਿ ਕੇ ਪਰਿਵਾਰ ਦੇ ਮੈਂਬਰ ਆਪਣਾ ਨਿਰਮਾਣ ਕਰ ਰਹੇ ਆ, ਆਪਣੀ ਸ਼ਖਸੀਅਤ ਦਾ ਵੀ ਨਿਰਮਾਣ ਕਰਦੇ ਆ, ਤੇ ਸਮਾਜ ਦੇ ਵਿੱਚ ਰਹਿ ਕੇ ਕੀ ਹੈ, ਉਹ ਮਨੋਰੰਜਨ ਕਰ ਰਹੇ। ਸੋ ਇਹ ਹੋ ਗਏ ਸਾਰੇ ਪਰਿਵਾਰ ਦੇ ਕੰਮ। ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਪਰਿਵਾਰ ਦੀਆਂ ਕਿਹੜੀਆਂ ਕਿਸਮਾਂ ਹਨ। ਜ਼ਿਆਦਾਤਰ ਜੇ ਕਿਸੇ ਨੌਨ ਸੋਸ਼ੀਓਲੋਜੀ ਸਟੂਡੈਂਟ ਨੂੰ ਪੁੱਛਿਆ ਜਾਵੇ ਤਾਂ ਉਹ ਕਹੇਗਾ ਕਿ ਠੀਕ ਹੈ, ਜੁਆਇੰਟ ਫੈਮਿਲੀ ਜਾਂ ਸੰਯੁਕਤ ਪਰਿਵਾਰ ਹੈ, ਕੇਂਦਰੀ ਪਰਿਵਾਰ ਹੈ। ਪਰ ਇੱਥੇ ਇਹ ਦੇਖਣ ਨੂੰ ਮਿਲਿਆ ਕਿ ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੀਆਂ ਸਮਾਜ ਦੀਆਂ ਕਿਸਮਾਂ ਹਨ ਜੋ ਬਹੁਤ ਹੀ ਮਹੱਤਵਪੂਰਨ ਹੈ। ਸੋ ਕਿਸਮਾਂ ਨੂੰ ਵੱਖ-ਵੱਖ ਢੰਗਾਂ ਦੇ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਤਾਂ ਹੈ ਵਿਆਹ ਦੇ ਆਧਾਰ ਤੇ ਪਰਿਵਾਰ ਦੀ ਵੰਡ। ਵਿਆਹ ਦੇ ਆਧਾਰ ਤੇ ਔਨ ਦ ਬੇਸਿਸ ਆਫ ਮੈਰਿਜ, ਕਿ ਜਿਵੇਂ ਇਹਦੇ ਵਿੱਚ ਅੱਗੇ ਦੋ ਤਰ੍ਹਾਂ ਦੇ ਪਰਿਵਾਰ ਪਾਏ ਜਾਂਦੇ ਆ। ਇੱਕ ਹੈ ਪਿਤਰ ਪ੍ਰਧਾਨ, ਦੂਸਰਾ ਹੈ ਮਾਤਰ ਪ੍ਰਧਾਨ। ਜਾਂ ਫਿਰ ਵਿਆਹ ਦੇ ਆਧਾਰ ਤੇ ਪਰਿਵਾਰ ਦੀ ਵੰਡ ਆਪਾਂ ਕਹਿ ਸਕਦੇ ਹਾਂ ਕਿ ਇੱਕ ਵਿਆਹ ਹੈ ਤੇ ਬਹੁ ਵਿਆਹ ਹੈ। ਸੋ ਇੱਕ ਵਿਆਹ ਕੀ ਹੋਏਗਾ ਕਿ ਉਹ ਵਿਆਹ ਜਿਸ ਦੇ ਵਿੱਚ ਇੱਕ ਹੀ ਪਤੀ ਜਾਂ ਪਤਨੀ ਹੋਣਗੇ ਤੇ ਉਹ ਇੱਕ ਜਗ੍ਹਾ ਦੇ ਉੱਤੇ ਰਹਿ ਰਹੇ ਆ, ਉਸ ਪਰਿਵਾਰ ਨੂੰ ਇੱਕ ਵਿਆਹੀ ਨਾਮ ਦਿੱਤਾ ਜਾਏਗਾ। ਤੇ ਇਸ ਤੋਂ ਬਿਲਕੁਲ ਉਲਟ ਬਹੁ ਵਿਆਹੀ ਹੈ। ਸੋ ਬਹੁ ਵਿਆਹੀ ਕੀ ਹੈ, ਜਿੱਥੇ ਇੱਕ ਪਤੀ ਦੀਆਂ ਕਈ ਪਤਨੀਆਂ ਹੋਣਗੀਆਂ, ਉਹ ਉਸ ਤਰ੍ਹਾਂ ਦੇ ਪਰਿਵਾਰ, ਜਾਂ ਇੱਕ ਪਤਨੀ ਦੇ ਕਈ ਪਤੀ ਹੋਣਗੇ, ਉਸ ਤਰ੍ਹਾਂ ਦੇ ਪਰਿਵਾਰ। ਸੋ ਇਸ ਤੋਂ ਬਾਅਦ ਅਗਲਾ ਹੈ ਸੰਖਿਆ ਦੇ ਆਧਾਰ ਉੱਤੇ, ਮੈਂਬਰਾਂ ਦੀ ਗਿਣਤੀ ਦੇ ਆਧਾਰ ਤੇ ਪਰਿਵਾਰ ਦੀ ਵੰਡ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ, ਕੇਂਦਰੀ ਪਰਿਵਾਰ, ਸੰਯੁਕਤ ਪਰਿਵਾਰ ਜਾਂ ਵਿਸਤ੍ਰਿਤ ਪਰਿਵਾਰ। ਸੋ ਸੰਖਿਆ ਜਾਂ ਮੈਂਬਰਾਂ ਦੀ ਗਿਣਤੀ ਦੇ ਆਧਾਰ ਤੇ ਪਰਿਵਾਰ ਦੀ ਵੰਡ ਕੀਤੀ ਗਈ ਹੈ 3 ਕਿਸਮਾਂ ਦੇ ਨਾਲ। ਇੱਕ ਉਹ ਕੇਂਦਰੀ ਪਰਿਵਾਰ ਜਿਸ ਨੂੰ ਨਿਊਕਲੀਅਰ ਫੈਮਿਲੀ ਕਿਹਾ ਜਾਏਗਾ, ਦੂਸਰਾ ਸੰਯੁਕਤ ਪਰਿਵਾਰ ਜਿਸ ਨੂੰ ਜੁਆਇੰਟ ਫੈਮਿਲੀ ਕਿਹਾ ਜਾਏਗਾ, ਤੇ ਤੀਜੇ ਦਰਜੇ ਤੇ ਹੈ ਜਾਂ ਥਰਡ ਟਾਈਪ ਹੈ ਵਿਸਤ੍ਰਿਤ ਪਰਿਵਾਰ ਜਿਸ ਨੂੰ ਐਕਸਟੈਂਡਡ ਫੈਮਿਲੀ ਕਿਹਾ ਜਾਏਗਾ। ਸੋ ਜੁਆਇੰਟ ਫੈਮਿਲੀ ਬਾਰੇ ਪਤਾ ਹੈ ਕਿ ਜਿੱਥੇ ਦੋ ਜਾਂ 3 ਪੀੜ੍ਹੀਆਂ ਇਕੱਠੀਆਂ ਮਿਲ ਕੇ ਰਹਿ ਰਹੀਆਂ, ਜਿੱਥੇ ਮਾਤਾ ਪਿਤਾ, ਉਹਨਾਂ ਦੇ ਵਿਆਹੇ ਬੱਚੇ ਜਾਂ ਉਹਨਾਂ ਦੇ ਅੱਗੇ ਪੋਤੇ ਪੋਤੀਆਂ ਹੋਣਗੇ, ਉਹ ਸਾਰੇ ਸੰਯੁਕਤ ਪਰਿਵਾਰ ਦਾ ਹਿੱਸਾ ਹੋਣਗੇ। ਔਰ ਕੇਂਦਰੀ ਪਰਿਵਾਰ ਕੀ ਹੋ ਜਾਏਗਾ, ਜੋ ਅੱਜ ਕੱਲ੍ਹ ਦੇ ਆਧੁਨਿਕ ਸਮਾਜ ਦੇ ਵਿੱਚ ਦੇਖਣ ਨੂੰ ਮਿਲਦਾ ਹੈ, ਜਿਵੇਂ ਮਾਤਾ ਪਿਤਾ ਅਤੇ ਉਹਨਾਂ ਦੇ ਅਣਵਿਆਹੇ ਬੱਚੇ। ਇਸ ਦਾ ਮਤਲਬ ਕਿ ਸਿਰਫ 2 ਪੀੜ੍ਹੀਆਂ ਹੀ ਜੋ ਕੇਂਦਰੀ ਪਰਿਵਾਰ ਹੈ, ਨਿਊਕਲੀਅਰ ਫੈਮਿਲੀ ਹੈ, ਉਸ ਦੇ ਵਿੱਚ ਇਨਕਲੂਡ ਕਰਨਗੀਆਂ। ਕੇਂਦਰੀ ਪਰਿਵਾਰ ਦੇ ਵਿੱਚ ਮਾਤਾ ਪਿਤਾ ਅਤੇ ਉਹਨਾਂ ਦੇ ਅਣਵਿਆਹੇ ਬੱਚੇ। ਸੰਯੁਕਤ ਪਰਿਵਾਰ ਦੇ ਵਿੱਚ 2 ਪੀੜ੍ਹੀਆਂ ਸ਼ਾਮਿਲ ਹੋਣਗੀਆਂ, 2 ਜਾਂ 2 ਤੋਂ ਵੱਧ ਪੀੜ੍ਹੀਆਂ ਸ਼ਾਮਿਲ ਹੋਣਗੀਆਂ। ਤੇ ਜੋ ਵਿਸਤ੍ਰਿਤ ਪਰਿਵਾਰ ਹੈ, ਉਹ ਸੰਯੁਕਤ ਪਰਿਵਾਰ ਦਾ ਹੀ ਇੱਕ ਵੱਡਾ ਰੂਪ ਹੈ। ਕਿਉਂਕਿ ਵਿਸਤ੍ਰਿਤ ਪਰਿਵਾਰ ਕੀ ਹੈ ਕਿ ਜਿੱਥੇ ਫੈਮਿਲੀ ਐਕਸਟੈਂਡ ਹੋ ਜਾਂਦੀ ਹੈ, ਐਕਸਟੈਂਡਡ ਫੈਮਿਲੀ ਹੋ ਜਾਏਗੀ। ਜਦੋਂ ਸੰਯੁਕਤ ਪਰਿਵਾਰ ਅੱਗੇ ਜਾ ਕੇ ਵੱਧ ਜਾਏਗਾ, ਉਹ ਵਿਸਤ੍ਰਿਤ ਪਰਿਵਾਰ ਹੋ ਜਾਏਗਾ, ਜਿਸ ਦੇ ਵਿੱਚ 3 ਤੋਂ 4 ਪੀੜ੍ਹੀਆਂ ਆਉਣਗੀਆਂ। ਉਦਾਹਰਨ ਦੇ ਤੌਰ ਤੇ ਮਾਤਾ ਪਿਤਾ, ਉਹਨਾਂ ਦੇ ਬੱਚੇ, ਅੱਗੇ ਉਹਨਾਂ ਦੇ ਬੱਚੇ, ਮਾਤਾ ਪਿਤਾ ਦੇ ਭੈਣ ਭਰਾ ਤੇ ਉਹਨਾਂ ਦੇ ਅੱਗੇ ਪਰਿਵਾਰ ਵੀ ਵਿਸਤ੍ਰਿਤ ਪਰਿਵਾਰ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਅੱਗੇ ਹੈ ਵੰਸ਼ ਦੇ ਆਧਾਰ ਤੇ ਪਰਿਵਾਰ ਦੀ ਵੰਡ। ਹੁਣ ਵੰਸ਼ ਕੀ ਹੈ, ਨੋਮਨਕਲੇਚਰ। ਵੰਸ਼ ਕਿ ਬੱਚਿਆਂ ਦੇ ਨਾਲ ਉਹਨਾਂ ਦੇ ਪਿਤਾ ਦਾ ਵੰਸ਼ ਚੱਲੇਗਾ, ਮਾਤਾ ਦਾ ਵੰਸ਼ ਚੱਲੇਗਾ ਜਾਂ ਕਿਹੜਾ ਚੱਲੇਗਾ। ਹੁਣ ਵੰਸ਼ ਦੇ ਆਧਾਰ ਤੇ ਪਰਿਵਾਰਾਂ ਦੀ ਵੰਡ 4 ਤਰ੍ਹਾਂ ਨਾਲ ਇਹ ਪਰਿਵਾਰ ਵੰਡੇ ਹੋਏ ਹਨ। ਇੱਕ ਉਹ ਪਰਿਵਾਰ ਹੈ ਜਿੱਥੇ ਜਿਸ ਤੋਂ ਪਿਤਰਵੰਸ਼ੀ ਪਰਿਵਾਰ ਦਾ ਨਾਮ ਦਿੱਤਾ ਗਿਆ ਹੈ। ਪਿਤਰਵੰਸ਼ੀ, ਪਿਤਰ ਮਤਲਬ ਪਿਤਾ, ਵੰਸ਼ ਮਤਲਬ ਕਿ ਕਿਹਦਾ ਵੰਸ਼ ਨਾਲ ਚੱਲ ਰਿਹਾ। ਹੁਣ ਪਿਤਾ ਹੈ ਤਾਂ ਜਿਵੇਂ ਆਪਾਂ ਆਪਣੇ ਪਰਿਵਾਰਾਂ ਦੀ ਗੱਲ ਕਰੀਏ ਤਾਂ ਪਹਿਲਾਂ ਫਾਦਰ ਦਾ ਸਰਨੇਮ ਨਾਲ ਚੱਲਦਾ ਸੀ, ਫਿਰ ਵਿਆਹ ਤੋਂ ਬਾਅਦ ਜਦ ਕੁੜੀ ਦੀ ਵਿਆਹ ਹੋ ਜਾਂਦਾ ਹੈ ਤਾਂ ਉਸਦੇ ਨਾਲ ਉਹਦੇ ਹਸਬੈਂਡ ਦਾ ਸਰਨੇਮ ਚੱਲਦਾ ਹੈ। ਸੋ ਉਦਾਂ ਦੇ ਪਰਿਵਾਰਾਂ ਨੂੰ ਪਿਤਰਵੰਸ਼ੀ ਪਰਿਵਾਰ ਦਾ ਨਾਮ ਦਿੱਤਾ ਗਿਆ ਹੈ। ਜਾਂ ਫਿਰ ਇਹਨੂੰ ਕਹਿ ਸਕਦੇ ਕਿ ਪਿਤਾ ਦੇ ਵੰਸ਼ ਦਾ ਨਾਮ ਪੁੱਤਰ ਦੇ ਵੰਸ਼ ਦੇ ਨਾਲ, ਪੁੱਤਰ ਦੇ ਨਾਮ ਦੇ ਨਾਲ ਚੱਲਦਾ ਹੈ, ਤੇ ਪਿਤਾ ਦੇ ਵੰਸ਼ ਨੂੰ ਹੀ ਜ਼ਿਆਦਾ ਮਹੱਤਤਾ ਦਿੱਤੀ ਜਾ ਰਹੀ ਹੈ ਪਿਤਰਵੰਸ਼ੀ ਪਰਿਵਾਰ ਦੇ ਵਿੱਚ। ਸੋ ਇਸ ਤੋਂ ਵਿਪਰੀਤ ਦੂਸਰਾ ਹੈ ਮਾਤਰਵੰਸ਼ੀ, ਜਿਸ ਦੇ ਵਿੱਚ ਮਾਤਾ ਦੇ ਵੰਸ਼ ਦਾ ਨਾਮ ਬੱਚਿਆਂ ਦੇ ਨਾਮ ਦੇ ਨਾਲ ਚੱਲੇਗਾ, ਤੇ ਉਸਦੇ ਉਦਾਂ ਦੇ ਪਰਿਵਾਰਾਂ ਨੂੰ ਆਪਾਂ ਮਾਤਰਵੰਸ਼ੀ ਪਰਿਵਾਰ ਕਹਾਂਗੇ। ਤੇ ਇਹਦੇ ਵਿੱਚ ਮਾਤਾ ਦਾ ਜੋ ਵੰਸ਼ ਹੈ ਉਸਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਏਗੀ, ਉਸਨੂੰ ਜ਼ਿਆਦਾ ਮਹੱਤਵ ਦਿੱਤਾ ਜਾਏਗਾ।
ਸੋ ਬੱਚੇ ਦੇ ਨਾਮ ਦੇ ਨਾਲ ਮਾਤਾ ਦੇ ਵੰਸ਼ ਦਾ ਨਾਮ ਨਾਲ ਚੱਲਦਾ ਹੈ। ਉਸ ਤੋਂ ਬਾਅਦ ਤੀਸਰਾ ਹੈ ਦੋ ਵੰਸ਼ੀ ਪਰਿਵਾਰ, ਜਿਸ ਨੂੰ ਬਾਈਲੀਨੀਅਲ ਫੈਮਿਲੀ ਵਜੋਂ ਜਾਣਿਆ ਜਾਂਦਾ ਹੈ। ਹੁਣ ਦੋ ਵੰਸ਼ੀ, ਇਸ ਦਾ ਮਤਲਬ ਕਿ ਦੋਨੋਂ ਹੀ ਵੰਸ਼ਾਂ ਦੇ ਨਾਮ ਨਾਲ ਚੱਲਣਗੇ। ਪਿਤਾ ਦੇ ਵੰਸ਼ ਦਾ ਨਾਮ ਅਤੇ ਮਾਤਾ ਦੇ ਵੰਸ਼ ਦਾ ਨਾਮ, ਦੋਨੋਂ ਹੀ ਵੰਸ਼ਾਂ ਦੇ ਨਾਮ ਬੱਚਿਆਂ ਦੇ ਨਾਮ ਦੇ ਨਾਲ ਚੱਲਣਗੇ। ਮਤਲਬ ਮਾਂ ਅਤੇ ਬਾਪ ਦੋਵਾਂ ਦੇ ਵੰਸ਼ ਦੇ ਨਾਮ ਬੱਚੇ ਪ੍ਰਾਪਤ ਕਰ ਸਕਣ। ਤੇ ਚੌਥੀ ਕਿਸਮ ਹੈ ਅਰੇਖਕੀ ਪਰਿਵਾਰ। ਅਰੇਖਕੀ ਮਤਲਬ ਇੱਕ ਅਲੱਗ ਤਰ੍ਹਾਂ ਦਾ, ਅਲੱਗ ਦਾ ਮਤਲਬ ਹੈ ਕਿ ਇੱਥੇ ਰਿਸ਼ਤੇਦਾਰ ਜਾਂ ਵੰਸ਼ ਦੇ ਨਾਮ ਕੌਣ ਨਿਰਧਾਰਿਤ ਕਰੇਗਾ? ਨੇੜੇ ਦੇ ਰਿਸ਼ਤੇਦਾਰ। ਜਿੰਨੇ ਵੀ ਇੱਕ ਪਰਿਵਾਰ ਦੇ ਨੇੜੇ ਦੇ ਰਿਸ਼ਤੇਦਾਰ ਹੁੰਦੇ ਹੈ, ਉਹ ਇਸ ਚੀਜ਼ ਦਾ ਫੈਸਲਾ ਕਰਨਗੇ, ਉਹ ਇਹ ਨਿਰਧਾਰਿਤ ਕਰਨਗੇ ਕਿ ਬੱਚਿਆਂ ਦੇ ਨਾਮ ਦੇ ਨਾਲ ਉਹਨਾਂ ਦੇ ਪਿਤਾ ਦਾ ਨਾਮ ਲੱਗੇਗਾ ਜਾਂ ਮਾਤਾ ਦਾ ਨਾਮ। ਇਸ ਤੋਂ ਇਲਾਵਾ ਅੱਗੇ ਹੈ ਰਿਸ਼ਤੇਦਾਰਾਂ ਦੇ ਆਧਾਰ ਤੇ, ਰਿਸ਼ਤੇਦਾਰੀ ਦੇ ਆਧਾਰ ਤੇ, ਔਨ ਦਾ ਬੇਸਿਸ ਆਫ ਰਿਲੇਟਿਵਸ। ਸੋ ਕਿੱਦਾਂ ਦੀ ਰਿਸ਼ਤੇਦਾਰੀ ਹੁੰਦੀ ਹੈ ਇੱਕ ਪਰਿਵਾਰ ਦੇ ਵਿੱਚ? ਇੱਕ ਹੈ ਖੂਨ ਸੰਬੰਧੀ ਤੇ ਦੂਸਰਾ ਵਿਆਹ ਸੰਬੰਧੀ। ਜਿਵੇਂ ਇਹ ਜੋ ਟੌਪਿਕ ਹੈ ਸ਼ੁਰੂ ਹੋਣ ਦੇ ਨਾਲ ਹੀ ਮੈਂ ਦੱਸਿਆ ਸੀ ਕਿ ਪਰਿਵਾਰ ਕੀ ਹੈ। ਪਰਿਵਾਰ ਦੇ ਵਿੱਚ ਉਹ ਸਾਰੇ ਵਿਅਕਤੀ ਹੋਣਗੇ ਜਿਨ੍ਹਾਂ ਦੇ ਵਿੱਚ ਖੂਨ ਦਾ ਸੰਬੰਧ ਹੋਏਗਾ ਅਤੇ ਜਿਨ੍ਹਾਂ ਦੇ ਵਿੱਚ ਵਿਆਹ ਦਾ ਸੰਬੰਧ ਹੋਏਗਾ, ਜਿਵੇਂ ਪਤੀ ਪਤਨੀ। ਇਸ ਕਰਕੇ ਰਿਸ਼ਤੇਦਾਰਾਂ ਦੇ ਆਧਾਰ ਤੇ ਪਰਿਵਾਰ ਦੀ ਵੰਡ ਕਿਵੇਂ ਕੀਤੀ ਗਈ ਹੈ? ਇੱਕ ਹੋਣਗੇ ਰਕਤ ਸੰਬੰਧੀ, ਜਿਸ ਨੂੰ ਖੂਨ ਸੰਬੰਧੀ ਕਹਿ ਸਕਦੇ ਹਾਂ। ਇਸ ਦਾ ਮਤਲਬ ਕਿ ਜੋ ਮੈਂਬਰਸ਼ਿਪ ਹੈ ਇੱਕ ਵਿਅਕਤੀ ਨੂੰ, ਉਹ ਜਨਮ ਦੇ ਉੱਤੇ ਹੀ ਮਿਲ ਜਾਏਗੀ। ਖੂਨ ਦੇ ਸੰਬੰਧ ਹੋਣਗੇ, ਗੂੜੇ ਸੰਬੰਧ ਹੋਣਗੇ ਲੋਕਾਂ ਦੇ ਵਿਚਕਾਰ, ਜੋ ਇੱਕ ਦੂਸਰੇ ਦੇ ਨਾਲ ਅਟੈਚਡ ਹੋਣਗੇ ਤੇ ਉਸ ਪਰਿਵਾਰ ਦਾ ਮੈਂਬਰ ਬਣਨਗੇ। ਤੇ ਦੂਜੇ ਪਾਸੇ ਕੀ ਹੈ? ਵਿਆਹ ਸੰਬੰਧੀ, ਜਿਸ ਦੇ ਵਿੱਚ ਪਤੀ ਪਤਨੀ ਜਦ ਜਾਂ ਲੜਕਾ ਤੇ ਲੜਕੀ ਜਦ ਉਹਨਾਂ ਦਾ ਵਿਆਹ ਹੋਏਗਾ, ਉਹ ਪਤੀ ਪਤਨੀ ਬਣਨਗੇ ਤੇ ਉਹ ਉਸ ਤਰ੍ਹਾਂ ਦੇ ਜਿਹੜੇ ਵਿਆਹ ਸੰਬੰਧ ਹੋਏਗਾ, ਉਸਨੂੰ ਰਿਸ਼ਤੇਦਾਰੀ ਦੇ ਆਧਾਰ ਤੇ ਪਰਿਵਾਰ ਦਾ ਨਾਮ ਦਿੱਤਾ ਜਾਏਗਾ। ਇਸ ਤੋਂ ਇਲਾਵਾ ਅਗਲਾ ਹੈ ਨਿਵਾਸ ਦੇ ਆਧਾਰ ਤੇ। ਨਿਵਾਸ ਮਤਲਬ ਰਹਿਣ ਦੇ ਸਥਾਨ ਦੇ ਆਧਾਰ ਤੇ ਪਰਿਵਾਰ ਦੀ ਵੰਡ। ਹੁਣ ਹਰ ਇੱਕ ਵਿਅਕਤੀ ਕਿੱਥੇ ਰਹਿ ਰਿਹਾ ਹੈ? ਜੇ ਆਪਾਂ ਆਪਣੀ ਗੱਲ ਕਰੀਏ ਜਾਂ ਪੰਜਾਬ ਦੀ ਜੇ ਗੱਲ ਕਰਦੇ ਹਾਂ ਤਾਂ ਇੱਥੇ ਪਿਤਰ ਸਥਾਈ ਪਰਿਵਾਰ ਹੈ। ਇਹ ਜੋ ਰਹਿਣ ਦੇ ਸਥਾਨ ਦੇ ਆਧਾਰ ਤੇ ਪਰਿਵਾਰ ਦੀ ਵੰਡ ਹੈ, ਇਹ ਤਿੰਨ ਕਿਸਮਾਂ ਦੇ ਵਿੱਚ ਵੰਡੀ ਹੋਈ ਹੈ। ਇੱਕ ਹੈ ਪਿਤਰ ਸਥਾਈ, ਦੂਸਰਾ ਮਾਤਰ ਸਥਾਈ ਤੇ ਤੀਸਰਾ ਹੈ ਨਵ ਸਥਾਈ। ਹੁਣ ਇੱਕ ਜਦ ਲੜਕੀ ਦਾ ਵਿਆਹ ਹੋ ਜਾਂਦਾ ਹੈ, ਤਦ ਉਹ ਆਪਣੇ ਮਾਤਾ ਪਿਤਾ ਦਾ ਘਰ ਛੱਡ ਕੇ ਆਪਣੇ ਹਸਬੈਂਡ ਦੇ ਘਰ, ਆਪਣੇ ਪਤੀ ਦੇ ਘਰ ਸ਼ਿਫਟ ਹੋ ਜਾਂਦੀ ਹੈ। ਉਸਨੂੰ ਕਿਹਾ ਜਾਂਦਾ ਹੈ ਪਿਤਰ ਸਥਾਈ। ਵਿਆਹ ਤੋਂ ਬਾਅਦ ਇੱਕ ਲੜਕੀ ਆਪਣੇ ਮਾਤਾ ਪਿਤਾ ਦਾ ਘਰ ਛੱਡ ਕੇ ਆਪਣੇ ਪਤੀ ਦੇ ਘਰੇ ਜਦ ਉਹ ਚਲੀ ਜਾਂਦੀ ਹੈ, ਉਸ ਤਰ੍ਹਾਂ ਦੇ ਪਰਿਵਾਰ ਨੂੰ ਪਿਤਰ ਸਥਾਈ ਪਰਿਵਾਰ ਕਿਹਾ ਜਾਂਦਾ ਹੈ, ਜੋ ਅੱਜ ਕੱਲ੍ਹ ਸਾਰੇ ਹੀ ਜਗ੍ਹਾ ਦੇ ਉੱਤੇ ਜਾਂ ਪੰਜਾਬ ਦੀ ਜੇ ਗੱਲ ਕਰੀਏ ਤਾਂ ਉੱਥੇ ਦੇਖਣ ਨੂੰ ਮਿਲਦਾ। ਤੇ ਇਸ ਤੋਂ ਉਲਟ ਕੀ ਹੈ? ਮਾਤਰ ਸਥਾਈ। ਇਸ ਦਾ ਮਤਲਬ, ਜਾਂ ਜੇ ਉਦਾਹਰਨ ਤੋਂ ਜੇ ਮੈਂ ਸ਼ੁਰੂਆਤ ਕਰਾਂ ਇਸ ਮਾਤਰ ਸਥਾਈ ਦੀ, ਤਾਂ ਆਪਾਂ ਕਹਾਂਗੇ ਕਿ ਘਰ ਜਵਾਈ ਹੋਣਾ। ਇਸ ਦਾ ਮਤਲਬ ਕਿ ਇੱਕ ਲੜਕੀ ਵਿਆਹ ਤੋਂ ਬਾਅਦ ਉਸਨੂੰ ਆਪਣਾ ਘਰ ਨਹੀਂ ਛੱਡਣਾ ਪੈਂਦਾ, ਉਸਦਾ ਪਤੀ ਆਪਣੇ ਪਿਤਾ ਦਾ ਘਰ ਛੱਡ ਕੇ ਆਪਣੀ ਪਤਨੀ ਦੇ ਘਰੇ ਆਏਗਾ। ਉਸ ਤਰ੍ਹਾਂ ਦੇ ਪਰਿਵਾਰ ਨੂੰ ਕਿਹਾ ਜਾਏਗਾ ਮਾਤਰ ਸਥਾਈ ਪਰਿਵਾਰ। ਕਿ ਲੜਕੀ ਵਿਆਹ ਤੋਂ ਬਾਅਦ ਆਪਣੇ ਪਿਤਾ ਦਾ ਘਰ ਨਹੀਂ ਛੱਡਦੀ, ਬਲਕਿ ਉਸਦਾ ਜੋ ਪਤੀ ਹੈ ਉਹ ਆਪਣੇ ਪਿਤਾ ਦਾ ਘਰ ਛੱਡ ਕੇ ਆਪਣੀ ਪਤਨੀ ਦੇ ਘਰੇ ਆ ਕੇ ਰਹਿਣ ਲੱਗ ਜਾਂਦਾ ਹੈ। ਇਸ ਨੂੰ ਮਾਤਰ ਸਥਾਈ ਪਰਿਵਾਰ ਦਾ ਨਾਮ ਦੇਵਾਂਗੇ। ਇਸ ਤੋਂ ਬਾਅਦ ਨਵ ਸਥਾਈ। ਨਵ ਸਥਾਈ ਨਵਾਂ, ਨਿਊ, ਇਸ ਨੂੰ ਨਿਊ ਲੋਕਲ ਬੋਲ ਸਕਦੇ ਹਾਂ। ਸੋ ਪਤੀ ਅਤੇ ਪਤਨੀ ਜਾਂ ਲੜਕਾ ਤੇ ਲੜਕੀ ਜਦ ਉਹਨਾਂ ਦਾ ਵਿਆਹ ਹੋ ਜਾਂਦਾ ਹੈ, ਤਾਂ ਉਹ ਦੋਨੋਂ ਹੀ ਵਿਆਹ ਤੋਂ ਬਾਅਦ ਆਪਣੇ ਆਪਣੇ ਪੇਰੈਂਟਸ ਦਾ ਘਰ ਛੱਡ ਕੇ ਇੱਕ ਨਵਾਂ ਘਰ ਸਥਾਪਿਤ ਕਰਦੇ ਹਨ, ਇੱਕ ਨਵੇਂ ਘਰ ਦੇ ਵਿੱਚ ਸ਼ਿਫਟ ਹੋ ਜਾਂਦੇ ਹਨ। ਉਸਨੂੰ ਕਿਹਾ ਜਾਂਦਾ ਹੈ ਨਵ ਸਥਾਈ। ਸੋ ਨਾਮ ਤੋਂ ਹੀ ਬੜਾ ਈਜ਼ੀ ਆਪਾਂ ਇਸ ਨੂੰ ਲਰਨ ਕਰ ਸਕਦੇ ਹਾਂ। ਪਿਤਰ ਸਥਾਈ ਕਿ ਜਿੱਥੇ ਪਿਤਾ ਦੀ ਸੱਤਾ ਹੋਏਗੀ ਕਹਿ ਸਕਦੇ ਹੋ, ਜਾਂ ਕਿ ਪਿਤਾ ਦੇ ਘਰ ਦੇ ਵਿੱਚ ਹੀ ਰਿਹਾ ਜਾਏਗਾ। ਮਾਤਰ ਸਥਾਈ ਕਿ ਵਿਆਹ ਤੋਂ ਬਾਅਦ ਲੜਕੀ ਆਪਣਾ ਘਰ ਨਹੀਂ ਛੱਡੇਗੀ, ਬਲਕਿ ਉਸਦਾ ਪਤੀ ਆਪਣੇ ਪਿਤਾ ਦਾ ਘਰ ਛੱਡ ਕੇ ਉਸ ਲੜਕੀ ਦੇ ਘਰੇ ਆਏਗਾ। ਨਵ ਸਥਾਈ ਦੋਨੋਂ ਹੀ ਪਤੀ ਅਤੇ ਪਤਨੀ ਜਦ ਉਹਨਾਂ ਦਾ ਵਿਆਹ ਹੋ ਜਾਏਗਾ, ਪਤੀ ਪਤਨੀ ਬਣ ਜਾਣਗੇ, ਉਹ ਆਪਣੇ ਆਪਣੇ ਘਰ ਛੱਡ ਕੇ ਇੱਕ ਨਵਾਂ ਘਰ ਸਥਾਪਿਤ ਕਰਨਗੇ। ਇਸ ਤੋਂ ਬਾਅਦ ਅਗਲਾ ਹੈ ਅਧਿਕਾਰ ਦੇ ਆਧਾਰ ਤੇ। ਅਧਿਕਾਰ ਜਾਂ ਅਥਾਰਟੀ ਦੇ ਬੇਸ ਤੇ। ਇੱਕ ਹੈ ਪਿਤਾ ਪੁਰਖੀ ਜਾਂ ਤੇ ਦੂਸਰਾ ਹੈ ਮਾਤਰ ਪ੍ਰਬੰਧਕ ਜਾਂ ਮਾਤਾ ਪੁਰਖੀ, ਮਤਲਬ ਪੈਟਰੀਆਰਕਲ ਤੇ ਮੈਟਰੀਆਰਕਲ। ਇੱਕ ਹੈ ਜਿੱਥੇ ਪਿਤਾ ਦਾ ਹੀ ਅਧਿਕਾਰ ਚੱਲੇਗਾ ਉਸ ਪਰਿਵਾਰ ਦੇ ਵਿੱਚ, ਦੂਜਾ ਉੱਥੇ ਮਾਤਾ ਦਾ ਅਧਿਕਾਰ।
ਹੁਣ ਪਿਤਾ ਦਾ ਅਧਿਕਾਰ ਚੱਲਣ ਦਾ ਮਤਲਬ ਹੈ ਕਿ ਪਿਤਾ ਦੇ ਹੀ ਨਿਯਮਾਂ ਦੀ ਨੂੰ ਫੋਲੋ ਕਰਨਾ ਪਏਗਾ, ਪਿਤਾ ਨੂੰ ਹੀ ਮੁੱਖ ਮੰਨਿਆ ਜਾਏਗਾ, ਪਿਤਾ ਹੀ ਸਾਰੇ ਘਰ ਨੂੰ ਸੰਭਾਲੇਗਾ, ਉਹਦੇ ਹੀ ਰੂਲਸ ਚੱਲਣਗੇ, ਉਹਦੇ ਹੀ ਨਿਯਮਾਂ ਨੂੰ ਦੀ ਪਾਲਣਾ ਕਰਨੀ ਪਏਗੀ ਸਾਰੇ ਪਰਿਵਾਰਕ ਮੈਂਬਰਾਂ ਨੂੰ। ਤੇ ਪਿਤਾ ਨੂੰ ਹੀ ਇੱਕ ਮੇਨ ਲੀਡ ਐਕਟਰ ਜਾਂ ਕਹਿ ਸਕਦੇ ਹੋ ਇੱਕ ਮੇਨ ਮੈਂਬਰ ਮੰਨਿਆ ਜਾਏਗਾ ਪਰਿਵਾਰ ਦਾ, ਜਿਸ ਦੇ ਅਨੁਸਾਰ ਜਾਂ ਆਪਾਂ ਆਮ ਤੌਰ ਤੇ ਕਹਿ ਸਕਦੇ ਹੋ ਕਿ ਜ਼ਮੀਨ ਵੇਚਣੀ ਜਾਂ ਜ਼ਮੀਨ ਖਰੀਦਣਾ, ਇਹ ਸਾਰੇ ਅਧਿਕਾਰ ਪਿਤਾ ਦੇ ਕੋਲ ਹੀ ਹੋਣਗੇ। ਕਿਉਂਕਿ ਅਧਿਕਾਰ ਦੀ ਗੱਲ ਹੋ ਰਹੀ ਹੈ ਨਾ, ਅਧਿਕਾਰ ਦੇ ਆਧਾਰ ਉੱਤੇ ਪਰਿਵਾਰ ਦੀ ਵੰਡ ਕੀਤੀ ਗਈ ਹੈ। ਇੱਕ ਉਹ ਪਰਿਵਾਰ ਹੈ ਜਿੱਥੇ ਪਿਤਾ ਦਾ ਅਧਿਕਾਰ ਹੋਏਗਾ, ਜਿਵੇਂ ਅੱਜ ਕੱਲ ਆਪਾਂ ਹੁਣ ਇਹ ਸਾਰੇ ਪਿੱਤਰ ਪ੍ਰਧਾਨ ਪਰਿਵਾਰ ਦੇ ਵਿੱਚ ਰਹਿ ਰਹੇ ਹਾਂ, ਜਿੱਥੇ ਪਿਤਾ ਹੀ ਮੁਖੀਆ ਹੈ ਪਰਿਵਾਰ ਦਾ, ਪਿਤਾ ਦੇ ਹੱਥ ਦੇ ਵਿੱਚ ਹੀ ਸਾਰੇ ਪ੍ਰੋਪਰਟੀ ਰਾਈਟਸ ਹੈ, ਜ਼ਮੀਨ ਖਰੀਦਣਾ ਜਾਂ ਵੇਚਣਾ, ਇਹ ਸਭ ਕੁਝ ਪਿਤਾ ਦੇ ਹੱਥ ਦੇ ਵਿੱਚ ਹੀ ਹੈ। ਇਸ ਕਰਕੇ ਜੋ ਅਥਾਰਟੀ ਹੈ, ਜੋ ਅਧਿਕਾਰ ਹੈ, ਉਹ ਪਿਤਾ ਦੇ ਹੱਥ ਵਿੱਚ ਹੋਏਗਾ। ਤੇ ਇਸ ਤੋਂ ਬਿਲਕੁਲ ਵਿਪਰੀਤ ਜਿਹੜੇ ਦੂਸਰੇ ਹੈ ਮੈਟਰੀਆਰਕਲ ਜਾਂ ਮਾਤਰ ਸਤਾਤਮਕ ਕਹਿ ਸਕਦੇ ਹੋ, ਕਿ ਜੋ ਮਾਤਾ ਹੈ ਉਹੀ ਪਰਿਵਾਰ ਦੀ ਮੁਖੀਆ ਹੋਏਗੀ ਔਰ ਮਾਤਾ ਦੇ ਹੀ ਨਿਯਮਾਂ ਨੂੰ ਦੀ ਪਾਲਣਾ ਕੀਤੀ ਜਾਏਗੀ। ਤੇ ਮਾਤਰ ਪ੍ਰਧਾਨ ਪਰਿਵਾਰ ਦੇ ਵਿੱਚ ਇਹ ਨਹੀਂ ਆਪਾਂ ਕਹਿ ਸਕਦੇ ਕਿ ਜੋ ਪ੍ਰੋਪਰਟੀ ਰਾਈਟਸ ਹੈ ਉਹ ਮਾਤਾ ਦੇ ਕੋਲ ਹੋਣਗੇ। ਮਾਂ ਦਾ ਜੋ ਭਰਾ ਹੈ ਜਾਂ ਭਰਾ ਦਾ ਬੇਟਾ ਮਤਲਬ ਭਤੀਜਾ ਹੈ, ਉਹ ਪ੍ਰੋਪਰਟੀ ਦੇ ਅਧਿਕਾਰ ਰੱਖਣਗੇ, ਮਤਲਬ ਨਾਨਕੇ ਸਾਈਡ ਕਹਿ ਸਕਦੇ ਹੋ ਤੁਸੀਂ। ਸੋ ਇਸ ਕਰਕੇ ਜੋ ਮਾਤਰ ਪ੍ਰਧਾਨ ਜਾਂ ਮਾਤਰ ਸਤਾਤਮਕ ਜੋ ਪਰਿਵਾਰ ਹੁੰਦੇ ਹੈ, ਮੈਟਰੀਆਰਕਲ ਜੋ ਫੈਮਿਲੀਜ਼ ਹੁੰਦੀਆਂ ਹੈ, ਉੱਥੇ ਮਾਤਾ ਦੇ ਹੀ ਡਿਸੀਜਨਸ ਨੂੰ ਫੋਲੋ ਕੀਤਾ ਜਾਂਦਾ ਹੈ ਤੇ ਮਾਤਾ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ। ਇਸ ਕਰਕੇ ਇਸ ਤਰ੍ਹਾਂ ਦਾ ਆਪਾਂ ਬੋਲ ਸਕਦੇ ਹਾਂ ਕਿ ਪਰਿਵਾਰ ਵੱਖ-ਵੱਖ ਕਿਸਮਾਂ ਦੇ ਵਿੱਚ ਵੰਡਿਆ ਹੋਇਆ। ਕਿਤੇ ਤਾਂ ਰਿਸ਼ਤੇਦਾਰੀ ਦੇ ਆਧਾਰ ਦੇ ਉੱਤੇ ਪਰਿਵਾਰ ਹੈ, ਜਿਵੇਂ ਖੂਨ ਸੰਬੰਧੀ, ਵਿਆਹ ਸੰਬੰਧੀ, ਕਿਤੇ ਰਹਿਣ ਦੀ ਜਗ੍ਹਾ ਦੇ ਸਥਾਨ ਦੇ ਆਧਾਰ ਦੇ ਉੱਤੇ ਹੋ ਸਕਦਾ ਹੈ, ਅਧਿਕਾਰ ਦੇ ਆਧਾਰ ਤੇ, ਵੰਸ਼ ਦੇ ਨਾਮ ਦੇ ਆਧਾਰ ਤੇ ਹੋ ਸਕਦਾ ਹੈ, ਮੈਂਬਰਾਂ ਦੀ ਗਿਣਤੀ ਦੇ ਆਧਾਰ ਤੇ ਵਿਆਹ ਦੇ ਆਧਾਰ ਦੇ ਉੱਤੇ ਸਾਰੇ ਪਰਿਵਾਰਾਂ ਦੀ ਵੰਡ ਕੀਤੀ ਗਈ ਹੈ। ਹੁਣ ਮੈਂ ਇੱਥੇ ਇੱਕ ਜ਼ਰੂਰ ਦੱਸਣਾ ਚਾਹਾਂਗੀ ਕਿ ਵਿਆਹ ਦੇ ਆਧਾਰ ਦੇ ਉੱਤੇ ਪਰਿਵਾਰ ਦੀ ਵੰਡ, ਇਹ ਚੀਜ਼ ਬਹੁਤ ਜ਼ਰੂਰੀ ਹੈ, ਕਿਉਂਕਿ ਜਿੱਥੇ ਆਪਾਂ ਜਦ ਆਪਾਂ ਵਿਆਹ ਦਾ ਵਿਸ਼ਾ ਵੀ ਪੜਾਂਗੇ ਉਸ ਦੇ ਵਿੱਚ ਵੀ ਇਹ ਵਿਸ਼ਾ ਬਹੁਤ ਇੰਪੋਰਟੈਂਟ ਹੈ ਕਿ ਵਿਆਹ ਦੇ ਆਧਾਰ ਦੇ ਉੱਤੇ ਪਰਿਵਾਰਾਂ ਦੀ ਵੰਡ ਕਿਵੇਂ ਕੀਤੀ ਗਈ ਹੈ। ਇੱਕ ਉਹ ਪਰਿਵਾਰ ਹੋਣਗੇ ਜਿੱਥੇ ਇੱਕ ਹੀ ਪਤੀ ਜਾਂ ਇੱਕ ਹੀ ਪਤਨੀ, ਇੱਕ ਸਮੇਂ ਦੇ ਉੱਤੇ ਇੱਕ ਹੀ ਪਤੀ ਜਾਂ ਪਤਨੀ ਇਕੱਠੇ ਮਿਲ ਕੇ ਇੱਕ ਜਗ੍ਹਾ ਦੇ ਉੱਤੇ ਰਹਿਣਗੇ, ਉਸ ਨੂੰ ਕੀ ਕਿਹਾ ਜਾਏਗਾ? ਇੱਕ ਵਿਆਹੀ ਪਰਿਵਾਰ। ਤੇ ਉਸ ਤੋਂ ਬਿਲਕੁਲ ਉਲਟ ਕੀ ਹੋਏਗਾ? ਬਹੁ ਵਿਆਹੀ। ਬਹੁਤ, ਬਹੁ ਮਤਲਬ ਬਹੁਤ, ਜਿੱਥੇ ਪਤੀਆਂ ਦੀ ਜਨਸੰਖਿਆ ਵੀ ਜ਼ਿਆਦਾ ਹੋ ਸਕਦੀ ਹੈ ਤੇ ਪਤਨੀਆਂ ਦੀ ਜਨਸੰਖਿਆ, ਇਹਦਾ ਮਤਲਬ ਬਹੁਪਤੀ ਵਿਆਹ, ਵਿਆਹੀ ਪਰਿਵਾਰ ਵੀ ਇਹਦੇ ਵਿੱਚ ਆਉਣਗੇ ਤੇ ਬਹੁ ਪਤਨੀ ਵਿਆਹੀ ਪਰਿਵਾਰ ਵੀ ਇਹਦੇ ਵਿੱਚ ਆਉਣਗੇ। ਹੁਣ ਬਹੁ ਪਤਨੀ ਵਿਆਹੀ ਪਰਿਵਾਰ ਦੀ ਉਦਾਹਰਣ ਹੈ ਜਿਵੇਂ ਮੁਸਲਿਮ ਵਿਆਹ ਦੀ ਜੇ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਇੱਕ ਮੁਸਲਿਮ ਪਤੀ ਇੱਕ ਵਕਤ ਇੱਕ ਸਮੇਂ ਦੇ ਉੱਤੇ 4 ਪਤਨੀਆਂ ਰੱਖ ਸਕਦਾ ਹੈ। ਸੋ ਉਸ ਤਰ੍ਹਾਂ ਦੇ ਪਰਿਵਾਰਾਂ ਨੂੰ ਬਹੁ ਪਤਨੀ ਵਿਆਹੀ ਪਰਿਵਾਰ ਦਾ ਨਾਮ ਦਿੱਤਾ ਗਿਆ। ਤੇ ਬਹੁਪਤੀ ਵਿਆਹ ਕੀ ਹੋਏਗਾ? ਉਦਾਹਰਨ ਦੇ ਤੌਰ ਤੇ ਜਿਵੇਂ ਦ੍ਰੋਪਦੀ ਸੀ, ਦ੍ਰੋਪਦੀ ਇਕੱਲੀ ਪਤਨੀ ਸੀ ਤੇ ਉਸਨੇ 4 ਪਾਂਡਵਾਂ ਦੇ ਨਾਲ ਵਿਆਹ ਕਰਾਇਆ ਸੀ ਜੋ 4 ਭਰਾ ਸੀ। ਸੋ ਇਸ ਤਰ੍ਹਾਂ ਦੇ ਪਰਿਵਾਰ ਨੂੰ ਬਹੁਪਤੀ ਵਿਆਹੀ ਪਰਿਵਾਰ ਦਾ ਨਾਮ ਦਿੱਤਾ ਗਿਆ। ਸੋ ਇਹ ਸਾਰੇ ਹੋ ਗਏ ਹੈ ਪਰਿਵਾਰ ਦੀਆਂ ਕਿਸਮਾਂ। ਸੋ ਹੁਣ ਐਂਡ ਦੇ ਵਿੱਚ ਮੈਂ ਇਹ ਕਨਕਲੂਡ ਕਰਨਾ ਚਾਹੁੰਦੀ ਹਾਂ ਪਰਿਵਾਰ ਦੇ ਵਿਸ਼ੇ ਦੇ ਵਿੱਚ ਕਿ ਪਰਿਵਾਰ ਕੀ ਹੈ? ਇੱਕ ਜੀਵ ਵਿਗਿਆਨਿਕ ਇਕਾਈ ਹੈ। ਇਹ ਇੱਕ ਬਾਇਓਲੋਜੀਕਲ ਸੋਸ਼ਲ ਯੂਨਿਟ ਹੈ, ਇੱਕ ਜੈਵਿਕ ਇਕਾਈ ਵੀ ਇਸਨੂੰ ਕਿਹਾ ਗਿਆ ਹੈ, ਕਿਉਂਕਿ ਜੈਵਿਕ ਇਕਾਈ ਜਾਂ ਜੀਵ ਵਿਗਿਆਨਿਕ ਇਕਾਈ ਕੀ ਹੈ ਕਿ ਜਨਮ ਤੋਂ ਹੀ ਇੱਕ ਵਿਅਕਤੀ ਨੂੰ ਉਹ ਪਰਿਵਾਰ ਉਸਦਾ ਮਿਲ ਗਿਆ ਤੇ ਉਹ ਚਾਹੁੰਦੇ ਹੋਏ ਵੀ ਉਹ ਪਰਿਵਾਰ ਬਦਲ ਨਹੀਂ ਸਕਦਾ। ਨੋ ਡਾਊਟ ਕਿ ਲੜਕੀ ਦਾ ਜਦ ਵਿਆਹ ਹੁੰਦਾ ਹੈ ਉਹ ਇੱਕ ਪਰਿਵਾਰ ਨੂੰ ਛੱਡ ਕੇ ਦੂਜੇ ਪਰਿਵਾਰ ਦੇ ਵਿੱਚ ਚਲੇ ਜਾਂਦੀ ਹੈ, ਪਰ ਫਿਰ ਵੀ ਜੋ ਉਸਦਾ ਜੀਵ ਵਿਗਿਆਨਿਕ ਜੋ ਉਸਦੇ ਬਾਇਓਲੋਜੀਕਲ ਪੇਰੈਂਟਸ ਹੋਣਗੇ ਉਹ ਉਹੀ ਅਖਵਾਉਣਗੇ। ਸੋ ਇਸ ਕਰਕੇ ਇਹ ਜੋ ਪਰਿਵਾਰ ਹੈ ਇਹ ਛੋਟਾ ਹੈ, ਇਹਦਾ ਜੋ ਸੰਗਠਨ ਹੈ ਇਹ ਛੋਟਾ ਹੈ, ਜਿਸ ਦੇ ਵਿੱਚ 2 ਪੀੜ੍ਹੀਆਂ ਸ਼ਾਮਿਲ ਹੁੰਦੀਆਂ। ਉਹਨਾਂ ਦੇ ਵਿਚਕਾਰ ਜਾਂ ਤਾਂ ਖੂਨ ਦੇ ਸੰਬੰਧ ਹੋਣਗੇ ਜਾਂ ਵਿਆਹ ਦੇ ਸੰਬੰਧ ਹੋਣਗੇ ਤੇ ਆਪਸ ਦੇ ਵਿੱਚ ਉਹ ਵਿਅਕਤੀ ਰਿਸ਼ਤੇਦਾਰ ਹੋਣਗੇ। ਹੁਣ ਰਿਸ਼ਤੇਦਾਰੀ ਤਾਂ ਆਪੇ ਹੀ ਹੋਈ ਜਦ ਵਿਆਹ ਦੇ ਸੰਬੰਧ ਹੋਏ ਪਤੀ ਪਤਨੀ, ਜਾਂ ਖੂਨ ਦੇ ਸੰਬੰਧ ਹੋ ਗਏ ਮਾਤਾ ਪਿਤਾ
ਜਾਂ ਉਹਨਾਂ ਦੇ ਬੱਚੇ ਜਾਂ ਫਿਰ ਭੈਣ ਭਰਾਵਾਂ ਦੇ ਵਿੱਚ ਆਪਸ ਦੇ ਵਿੱਚ। ਤੇ ਜੇ ਖੂਨ ਦੇ ਸੰਬੰਧ ਨਹੀਂ ਵੀ ਹੈ, ਜਿਵੇਂ ਜੇ ਕਿਸੇ ਬੱਚੇ ਨੂੰ ਗੋਦ ਵੀ ਲਿੱਤਾ ਜਾ ਰਿਹਾ ਹੈ ਤਾਂ ਉਹ ਵੀ ਉਸ ਪਰਿਵਾਰ ਦਾ ਹੀ ਮੈਂਬਰ ਅਖਵਾਏਗਾ, ਕਿਉਂਕਿ ਉਹਨਾਂ ਦੇ ਵਿੱਚ ਗੂੜੇ ਸੰਬੰਧ ਹੋਣਗੇ, ਡੂੰਘੇ ਸੰਬੰਧ ਹੋਣਗੇ ਤੇ ਆਪਸ ਦੇ ਵਿੱਚ ਰਿਸ਼ਤੇਦਾਰ ਹੀ ਹੁੰਦੇ ਹਨ। ਸੋ ਪਰਿਵਾਰ ਇੱਕ ਅਜਿਹਾ ਸਮੂਹ ਹੈ ਜਿਸ ਦੇ ਵਿੱਚ ਕੀ ਹੈ, ਜਿਸ ਦੇ ਵਿੱਚ ਸਾਡੀ ਰਿਹਾਇਸ਼, ਆਰਥਿਕ ਸਹਿਯੋਗ, ਸੰਤਾਨ ਦੀ ਉਤਪत्ति ਤੇ ਇਹ ਸਾਰੀਆਂ ਚੀਜ਼ਾਂ ਹੀ ਮੁੱਖ ਵਿਸ਼ੇਸ਼ਤਾਵਾਂ ਹੈ। ਇਹ ਸਾਰੀਆਂ ਚੀਜ਼ਾਂ ਪਾਈਆਂ ਜਾਂਦੀਆਂ। ਪਰਿਵਾਰ ਇੱਕ ਏਦਾਂ ਦੀ ਇਕਾਈ ਹੈ ਜਿਸ ਦੇ ਵਿੱਚ ਵਿਅਕਤੀਆਂ ਦੇ ਵਿਚਕਾਰ ਏਕਤਾ ਦੀ ਭਾਵਨਾ ਹੋਏਗੀ, ਆਪਸੀ ਭਾਈਚਾਰੇ ਦੀ ਭਾਵਨਾ, ਅਸੀਂ ਦੀ ਭਾਵਨਾ ਕਹਿ ਸਕਦੇ ਹਾਂ, ਤੇ ਇੱਕ ਵਿਅਕਤੀ ਦੂਸਰੇ ਉੱਤੇ ਨਿਰਭਰ ਕਰਦਾ, ਕਿਉਂਕਿ ਇੱਕ ਦੂਸਰੇ ਉੱਤੇ ਨਿਰਭਰ ਕਰਨ ਦਾ ਅਰਥ ਕੀ ਹੈ ਕਿ ਆਪਣੀਆਂ ਜ਼ਰੂਰਤਾਂ ਨੂੰ ਦੂਜਿਆਂ ਦੇ ਸਹਿਯੋਗ ਦੇ ਨਾਲ ਪੂਰਾ ਕਰਨਾ ਤੇ ਦੂਜੇ ਵਿਅਕਤੀ ਦੀ ਵੀ ਮਦਦ ਕਰਨਾ ਕਿ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ। ਤੇ ਇਹ ਇੱਕ ਅਜਿਹਾ ਸਮੂਹ ਹੈ ਜੋ ਨਿਸ਼ਚਿਤ ਅਤੇ ਸਥਾਈ ਲਿੰਗ ਸੰਬੰਧਾਂ ਦੁਆਰਾ ਪਰਿਭਾਸ਼ਿਤ ਕੀਤਾ ਜਾਂਦਾ ਹੈ। ਨਿਸ਼ਚਿਤ ਅਤੇ ਸਥਾਈ ਲਿੰਗ ਸੰਬੰਧਾਂ ਦੁਆਰਾ, ਕਿਉਂਕਿ ਲਿੰਗ ਸੰਬੰਧ ਇਹਦੇ ਵਿੱਚ ਪਾਏ ਜਾਣਗੇ ਜਿਸ ਨੂੰ ਯੌਨ ਸੰਬੰਧ ਕਿਹਾ ਜਾਂਦਾ ਹੈ, ਮਾਤਾ ਪਿਤਾ ਜਾਂ ਪਤੀ ਪਤਨੀ ਦੇ ਵਿਚਕਾਰ, ਜਿਸ ਤੋਂ ਬਾਅਦ ਅੱਗੇ ਬੱਚੇ ਪੈਦਾ ਹੋਣਗੇ ਤੇ ਉਹ ਬੱਚੇ ਵੀ ਪਰਿਵਾਰ ਦਾ ਮੈਂਬਰ ਅਖਵਾਉਣਗੇ ਤੇ ਪਰਿਵਾਰ ਇੱਕ ਜੀਵ ਵਿਗਿਆਨਿਕ ਇਕਾਈ ਵਜੋਂ ਅੱਗੇ ਜਾਣਿਆ ਜਾਏਗਾ। ਇਸ ਕਰਕੇ ਜੋ ਇੱਕ ਵਿਵਸਥਾ ਬਣੀ ਹੋਈ ਹੈ ਸਮਾਜ ਦੇ ਵਿੱਚ, ਜਿਸ ਸਮਾਜ ਦੇ ਵਿੱਚ ਆਪਾਂ ਰਹਿ ਰਹੇ ਹਾਂ, ਇੱਕ ਵਿਅਕਤੀ ਦੂਸਰੇ ਨਾਲ ਜੁੜਿਆ ਹੋਇਆ ਹੈ ਤੇ ਇਹ ਕੀ ਹੈ, ਇੱਕ ਕੜੀ ਦੇ ਵਾਂਗ ਹਰ ਇੱਕ ਵਿਅਕਤੀ ਦੂਜੇ ਨਾਲ ਜੁੜਿਆ ਹੋਇਆ ਹੈ। ਸੋ ਇਸ ਨੂੰ ਇੱਕ ਸਮਾਜਿਕ ਵਿਵਸਥਾ ਕਹਾਂਗੇ। ਸਮਾਜਿਕ ਵਿਵਸਥਾ ਦਾ ਜੋ ਆਧਾਰ ਹੈ, ਜੋ ਇੱਕ ਮੇਨ ਬੇਸ ਹੈ, ਉਹ ਪਰਿਵਾਰ ਹੀ ਹੈ, ਕਿਉਂਕਿ ਪਰਿਵਾਰ ਦੇ ਵਿੱਚ ਰਹਿ ਕੇ ਇੱਕ ਵਿਅਕਤੀ ਆਪਣੀਆਂ ਹਰ ਇੱਕ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਿਹਾ ਹੈ। ਭਾਵੇਂ ਸਮਾਜ ਦੇ ਵਿੱਚ ਰਾਜਨੀਤਿਕ ਸੰਸਥਾਵਾਂ ਹੈ, ਧਾਰਮਿਕ ਸੰਸਥਾਵਾਂ ਹੈ ਤੇ ਹੋਰ ਕਈ ਤਰ੍ਹਾਂ ਦੇ ਇੱਦਾਂ ਦੇ ਸੰਗਠਨ ਜਾਂ ਸੰਸਥਾਵਾਂ ਸਮਾਜ ਦੇ ਵਿੱਚ ਪਾਈਆਂ ਜਾਂਦੀਆਂ ਜੋ ਪੈਸਾ ਦੇ ਕੇ ਵੀ ਲੋਕਾਂ ਨੂੰ ਚੀਜ਼ਾਂ ਸਿਖਾ ਰਹੇ ਹੈ, ਜਿਵੇਂ ਕੋਈ ਸਕੂਲ, ਕਾਲਜ, ਯੂਨੀਵਰਸਿਟੀ ਹੋ ਗਿਆ। ਲੇਕਿਨ ਜੋ ਇੱਕ ਮੁੱਢਲੀ ਸਿੱਖਿਆ ਹੈ ਜਾਂ ਜੋ ਸਮਾਜੀਕਰਨ ਬੱਚੇ ਦਾ ਕਰਨਾ ਹੈ, ਉਹ ਇੱਕ ਪਰਿਵਾਰ ਨੇ ਹੀ ਕਰਨਾ ਹੈ। ਪਰਿਵਾਰ ਦੇ ਵਿੱਚ ਰਹਿ ਕੇ ਹੀ ਇੱਕ ਬੱਚਾ ਜਾਂ ਇੱਕ ਵਿਅਕਤੀ ਦਾ ਵਿਕਾਸ ਹੋਏਗਾ, ਉਸ ਦਾ ਨਿਰਮਾਣ ਹੋਏਗਾ ਤੇ ਉਹ ਇੱਕ ਵਧੀਆ ਇਨਸਾਨ ਜਾਂ ਵਧੀਆ ਨਾਗਰਿਕ ਬਣ ਸਕੇਗਾ। ਕਿਉਂਕਿ ਇਹ ਦੇਖਣ ਨੂੰ ਮਿਲਿਆ ਕਿ ਜੋ ਪਰਿਵਾਰ ਹੈ ਉਸ ਤੋਂ ਬਿਨਾਂ ਇੱਕ ਵਿਅਕਤੀ ਦਾ ਕੋਈ ਅਸਤਿਤਵ ਨਹੀਂ ਹੈ। ਪਰਿਵਾਰ ਇੱਕ ਮੌਲਿਕ ਇਕਾਈ ਹੈ, ਇੱਕ ਸਰਵ ਵਿਆਪਕ ਇਕਾਈ ਹੈ ਜਿਸ ਦੇ ਵਿੱਚ ਰਹਿ ਕੇ ਇੱਕ ਵਿਅਕਤੀ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾ ਰਿਹਾ ਹੈ ਤੇ ਉਹ ਭੂਮਿਕਾਵਾਂ ਨੂੰ ਨਿਭਾਉਣ ਦੇ ਯੋਗ, ਆਪਣੇ ਆਪ ਨੂੰ ਉਸ ਭੂਮਿਕਾਵਾਂ ਨੂੰ ਨਿਭਾਉਣ ਦੇ ਯੋਗ ਬਣਾ ਰਿਹਾ ਹੈ। ਕਿਉਂਕਿ ਇਹ ਚੀਜ਼ ਇੱਥੇ ਦੱਸਣੀ ਜ਼ਰੂਰੀ ਹੈ ਕਿ ਪਰਿਵਾਰ ਇੱਕ ਬੱਚੇ ਦੇ ਉਸਨੂੰ ਸਟੇਬਲ ਰੱਖਣ ਲਈ, ਉਸਨੂੰ ਇੱਕ ਸਮਾਜ ਦਾ ਸਹੀ ਮਾਇਨੇ ਦੇ ਵਿੱਚ ਇੱਕ ਸਦੱਸਿਆ ਬਣਾਉਣ ਵਾਸਤੇ ਪਰਿਵਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਪਰਿਵਾਰ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਰਿਹਾ ਹੈ। ਜੇ ਪਰਿਵਾਰ ਹੀ ਨਹੀਂ ਹੋਏਗਾ ਤਾਂ ਆਪਣਾ ਸਮਾਜ ਨਹੀਂ ਬਣੇਗਾ, ਕਿਉਂਕਿ ਸਮਾਜ ਨੂੰ ਚਲਾਉਣ ਲਈ ਸਮਾਜ ਛੋਟੀ-ਛੋਟੀਆਂ ਇਕਾਈਆਂ ਦੇ ਵਿੱਚ ਵੰਡਿਆ ਹੋਇਆ ਔਰ ਇਹ ਕੁਦਰਤ ਦੁਆਰਾ ਹੀ ਉਹ ਆਪੇ ਹੀ ਪਰਿਵਾਰ ਦੇ ਵਿੱਚ ਇੱਕ ਬੱਚੇ ਦਾ ਜਦ ਜਨਮ ਹੁੰਦਾ ਹੈ, ਉਹ ਉਸ ਇਕਾਈ ਦਾ ਮੈਂਬਰ ਬਣ ਜਾਂਦਾ ਹੈ, ਉਹ ਉਸ ਸਮੂਹ ਦਾ ਮੈਂਬਰ ਬਣ ਜਾਂਦਾ ਹੈ। ਕਿਉਂਕਿ ਪਰਿਵਾਰ ਨੂੰ ਆਪਾਂ ਇੱਕ ਇਕਾਈ ਦੇ ਵਜੋਂ ਵੀ ਕਹਿ ਸਕਦੇ ਹਾਂ, ਇੱਕ ਸਮੂਹ ਵੀ ਬੋਲ ਸਕਦੇ ਹਾਂ, ਜਿਸ ਦੇ ਨਾਲ ਵਿਅਕਤੀ ਆਪਣੀਆਂ ਹਰ ਇੱਕ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ। ਇਸ ਕਰਕੇ ਇਹ ਕਿਹਾ ਗਿਆ ਹੈ ਕਿ ਪਰਿਵਾਰ ਦੇ ਵਿੱਚ ਹਰ ਇੱਕ ਵਿਅਕਤੀ ਦੂਸਰੇ ਨਾਲ ਮਿਲ ਕੇ ਕੀਰਤ ਵੰਡ ਕਰੇਗਾ ਜਾਂ ਕੀਰਤ ਦੀ ਵੰਡ ਕੀਤੀ ਜਾਏਗੀ ਜੋ ਪਰਿਵਾਰ ਦਾ ਹੀ ਜਾਂ ਜੋ ਪਰਿਵਾਰ ਦੇ ਉੱਤੇ ਹੀ ਆਧਾਰਿਤ ਹੈ। ਸਮਾਜਿਕ ਪ੍ਰਾਣੀ ਹੋਣ ਦੇ ਨਾਲ ਕੀ ਹੈ, ਪਰਿਵਾਰ ਤੋਂ ਬਿਨਾਂ ਮਨੁੱਖ ਨਹੀਂ ਰਹਿ ਸਕਦਾ। ਉਸਨੂੰ ਹਰ ਇੱਕ ਤਰ੍ਹਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਪਰਿਵਾਰ ਦਾ ਸਹਾਰਾ ਲੈਣਾ ਪਏਗਾ, ਜਿਸ ਦੇ ਵਿੱਚ ਪਰਿਵਾਰ ਅਲੱਗ-ਅਲੱਗ ਕਿਰਿਆਵਾਂ ਦਾ ਕੇਂਦਰ ਬਣੇਗਾ। ਸੋ ਇਸ ਕਰਕੇ ਇਸ ਪੂਰੇ ਵਿਸ਼ੇ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਜੋ ਪਰਿਵਾਰ ਹੈ ਉਹ ਕਿਵੇਂ ਇੱਕ ਵਿਅਕਤੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਿਹਾ ਹੈ, ਕਿਵੇਂ ਉਸ ਦੇ ਲਈ ਲਾਭਦਾਇਕ ਹੈ ਜਾਂ ਕਿਵੇਂ ਪਰਿਵਾਰ ਤੋਂ ਬਿਨਾਂ ਇੱਕ ਵਿਅਕਤੀ ਆਪਣੀ ਜ਼ਿੰਦਗੀ ਅੱਗੇ ਨਹੀਂ ਚਲਾ ਸਕਦਾ। ਇਸ ਕਰਕੇ ਪਰਿਵਾਰ ਨੂੰ ਇੱਕ ਮੁੱਢਲੀ ਇਕਾਈ ਮੰਨਿਆ ਗਿਆ ਹੈ। ਪਰਿਵਾਰ ਨੂੰ ਇੱਕ ਸਮਾਜਿਕ ਪ੍ਰਾਣੀ ਤਾਂ ਹੀ ਕਿਹਾ ਗਿਆ ਹੈ ਕਿ ਜੋ ਸਮਾਜ ਦੇ ਵਿੱਚ ਰਹਿ ਕੇ, ਪਰਿਵਾਰ ਦੇ ਵਿੱਚ ਰਹਿ ਕੇ ਆਪਣੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇ। ਧੰਨਵਾਦ।